ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਤੁਹਾਡੇ ਮਸਲੇ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਸੋ ਹਾਜ਼ਰਾਂ ਹੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਾਨੂੰਨ ਦੇ ਬਾਰੇ ਵਿੱਚ, ਖਾਸ ਤੌਰ ਤੇ ਵਿਦੇਸ਼ਾਂ ਵਿੱਚ ਵਸਦੇ ਐਨਆਰਆਈਜ਼ ਦੀ ਅੱਜ ਅਸੀਂ ਗੱਲਬਾਤ ਕਰਾਂਗੇ। ਬਹੁਤ ਸਾਰੇ ਐਨਆਰਆਈਜ਼ ਸਾਡੇ ਵਿਦੇਸ਼ਾਂ ਵਿੱਚ ਅਜਿਹੇ ਨੇ ਜਿਨ੍ਹਾਂ ਦੇ ਭਾਰਤ ਵਿੱਚ ਕਾਫੀ ਜ਼ਮੀਨ ਜਾਇਦਾਦ ਵੀ ਹੈ, ਜਿਸ ਦੇ ਕਰਕੇ ਉਹਨਾਂ ਨੂੰ ਬਾਰ-ਬਾਰ ਭਾਰਤ ਦਾ ਯਾਤਰਾ ਕਰਨੀ ਪੈਂਦੀ ਹੈ। ਬਟ ਕਈ ਐਨਆਰਆਈਜ਼ ਅਜਿਹੇ ਵੀ ਨੇ ਜਿਨ੍ਹਾਂ ਦੇ ਪਿੱਛੇ ਭਾਰਤ ਵਿੱਚ ਕੋਈ ਨਾ ਕੋਈ ਮੁਕੱਦਮੇ ਦਰਜ ਨੇ। ਸੋ ਬਾਰ-ਬਾਰ ਉਹਨਾਂ ਨੂੰ ਇਸ ਕਰਕੇ ਵੀ ਯਾਤਰਾ ਕਰਨੀ ਪੈਂਦੀ ਹੈ, ਜਾਂ ਫਿਰ ਇੱਥੋਂ ਦਾ ਉਹਨਾਂ ਦਾ ਕੰਮਕਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਸੋ ਅੱਜ ਜਿਹੜਾ ਇਹ ਐਪੀਸੋਡ ਆ ਖਾਸ ਤੌਰ ਤੇ ਅਜਿਹੇ ਐਨਆਰਆਈਜ਼ ਲਈ ਹੈ। ਜੇਕਰ ਤੁਹਾਡਾ ਕੋਈ ਵੀ ਲੀਗਲ ਮਸਲਾ ਹੈ ਭਾਰਤ ਵਿੱਚ, ਉਸ ਨੂੰ ਤੁਸੀਂ ਆਪਣੇ ਵਿਦੇਸ਼ਾਂ ਵਿੱਚ ਬੈਠ ਕੇ ਕਿਸ ਤਰੀਕੇ ਦੇ ਨਾਲ ਲੜ ਸਕਦੇ ਹੋ, ਕਿਸ ਤਰੀਕੇ ਨਾਲ ਹੈਂਡਲ ਕਰ ਸਕਦੇ ਹੋ, ਇਸ ਦੇ ਬਾਰੇ ਵਿੱਚ ਅੱਜ ਅਸੀਂ ਤੁਹਾਨੂੰ ਕਾਨੂੰਨੀ ਜਾਣਕਾਰੀ ਦੇਵਾਂਗੇ। ਸੋ ਅੱਜ ਦਾ ਜਿਹੜਾ ਐਪੀਸੋਡ ਹੈ ਖਾਸ ਤੌਰ ਤੇ ਤੁਹਾਡੇ ਵਿੱਚ ਜਿਹੜੀ ਆ ਲਾਅ ਨੂੰ ਲੈ ਕੇ ਅਵੇਅਰਨੈਸ ਕ੍ਰੀਏਟ ਕਰਨ ਦੇ ਲਈ ਇਹ ਐਪੀਸੋਡ ਅਸੀਂ ਰੱਖਿਆ ਹੈ। ਸੋ ਆਉਣ ਵਾਲੇ ਸਮੇਂ ਵਿੱਚ ਕਾਨੂੰਨ ਸੰਬੰਧੀ ਅਜਿਹੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਅੜਚਨਾਂ ਹੁੰਦੀਆਂ ਜਾਂ ਪੇਚੀਦਾ ਮਾਮਲੇ ਹੁੰਦੇ ਆ, ਤੁਹਾਡੇ ਨਾਲ ਅਸੀਂ ਉਹ ਧਾਰਾਵਾਂ ਸਾਂਝੀਆਂ ਕਰਦੇ ਰਵਾਂਗੇ। ਇੱਥੋਂ ਤੁਸੀਂ ਨਿਕਲਣਾ ਕਿਸ ਤਰੀਕੇ ਨਾਲ ਆ ਜਾਂ ਕਿਸ ਤਰੀਕੇ ਨਾਲ ਹੈਂਡਲ ਕਰ ਸਕਦੇ ਹੋ, ਇਹ ਵੀ ਪੂਰੀ ਜਾਣਕਾਰੀ ਦਿੱਤੀ ਜਾਏਗੀ। ਸੋ ਕਾਨੂੰਨੀ ਕੋਈ ਵੀ ਮਸਲਾ ਇਸ ਵਕਤ ਤੁਹਾਡਾ ਹੈਗਾ, ਤੁਸੀਂ ਕੋਈ ਵੀ ਕੇਸ ਡਿਸਕਸ ਕਰਨਾ ਚਾਹੁੰਦੇ ਹੋ, ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਅੱਜ ਦੇ ਐਪੀਸੋਡ ਵਿੱਚ ਤੁਹਾਡੀਆਂ ਕਾਲਸ ਅਸੀਂ ਅਟੈਂਡ ਕਰੀਏ ਤੇ ਨਾਲ ਦੀ ਨਾਲ ਤੁਹਾਡੇ ਮਸਲੇ ਦੇ ਬਾਰੇ ਵਿੱਚ ਵੀ ਤੁਹਾਨੂੰ ਥੋੜੀ ਬਹੁਤ ਜਾਣਕਾਰੀ ਜਿਹੜੀ ਹੈ ਜਾਂ ਕਾਨੂੰਨੀ ਜਾਣਕਾਰੀ ਹੈ ਉਹ ਦਿੱਤੀ ਜਾ ਸਕੇ। ਸੋ ਕਾਨੂੰਨ ਸੰਬੰਧੀ ਜੋ ਵੀ ਪੇਚੀਦਾ ਮਾਮਲੇ ਨੇ ਉਹਦੇ ਬਾਰੇ ਜਾਣਕਾਰੀ ਦੇਣ ਲਈ, ਜਾਂ ਫਿਰ ਐਨਆਰਆਈਜ਼ ਨੂੰ ਜੋ ਕਾਨੂੰਨ ਸੰਬੰਧੀ ਜੋ ਅੜਚਨਾਂ ਆ ਰਹੀਆਂ ਨੇ ਉਹਦੇ ਬਾਰੇ ਜਾਗਰੂਕ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭਾਰਤ ਤੋਂ ਐਡਵੋਕੇਟ ਸੁਨੀਲ ਮਲਹਨ। ਸਵਾਗਤ ਹੈ ਸਰ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਤੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਠਾਕ। ਸੁਨੀਲ ਜੀ, ਇਹ ਆਪਣਾ ਦੋਵਾਂ ਦਾ ਮੇਰੇ ਖਿਆਲ ਚ ਫਸਟ ਐਪੀਸੋਡ ਹੈ ਕਿ ਆਪਾਂ ਅੱਜ ਜਿਹੜਾ ਐਪੀਸੋਡ ਕਰਨ ਲੱਗੇ ਹਾਂ, ਕਿਉਂਕਿ ਐਨਆਰਆਈਜ਼ ਦੀ ਵੀ ਲੰਬੇ ਚਿਰਾਂ ਤੋਂ ਮੰਗ ਸੀ, ਸਾਨੂੰ ਵੀ ਕਈ ਵਾਰ ਕਾਲਸ ਆਉਂਦੀਆਂ ਸੀ ਵੀ ਕੋਈ ਐਵੇਂ ਦਾ ਪ੍ਰੋਗਰਾਮ ਸਟਾਰਟ ਕਰੋ ਜਿਹਦੇ ਵਿੱਚ ਉਹਨਾਂ ਨੂੰ ਥੋੜੀ ਬਹੁਤ ਅਜਿਹੀ ਜਾਣਕਾਰੀ ਮਿਲ ਸਕੇ, ਕਿਉਂਕਿ ਬਹੁਤ ਸਾਰੇ ਐਨਆਰਆਈਜ਼ ਅਜਿਹੇ ਨੇ ਜਿਹੜੇ ਪਿੱਛੇ ਕੁਝ ਕੋਰਟ ਕਚਹਿਰੀ ਦੇ ਚੱਕਰਾਂ ਦੇ ਵਿੱਚ ਇੰਨਾ ਕੁ ਬਿਜ਼ੀ ਰਹਿੰਦੇ ਨੇ ਕਿ ਇੱਥੇ ਉਹਨਾਂ ਦਾ ਕੰਮਕਾਰ ਬਹੁਤ ਪ੍ਰਭਾਵਿਤ ਹੁੰਦਾ। ਜੀ ਜੀ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਸਮਾਂ ਦੇ ਰਹੇ ਹੋ ਤੇ ਇਸ ਬਾਰੇ ਸਾਡੇ ਐਨਆਰਆਈਜ਼ ਨੂੰ ਵੀ ਜਾਗਰੂਕ ਕਰ ਰਹੇ ਹੋ। ਸੋ ਅੱਜ ਦਾ ਜਿਹੜਾ ਮੁੱਦਾ ਹੈ ਖਾਸ ਤੌਰ ਤੇ ਆਪਾਂ ਗੱਲ ਕਰਨ ਲੱਗੇ ਹਾਂ ਜਿਹੜੇ ਵਿਦੇਸ਼ਾਂ ਵਿੱਚ ਐਨਆਰਆਈਜ਼ ਨੇ, ਉਹ ਇੱਥੇ ਵਿਦੇਸ਼ਾਂ ਵਿੱਚ ਬੈਠ ਕੇ ਵੀ ਕੀ ਭਾਰਤ ਵਿੱਚ ਆਪਣੇ ਮੁਕੱਦਮੇ ਲੜ ਸਕਦੇ ਨੇ? ਡੈਫੀਨੇਟਲੀ ਮੈਮ, ਬੜੀ ਕਲੀਅਰ ਗੱਲ ਹੈ। ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਜਿਹੜੇ ਵੀ ਮੁਲਕ 'ਚ ਬੈਠੇ ਹੋ, ਜ਼ਰੂਰੀ ਨਹੀਂ ਇੰਡੀਆ 'ਚ ਹੋ, ਉੱਥੇ ਬੈਠ ਕੇ ਵੀ ਤੁਸੀਂ ਇੰਡੀਆ ਦਾ ਮੁਕੱਦਮਾ ਲੜ ਸਕਦੇ ਹੋ। ਉਹਦੇ ਲਈ ਸਾਡੇ ਐਨਆਰਆਈ ਭੈਣ ਭਰਾਵਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੁਕੱਦਮੇ ਦੀ ਕਿਸਮ ਕਿੰਨੀ ਤਰ੍ਹਾਂ ਦੀ ਹੁੰਦੀ, ਕਿੰਨੀ ਤਰ੍ਹਾਂ ਦਾ ਮੁਕੱਦਮਾ ਹੁੰਦਾ ਹੈ ਜਿਹੜਾ ਕਿਸੇ ਦੇ ਅਗੇਂਸਟ ਜਾਂ ਕਿਸੇ ਵੱਲੋਂ ਪਾਇਆ ਜਾ ਸਕਦਾ ਹੈ। ਸੋ ਮੋਟੀ ਮੈਂ ਗੱਲ ਕਰਾਂ, ਦੋ ਤਰ੍ਹਾਂ ਦੇ ਮੁਕੱਦਮੇ ਹੁੰਦੇ ਨੇ। ਇੱਕ ਮੁਕੱਦਮਾ ਹੁੰਦਾ ਸਿਵਲ, ਜਿਹਨੂੰ ਆਪਾਂ ਕਹਿੰਦੇ ਦੀਵਾਨੀ ਦਾਵਾ। ਦੂਜਾ ਹੁੰਦਾ ਕ੍ਰਿਮੀਨਲ, ਜਿਹਨੂੰ ਕਹਿੰਦੇ ਫੌਜਦਾਰੀ ਮੁਕੱਦਮਾ। ਜਿਹੜਾ ਫੌਜਦਾਰੀ ਮੁਕੱਦਮਾ ਹੁੰਦਾ ਉਹਦੇ 'ਚ ਪਹਿਲਾਂ ਜ਼ਮਾਨਤ ਕਰਾਉਣੀ ਪੈਂਦੀ ਹੈ ਜਿਹਦੇ ਖਿਲਾਫ ਦਰਜ ਹੋ ਜੇ, ਤੇ ਜਿਹੜਾ ਦੀਵਾਨੀ ਹੁੰਦਾ ਉਹਦੇ ਵਿੱਚ ਕੋਈ ਜ਼ਮਾਨਤ ਨਹੀਂ ਕਰਾਉਣੀ ਪੈਂਦੀ। ਉਹਦੇ ਆਊਟਕਮ ਹੈ, ਉਹਦੇ 'ਚ ਆਪਾਂ ਗਵਾਹੀਆਂ ਕਰਾਉਂਦੇ ਕੀ ਕਰਾਉਂਦੇ। ਸੋ ਦੋਨਾਂ ਦੀ ਮੈਂ ਕਿਸਮ ਸਮਝਾਉਣਾ ਤੇ ਦੋਨਾਂ ਦੇ ਅੱਗੋਂ ਪ੍ਰੋਸੀਜਰ ਵੀ ਸਮਝਾਉਂਦੇ ਆਪਾਂ ਇਸ ਪ੍ਰੋਗਰਾਮ 'ਚ, ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ। ਜੀ ਜੀ ਬਿਲਕੁਲ ਸਰ, ਤੁਸੀਂ ਦੋਵਾਂ ਦੇ ਪ੍ਰੋਸੀਜਰਸ ਦੀ ਗੱਲ ਕੀਤੀ ਆ। ਜ਼ਿਆਦਾਤਰ ਜਿਵੇਂ ਤੁਹਾਡੇ ਕੋਲ ਐਨਆਰਆਈਜ਼ ਆਉਂਦੇ ਨੇ, ਕਿਹੜੇ ਮਾਮਲਿਆਂ ਦੇ ਵਿੱਚ ਸਿਵਲ ਜਾਂ ਫਿਰ ਕ੍ਰਿਮੀਨਲ, ਕਿਹੜੇ ਮਾਮਲਿਆਂ ਵਿੱਚ ਜ਼ਿਆਦਾਤਰ ਉਹ ਸ਼ਾਮਲ ਪਾਏ ਜਾਂਦੇ ਨੇ? ਦੇਖੋ ਜੀ, ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਮੈਂ ਮੰਨ ਲਓ ਭਾਰਤੀ ਰਿਸ਼ਤੇਦਾਰ ਹਾਂ ਆਪਣੇ ਕਿਸੇ ਐਨਆਰਆਈ ਭੈਣ ਭਰਾ, ਕਿਸੇ ਵੀ ਰਿਸ਼ਤੇਦਾਰ ਦਾ, ਤੇ ਸਭ ਤੋਂ ਜ਼ਿਆਦਾ ਇਸ ਵੇਲੇ 99% ਕੇਸਾਂ 'ਚ ਦੇਖਿਆ ਗਿਆ ਕਿ ਮੇਰੀ ਨੀਤ ਖਰਾਬ ਹੋ ਚੁੱਕੀ ਹੈ। ਯੈਸ, ਇਹ ਸੱਚਾਈ ਹੈ। ਉਹ ਇਸ ਕਰਕੇ ਕਿਉਂਕਿ ਮੇਰਾ ਭਰਾ ਬਾਹਰ ਰਹਿੰਦਾ ਹੈ ਤੇ ਉਹਦੇ ਕੋਲ ਇੰਡੀਆ ਆਉਣ ਦਾ ਟਾਈਮ ਹੈ ਨਹੀਂ। ਔਰ ਜ਼ਿਆਦਾਤਰ ਅੱਜ ਕੱਲ੍ਹ ਸਾਡੇ ਇੰਡੀਆ ਦੇ ਭੈਣ ਭਰਾ, ਆਂਢੀ ਗੁਆਂਢੀ, ਰਿਸ਼ਤੇਦਾਰ, ਉਹ ਇਹ ਸੋਚਦੇ ਨੇ ਕਿ ਇਹ ਬੰਦੇ ਨੂੰ ਜੇ ਬਾਹਰੋਂ ਆਇਆ ਤੇ ਇਹਦੇ ਤੇ ਕੋਈ ਨਾ ਕੋਈ ਝੂਠਾ ਮੁਕੱਦਮਾ ਬਣਾ ਦਈਏ, ਔਰ ਜਦੋਂ ਉਹ ਝੂਠਾ ਮੁਕੱਦਮਾ ਬਣਾ ਦਾਂਗਾ ਬਾਹਰ ਨੂੰ ਭੱਜੇਗਾ ਤੇ ਇੰਡੀਆ ਜਿਹਦੀ ਕਾਰਵਾਈ ਕਰਨ ਵਾਲਾ ਕੋਈ ਨਹੀਂ ਹੋਏਗਾ ਤੇ ਅਸੀਂ ਕੇਸ ਜਿੱਤ ਜਾਵਾਂਗੇ। ਉਸ ਵੇਲੇ ਉਹਨਾਂ ਵੱਲੋਂ ਕੋਈ ਝੂਠੇ ਸੱਜੇ ਗਵਾਹ ਭੁਗਤਾ ਕੇ ਕੇਸ ਜਿੱਤ ਲਿਆ। ਔਰ ਮੈਂ ਇੱਕ ਹੋਰ ਬੜੀ ਸ਼ਰਮਨਾਕ ਗੱਲ ਦੱਸਣੀ ਚਾਹੂੰਗਾ ਕਿ ਈਵਨ ਜਿਹੜੇ ਸਾਡੇ ਲੋਕਲ ਸੋ ਕਾਲਡ ਸੰਤਰੀ ਮੰਤਰੀ ਨੇ, ਉਹ ਵੀ ਕਹਿੰਦੇ ਨੇ ਕਿ ਸਾਨੂੰ ਇਹਦੀ ਲੋੜ ਹੈ, ਜਿਹੜਾ ਲੋਕਲ ਬੰਦਾ ਇੰਡੀਆ 'ਚ, ਵੋਟ ਬੈਂਕ ਮੇਰਾ ਇਹ ਹੈ, ਇਹਨੇ ਮੈਨੂੰ ਪਾਣੀ, ਐਨਆਰਆਈ ਨੂੰ ਆਪਾਂ ਧਿਆਨ ਦੇ ਕੇ ਕਿਆ ਕਰਾਂਗੇ। ਸੋ ਉਹਨਾਂ ਦੀ ਮਦਦ ਟੈਕਨੀਕਲੀ ਨਹੀਂ ਹੋ ਪਾਉਂਦੀ। ਇਹ ਸ਼ੁਰੂਆਤ ਕਿੱਥੋਂ ਹੁੰਦੀ?
ਗੱਲ ਕਰਨੀ, ਸ਼ੁਰੂਆਤ ਕਿੱਥੋਂ ਹੁੰਦੀ ਹੈ? ਸ਼ੁਰੂਆਤ ਕਿੱਥੋਂ ਹੁੰਦੀ ਹੈ? ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਮੈਂ ਵੀ ਇੱਕ ਗਰੀਬ ਪਰਿਵਾਰ ਚੋਂ ਸੀ, ਮੇਰਾ ਭਰਾ ਵੀ ਗਰੀਬ ਪਰਿਵਾਰ ਚੋਂ ਸੀ। ਕਿਸੇ ਤਰੀਕੇ ਗਰੀਬ ਦੋਵਾਂ ਨੇ ਰਲ ਮਿਲ ਕੇ, ਜਾਂ ਇੱਕ ਭਰਾ ਨੇ ਹਿੰਮਤ ਕਰਕੇ ਸੜਕਾਂ ਤੇ ਧੱਕੇ ਖਾ ਕੇ, ਡੋਂਗੀ ਲਵਾ, ਕਿਸੇ ਤਰੀਕੇ, ਅੱਜ ਤੋਂ 20 ਸਾਲ 25 ਸਾਲ ਪੁਰਾਣੀ ਗੱਲ ਦੱਸ, ਅਮਰੀਕਾ, ਕੈਨੇਡਾ, ਜਰਮਨੀ, ਇੰਗਲੈਂਡ, ਜਿਹੜੇ ਵੀ ਪੁਰਤਗਾਲ, ਮਲੇਸ਼ੀਆ, ਇਹੋ ਜਿਹੇ ਮੁਲਕਾਂ 'ਚ ਪਹੁੰਚ ਗਏ। ਬਿਲਕੁਲ। ਪਹੁੰਚ ਕੇ ਕਿਸੇ ਨਾ ਕਿਸੇ ਤਰੀਕੇ, ਚਾਹੇ ਵਿਆਹ ਕਰਾ ਕੇ, ਚਾਹੇ ਕੋਈ ਵੀ ਰਸਤਾ ਲੱਭ ਕੇ, ਉਹ ਵਿਚਾਰੇ 2-3-4 ਸਾਲਾਂ 'ਚ ਪੱਕੇ ਹੋ ਗਏ। ਪੱਕੇ ਹੋਣ ਤੋਂ ਬਾਅਦ ਉਹਨਾਂ ਨੂੰ ਇਹੋ ਫਿਕਰ ਰਿਹਾ ਕਿ ਮੇਰਾ ਪਿਛੋਕੜ ਬਹੁਤ ਮਾੜਾ ਹੈ, ਬਈ ਘਰ ਦੇ ਬਹੁਤ ਔਖੇ ਗੁਜ਼ਾਰੇ ਕੀਤੇ ਨੇ। ਉਹ ਫਿਰ ਉੱਥੇ ਜਦੋਂ ਕੱਚੇ ਹੁੰਦੇ ਨੇ ਤੇ ਉੱਥੋਂ ਉਹ 2 ਨੰਬਰ 'ਚ ਪੈਸਾ ਭੇਜਣਾ ਸ਼ੁਰੂ ਕਰਦੇ ਆ, ਹਵਾਲਾ ਦੇ ਥਰੂ। ਉਹ ਕਿਸੇ ਨੂੰ ਮੇਰਾ $1000 ਘਰ ਫੜਾ ਦੀ, ਕਿਸੇ ਨੂੰ ਕਹਿੰਦੇ $2000 ਘਰ ਫੜਾ ਦੀ। ਤੇ ਉਹ ਜਦੋਂ ਪੈਸੇ ਫੜਾਉਣ ਆਉਂਦੇ ਨੇ, ਉਸ ਪੈਸੇ ਨਾਲ ਜ਼ਮੀਨਾਂ ਵੀ ਖਰੀਦੀਆਂ ਜਾਂਦੀਆਂ, ਸਭ ਕੁਝ ਹੁੰਦਾ ਹੈ। ਤੇ ਜ਼ਮੀਨਾਂ ਇੰਡੀਅਨ ਭੈਣ ਭਰਾ ਆਪਣੇ ਨਾਂ ਤੇ ਖਰੀਦਣੀ ਸ਼ੁਰੂ ਕਰ ਦਿੰਦੇ ਨੇ, ਜਾਂ ਮਾਂ-ਬਾਪ ਖਰੀਦਣੀ ਸ਼ੁਰੂ ਕਰ ਦਿੰਦੇ ਨੇ। ਉਦੋਂ ਤੱਕ 20-25 ਸਾਲਾਂ ਤੱਕ ਬਾਹਰ ਗਏ ਭੈਣ ਭਰਾ ਦੀ ਬੱਚੇ ਜਵਾਨ ਹੁੰਦੇ, ਪੈਸੇ ਦੀ ਲੋੜ ਪੈਂਦੀ ਹੈ, ਉਸ ਵੇਲੇ ਉਹਨੂੰ ਉਹ ਪੈਸਾ ਨਹੀਂ ਦਿੱਤਾ ਜਾਂਦਾ। ਉਦੋਂ ਨੀਤ ਮਾੜੀ ਹੋ ਜਾਂਦੀ ਹੈ, ਔਰ ਪੈਸੇ ਖੋਹਣ ਦੀ ਤਿਆਰੀ, ਔਰ ਇੰਨਾ ਸਵੇਦ ਹੋ ਜਾਂਦਾ ਕਿ ਉਸ ਭੈਣ ਭਰਾ ਨੂੰ ਤੰਗ ਕੀਤਾ ਜਾਂਦਾ ਹੈ, ਤਾਂ ਕਿ ਉਹ ਪੈਸੇ ਆਪਣਾ ਹਿਸਾਬ ਮੰਗੇ ਹੀ ਨਾ। ਮਾਂ-ਬਾਪ ਕੋਲ ਕਾਗਜ਼ਾਂ ਦੇ ਗਲਤ ਕਾਗਜ਼ ਤਿਆਰ ਕਰਕੇ ਅੰਗੂਠੇ ਲਵਾ ਲਏ ਜਾਂਦੇ ਨੇ, ਔਰ ਉਹਦੇ ਤੇ ਝੂਠੀਆਂ ਗਵਾਹੀਆਂ ਪੈ ਜਾਂਦੀਆਂ, ਜਿਹੜਾ ਈਵਨ ਮਾਂ ਪਿਓ ਦੀ ਡੈਥ ਕਿਸੇ ਵੇਲੇ ਆਪਣੇ ਬੱਚਿਆਂ ਨੂੰ ਵੀ, ਉਹਨਾਂ ਦੇ ਬਾਹਰ ਬੈਠੇ ਬੱਚਿਆਂ ਨੂੰ ਵੀ ਇਨਫੋਰਮ ਨਹੀਂ ਕੀਤੀ ਜਾਂਦੀ, ਤਾਂ ਜੇ ਟਾਈਮ ਸਿਰ ਆ ਗਿਆ ਤੇ ਇਹਨੂੰ ਕੋਈ ਗੱਲ ਪਤਾ ਨਾ ਲੱਗ ਜੇ। ਸੋ ਮਤਲਬ ਨੀਅਤ ਮਾੜੀ ਹੋਣ ਕਰਕੇ ਝੂਠੇ ਸੱਚੇ ਕੇਸ ਬਣਾ ਕੇ ਪਾ ਦਿੱਤੇ ਜਾਂਦੇ ਨੇ, ਔਰ ਜ਼ਿਆਦਾਤਰ ਇਹ ਕੰਮ ਪ੍ਰਾਪਰਟੀ ਹੜੱਪਣ ਕਰਕੇ ਕੀਤਾ ਜਾਂਦਾ, ਕਿ ਜਿਹੜੀ ਵੀ ਪ੍ਰਾਪਰਟੀ ਬਣਾਈ ਗਈ ਹੈ। ਬਹੁਤ ਜਲਦੀ ਆਪਾਂ ਆਪਣੇ ਇਸ ਸ਼ੋਅ 'ਚ ਇੱਕ ਸੱਜਣ ਲੈ ਕੇ ਆਵਾਂਗੇ, ਜਿਹੜੇ ਇਸ ਵੇਲੇ ਜਰਮਨ ਮੂਲ, ਮਤਲਬ ਇੰਡੀਅਨ ਮੂਲ ਦੇ ਨੇ, ਜਰਮਨੀ ਸੈਟਲ ਹੋਏ, ਉਸ ਤੋਂ ਬਾਅਦ ਸੈਟਲ ਨੇ, ਔਰ ਉਹਨਾਂ ਨੇ ਇੰਡੀਆ 'ਚ ਆ ਕੇ ਆਪਣੀ ਫੈਮਿਲੀ ਨੂੰ ਇਸ ਤਰ੍ਹਾਂ ਹੀ ਉੱਪਰ ਚੁੱਕਿਆ, ਇੱਥੇ ਫੈਕਟਰੀਆਂ ਲਗਾਈਆਂ, ਜ਼ਮੀਨ ਫੈਕਟਰੀਆਂ ਹੜੱਪਣ ਲਈ ਉਹਨਾਂ ਦੇ ਝੂਠੇ ਚੈੱਕ ਬਣਾ ਕੇ, ਚੈੱਕ ਬਾਉਂਸਿੰਗ ਦੇ ਕੇਸ 'ਚ ਜੇਲ੍ਹ ਭੇਜਿਆ ਗਿਆ। ਫਿਰ ਬਾਹਰ ਮਰਡਰ ਹੁੰਦਾ ਹੈ, ਉਹਨਾਂ ਨੂੰ ਮਰਡਰ ਦੇ ਚਾਰਜ ਫਸਾ ਦਿੱਤਾ ਜਾਂਦਾ ਹੈ, 5.5 ਸਾਲ ਕੱਟਦੇ ਨੇ। ਉਸ ਤੋਂ ਬਾਅਦ ਅੱਜ ਉਹਨਾਂ ਦਾ ਕੇਸ ਲੜ ਰਿਹਾ, ਔਰ ਬਹੁਤ ਜਲਦੀ ਕੇਸ ਜਦੋਂ ਸਾਹਮਣੇ ਆਏਗਾ, ਔਰ ਪਬਲਿਕ ਨੂੰ ਦੱਸਾਂਗੇ ਅਸੀਂ, ਉਹ ਰਿਜ਼ਲਟ ਭਾਜੀ ਨਾਲ ਬੈਠਣਗੇ ਔਰ ਦੱਸਾਂਗੇ ਕੁਛ ਹੋਇਆ ਉਹਨਾਂ ਨਾਲ। ਜੀ ਸੁਨੀਲ ਜੀ, ਜਿਵੇਂ ਤੁਸੀਂ ਕਿਹਾ ਕਿ 99.9% ਜਿਹੜੇ ਮਾਮਲੇ ਹੁੰਦੇ ਆ ਪ੍ਰਾਪਰਟੀ ਨਾਲ ਸੰਬੰਧਿਤ ਹੁੰਦੇ ਆ, ਮੇਰਾ ਇੱਥੇ ਇੱਕ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਕਿ ਜਿਹੜੀ ਜੱਦੀ ਜਾਇਦਾਦ ਹੁੰਦੀ ਹੈ, ਜੇਕਰ ਕੋਈ MRI ਆ, ਉਹਦੇ ਭੈਣ ਭਰਾ ਨੇ ਪਿੱਛੇ ਭਾਰਤ ਦੇ ਵਿੱਚ ਤੇ ਪੇਰੈਂਟਸ ਨਹੀਂ ਰਹੇ, ਤੇ ਨਾ ਹੀ ਕੋਈ ਉਹ ਪਾਵਰ ਆਫ ਅਟਰਨੀ ਕਿਸੇ ਇੱਕ ਵੱਡੇ ਬੱਚੇ ਦੇ ਨਾਮ ਉੱਥੇ ਕਰ ਚੁੱਕੇ ਨੇ ਕਿ ਤੁਸੀਂ ਇਹ ਸਾਰਾ ਕੁਝ ਸੰਭਾਲ ਸਕਦੇ ਹੋ, ਇੱਕ ਵਿਦੇਸ਼ ਵਿੱਚ ਬੈਠਾ ਕਿ ਉਹ ਇੱਥੇ ਆ ਕੇ ਕਿੱਥੋਂ ਇਹਨਾਂ ਮਾਮਲਿਆਂ ਦੇ ਵਿੱਚ ਪਏਗਾ। ਜਦੋਂ ਅਜਿਹਾ ਕੋਈ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਹੈ, ਤੇ ਅਜਿਹੇ ਮਾਮਲਿਆਂ ਵਿੱਚ ਕੀ ਵਿਦੇਸ਼ ਵਿੱਚ ਬੈਠਾ ਧੀ ਜਾਂ ਪੁੱਤ ਉਸ ਜੱਦੀ ਜਾਇਦਾਦ ਦੇ ਵਿੱਚ ਕੋਈ ਆਪਣਾ ਹਿੱਸਾ ਲੈ ਸਕਦਾ ਹੈ, ਜੇਕਰ ਪਾਵਰ ਆਫ ਅਟਰਨੀ ਕਿਸੇ ਇੱਕ ਵੱਡੇ ਭੈਣ ਭਰਾ ਦੇ ਕੋਲੇ ਹੋਵੇ? ਡੈਫੀਨੇਟਲੀ ਜੀ, ਜਦੋਂ ਇੱਕੋ ਬੱਚੇ ਕੋਲ ਕੋਈ ਪਾਵਰ ਅਟਾਰਨੀ ਜਾਂ ਕਿਸੇ ਕਿਸਮ ਦਾ ਵਸੀਅਤ ਵੀ ਹੋਵੇ, ਤੇ ਵਸੀਅਤ ਵੀ ਚੈਲੰਜ ਹੋ ਜਾਂਦੀ ਹੈ। ਪਾਵਰ ਅਟਾਰਨੀ ਦੀ ਮੈਂ ਜਿੱਥੋਂ ਤੱਕ ਗੱਲ ਕਰਾਂ, ਜੇ ਮਾਂ ਪਿਓ ਨੇ ਦਿੱਤੀ ਵੀ ਹੋਈ ਹੈ, ਤੇ ਪਾਵਰ ਆਫ ਅਟਾਰਨੀ ਉਹ ਇੰਸਟਰੂਮੈਂਟ ਹੈ ਜਿਹੜਾ, ਜੇ ਮੈਂ ਜਿੰਦਿਆਂ ਜੀ ਮੈਂ ਤੁਹਾਨੂੰ ਦਿੱਤਾ, ਮੰਨ ਲਓ ਰਾਈਟ, ਬਿਲਕੁਲ, ਜੇ ਮੇਰੀ ਡੈਥ ਹੋ ਜਾਂਦੀ ਹੈ ਤੇ ਉਹ ਡਾਕੂਮੈਂਟ ਨਲ ਐਂਡ ਵੋਇਡ ਹੈ। ਪਾਵਰ ਅਟਾਰਨੀ ਉਦੋਂ ਤੱਕ ਇਨ ਫੋਰਸ ਹੈ ਜਦ ਤੱਕ ਮੈਂ ਜਿੰਦਾ ਵਾਂ। ਮੂਵਮੈਂਟ ਆਈ ਡਾਈ, ਪਾਵਰ ਅਟਾਰਨੀ ਦੀ ਵੈਲਿਊ ਖਤਮ ਹੈ, ਪਹਿਲੀ ਗੱਲ। ਉਸ ਤੋਂ ਬਾਅਦ ਵਸੀਅਤ ਚਾਲੂ ਹੁੰਦੀ ਹੈ, ਤੇ ਵਸੀਅਤ ਦੇ ਵੀ ਕੰਟੈਂਟ ਦੇਖਣੇ ਪੈਂਦੇ ਨੇ ਕਿ ਵਸੀਅਤ ਕਿੰਨਾ ਹਾਲਾਤਾਂ 'ਚ ਕੀਤੀ ਗਈ, ਚੈਲੰਜ ਵੀ ਹੁੰਦੀ ਹੈ, ਖਾਰਜ ਵੀ ਹੁੰਦੀ ਹੈ। ਔਰ ਮੈਂ ਇੱਥੇ ਆਪਣੇ ਭੈਣ ਭਰਾਵਾਂ ਨੂੰ, ਜਿਹੜੇ ਵੀ NRI ਵੀਰ ਭੈਣ ਭਰਾ, ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਤੁਹਾਡੇ ਫੈਮਿਲੀ 'ਚ ਡੈਥ ਹੋਵੇ, ਤੁਹਾਡੇ ਵੀ ਕਿਸੇ ਬਜ਼ੁਰਗ ਦੀ ਔਰ ਉਹਨਾਂ ਦੀ ਪ੍ਰਾਪਰਟੀ ਹੋਵੇ, ਇਸ ਤੋਂ ਪਹਿਲਾਂ ਕਿ ਉਹ ਜਾ ਕੇ ਸਾਰੀ ਹੜੱਪ ਲਵੇ ਤੇ ਆਪਣੇ ਨਾਂ ਤੇ ਕਰਾ ਲਵੇ, ਤੁਹਾਨੂੰ ਇਮੀਡੀਏਟਲੀ ਉਹਦੇ ਡਾਕੂਮੈਂਟ ਫੋਟੋਕਾਪੀ ਲੈ ਕੇ ਨਾਲ ਕਿਸੇ ਵੀ ਐਡਵੋਕੇਟ ਕੋਲੋਂ ਕੰਸਰਨਡ ਡਿਪਾਰਟਮੈਂਟ ਜਿੱਥੇ ਪਟਵਾਰੀ ਹੁੰਦਾ ਹੈ, ਉੱਥੇ ਆਪਣੀ ਟ੍ਰਾਂਸਫਰ ਅਪਲਾਈ ਕਰਨੀ। ਟ੍ਰਾਂਸਫਰ ਦੇ ਪੇਪਰ ਕਿਸੇ ਵੀ ਐਡਵੋਕੇਟ ਦੇ ਥਰੂ ਤਿਆਰ ਹੋ ਕੇ ਜਮ੍ਹਾਂ ਕਰਾਏ ਜਾ ਸਕਦੇ ਨੇ। ਔਰ ਉਹਦੇ ਵਿੱਚ ਇੱਕ ਗੱਲ ਮੈਂ ਦੱਸਾਂਗਾ, ਜਿੱਥੇ ਭੈਣ ਭਰਾ ਸਾਡੇ ਗਲਤੀ ਕਰਦੇ ਨੇ, ਤੁਸੀਂ ਮਤਲਬ ਤੁਹਾਡੇ ਫਾਦਰ ਦੀ ਡੈਥ ਹੋਈ ਹੈ, ਉਸ ਤੋਂ ਬਾਅਦ ਤੁਹਾਡੇ ਮੰਮੀ ਜਿੰਦਾ ਨੇ, 4 ਭੈਣ ਤੁਸੀਂ ਜਿੰਦਾ ਹੋ, ਔਰ ਤੁਹਾਡੇ ਕੋਲ
ਤੁਹਾਨੂੰ ਉਹਨਾਂ ਦਾ ਐਡਰੈਸ ਨਹੀਂ ਪਤਾ ਉਹ ਕਿੱਥੇ ਰਹਿੰਦੇ ਨੇ। ਹੂੰ ਸੋ ਤੁਸੀਂ ਕੀ ਕਰਨਾ ਹੈ, ਤੁਸੀਂ ਆਪਣਾ ਇਹ ਲਿਖਣਾ ਕਿ ਮੇਰੇ ਫਾਦਰ, ਉਹਨਾਂ ਦਾ ਨਾਂ ਇਹ, ਉਹਨਾਂ ਦੇ ਕੋਈ ਵਾਈਫ ਦਾ ਨਾਮ ਇਹ, ਉਹਨਾਂ ਦੇ ਕੋਲ 4 ਬੱਚੇ, 2 ਮੁੰਡੇ 2 ਕੁੜੀਆਂ ਜੋ ਵੀ ਨੇ, ਉਹਨਾਂ ਦਾ ਪੂਰਾ ਨਾਮ, ਉਹਨਾਂ ਦੀ ਜੋ ਡੇਟ ਆਫ ਬਰਥ ਤੁਹਾਨੂੰ ਪਤਾ ਹੋਏਗੀ ਜਾਂ ਸਨ ਯਾਦ ਹੋਏਗਾ, ਤਾਂ ਤੁਸੀਂ ਡਿਕਲੇਅਰ ਕਰਨਾ। ਉਹਦੇ ਥੱਲੇ ਐਡਰੈਸ ਦੀ ਥਾਂ ਤੇ ਲਿਖੋ ਕਿ ਲਾਸਟ ਨੋਨ ਐਡਰੈਸ, ਜਦੋਂ ਆਖਰੀ ਮਿਲਿਆ ਸੀ ਮੈਨੂੰ ਕਿਹੜਾ ਐਡਰੈਸ ਪਤਾ ਹੈ, ਉਹ ਹੈ। ਠੀਕ ਹੈ ਜੀ। ਤੇ ਉਹਨਾਂ ਦਾ ਕੋਈ ਫੋਨ ਨੰਬਰ ਹੈਗਾ ਤੇ ਉਹ ਪਾ ਦਿਓ। ਤੇ ਜਦੋਂ ਸਾਡਾ ਕੋਈ ਭੈਣ ਭਰਾ ਝੂਠਾ ਐਫੀਡੇਵਿਟ ਦੇ ਦਿੰਦਾ ਹੈ 2 ਭੈਣ ਭਰਾਵਾਂ ਨੂੰ ਜਾਂ 2 ਭੈਣਾਂ ਨੂੰ ਡਿਕਲੇਅਰ ਨਹੀਂ ਕਰਦਾ, ਉਹਦੇ ਤੇ FIR ਹੋ ਸਕਦੀ ਹੈ, ਉਹਦੇ ਤੇ ਪਰਚਾ ਹੋ ਸਕਦਾ ਹੈ ਝੂਠੀ ਸੂਚਨਾ ਦੇਣ ਦਾ। ਸੋ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਹ ਸਮਝਾਵਾਂਗਾ ਕਿ ਜਦੋਂ ਵੀ ਤੁਸੀਂ ਆਪਣੀ ਪ੍ਰਾਪਰਟੀ ਟ੍ਰਾਂਸਫਰ ਅਪਲਾਈ ਕਰਨੀ ਹੈ, ਜਾਂ ਤੇ ਤੁਹਾਡੀ ਵਸੀਅਤ ਹੈਗੀ ਹੈ ਤੇ ਵਸੀਅਤ ਦੇ ਹਿਸਾਬ ਨਾਲ ਕਰੋ, ਪਰ ਜਦੋਂ ਤੁਸੀਂ ਆਪਣਾ ਕਲੇਮ ਕਰਨਾ ਹੈ ਉਹਦੇ ਵਿੱਚ ਆਪਣਾ ਰਿਸ਼ਤੇਦਾਰ ਡਿਕਲੇਅਰ ਕਰੋ, ਪਰ ਵਸੀਅਤ ਦੇ ਹਿਸਾਬ ਨਾਲ ਲਿਖੋ ਕਿ ਮੈਂ ਇਕੱਲਾ ਵਾਰਸ ਹਾਂ। ਉਸ ਹਿਸਾਬ ਨਾਲ ਮੰਨ ਲਓ ਤੁਹਾਡਾ ਕੋਈ ਭੈਣ ਭਰਾ ਲਾਪਤਾ ਹੈ, ਜਿੱਦਾਂ ਸੀ ਪਰ ਲਾਪਤਾ ਹੋ ਗਿਆ, ਪਤਾ ਨਹੀਂ, ਤੇ ਜਾਂ ਤੇ ਉਹਦੀ 7 ਸਾਲ ਬਾਅਦ ਉਹਦੀ ਰਿਪੋਰਟ ਲੈ ਲਓ, ਅਨਟ੍ਰੇਸੇਬਲ ਰਿਪੋਰਟ ਜਿਹਨੂੰ ਕਹਿੰਦੇ ਆ, ਆਪਾਂ ਉਹ ਰਿਪੋਰਟ ਲੈ ਲਵੋ। ਜੇ ਉਹ ਰਿਪੋਰਟ ਤੁਹਾਨੂੰ ਨਹੀਂ ਮਿਲਦੀ ਤਾਂ ਘੱਟੋ ਘੱਟ ਉਹਦਾ ਜ਼ਿਕਰ ਕਰਕੇ ਥੱਲੇ ਲਿਖੋ ਕਿ ਇੰਨੀ ਤਰੀਕ ਤੋਂ ਲਾਪਤਾ ਹੈ। ਜੇ ਕਿਸੇ ਕੇਸ ਚੋਂ PO ਹੈ ਤੇ ਉਹਦੇ ਬਾਰੇ ਜ਼ਰੂਰ ਲਿਖੋ, ਮਤਲਬ ਛੁਪਾਣਾ ਨਹੀਂ, ਬਿਲਕੁਲ ਨਹੀਂ ਛੁਪਾਣਾ। ਔਰ ਜੇ ਕਿਸੇ ਭੈਣ ਡੈਥ ਹੋ ਚੁੱਕੀ ਹੈ ਤੇ ਉਹਦੇ ਅੱਗੋਂ ਵਾਰਸ ਜਿੰਦਾ ਨੇ, ਤੇ ਤੁਸੀਂ ਉਹਨਾਂ ਬਾਰੇ ਜ਼ਿਕਰ ਕਰੋਗੇ ਕਿ ਉਹਨਾਂ ਦੇ ਵਾਰਸ ਆ ਨੇ, ਐਸ ਏ ਦੀ ਡੈਥ ਹੋ ਚੁੱਕੀ, ਉਹਦੇ ਹਸਬੈਂਡ ਜਾਂ ਆ ਵਾਈਫ ਤੇ ਆ 2 ਬੱਚੇ ਨੇ, ਤੇ ਦੱਸਣਾ ਪਏਗਾ ਤੁਹਾਨੂੰ, ਉਦਾਂ ਨਹੀਂ ਤਾਂ ਤੁਹਾਡਾ ਗਲਤ ਹੋ ਜਾਏਗਾ ਮਾਮਲਾ। ਜੀ ਸਰ, ਜਿਵੇਂ ਤੁਸੀਂ ਇਹਦੀ ਗੱਲ ਕੀਤੀ ਹੈ ਇਸ ਵਕਤ ਪਾਵਰ ਆਫ ਅਟਰਨੀ ਦੀ, ਜਿਹਦੇ ਵਿੱਚ ਏਦਾਂ ਆ ਕਿ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਨੇ ਕਿ 2 ਭਰਾ ਨੇ ਤਾਂ ਉਹਦੇ ਵਿੱਚੋਂ ਇੱਕ ਭਰਾ NRI ਬਾਹਰ ਆ ਗਿਆ ਤੇ ਦੂਜੇ ਭਰਾ ਨੇ ਸਾਰਾ ਕੁਝ ਸੰਭਾਲਿਆ। ਸੋ ਚਾਹੇ ਉਹ ਜੱਦੀ ਜਾਇਦਾਦ ਹੋਏ, ਬਹੁਤ ਸਾਰੀਆਂ ਜ਼ਿੰਮੇਦਾਰ ਫੈਮਿਲੀਜ਼ ਚੋਂ ਵੀ ਇੱਥੇ ਜਿਹੜੇ ਸਾਡੇ ਬਜ਼ੁਰਗ ਆਏ ਨੇ ਜਾਂ ਸਾਡੇ ਨੌਜਵਾਨ ਆਏ ਹੋਏ ਨੇ। ਕਈ ਵਾਰੀ ਏਦਾਂ ਹੁੰਦਾ ਹੈ ਕਿ ਜਿਹੜਾ ਇੱਕ ਭਰਾ ਜਿਹਦੇ ਕੋਲ ਸਾਰੀ ਪਾਵਰ ਆਫ ਅਟਰਨੀ ਹੈਗੀ, ਉਹ ਏਦਾਂ ਕਰਦਾ ਕਿ ਆਪਣੀ ਹੀ ਸਪਾਊਸ ਨੂੰ ਉਹ ਸਾਰੀ ਜਾਇਦਾਦ ਘੱਟ ਕੀਮਤ ਦੇ ਉੱਤੇ ਵੇਚ ਦਿੰਦਾ ਆ। ਅਜਿਹੇ ਮਾਮਲੇ ਦੇ ਵਿੱਚ, ਜਿਹੜਾ ਅਜਿਹਾ ਮਾਮਲਾ ਹੈਗਾ, ਅਜਿਹੇ ਮਾਮਲੇ ਦੇ ਵਿੱਚ ਕੋਈ ਕਲੇਮ ਕੀਤਾ ਜਾ ਸਕਦਾ ਹੈ ਕਿ ਕਿਸੇ ਭਰਜਾਈ ਦੇ ਵੱਲੋਂ, ਜਿਵੇਂ ਦਿਓਰ ਦੀ ਕੋਈ ਜ਼ਮੀਨ ਹੜਪ ਲਈ ਗਈ ਹੋਵੇ, ਉਹ ਵੀ ਆਪਣੇ ਹਸਬੈਂਡ ਤੋਂ ਕਿ ਇੰਨੇ ਦੇ ਵਿੱਚ ਖਰੀਦੀ ਗਈ ਹੈ। ਸੋ ਅਜਿਹੇ ਮਾਮਲਿਆਂ ਨੂੰ ਵੀ ਕੀ ਸੌਰਟ ਆਊਟ ਕੀਤਾ ਜਾ ਸਕਦਾ ਹੈ ਜਾਂ ਇਹਨਾਂ ਨੂੰ ਚੈਲੰਜ ਕੀਤਾ ਜਾ ਸਕਦਾ ਹੈ? 100% ਜੀ। ਇਹ ਜਿਹੜੀ ਇਹੋ ਜਿਹੀ ਸੇਲ ਹੈ ਨਲ ਐਂਡ ਵੋਇਡ ਮੰਨੀ ਜਾਂਦੀ ਹੈ, ਖਾਸ ਕਰਕੇ ਬਲੱਡ ਰਿਲੇਸ਼ਨ ਚ ਕੀਤੀ ਹੈ, ਚਾਹੇ ਤੁਸੀਂ ਦੂਜੀ ਜਗ੍ਹਾ ਤੇ ਵੀ ਕੀਤੀ ਹੈ। ਓਕੇ। ਬਿਨਾ ਉਹਦੀ ਸੇਲ ਕੰਸੀਡਰੇਸ਼ਨ ਦਿੱਤਿਆਂ, ਤੁਸੀਂ ਤੇ ਮੈਂ ਭੈਣ ਭਰਾ ਵਾਂ, ਸਾਡੇ ਇੱਕ ਭਰਾ ਨੇ ਸਾਡੇ ਦੋਵਾਂ ਨੂੰ ਧੋਖਾ ਕਰ ਲਿਆ, ਰਾਈਟ, ਤੇ ਸਾਡੇ ਦੋਨਾਂ ਵੱਲੋਂ ਰਾਈਟ ਕਲੇਮ ਕੀਤਾ ਜਾ ਸਕਦਾ। ਔਰ ਇੱਥੇ ਮੈਂ ਬਜ਼ੁਰਗਾਂ ਨੂੰ ਇੰਨੀ ਗੱਲ ਦੱਸਣੀ ਜ਼ਰੂਰ ਚਾਹੁੰਦਾ ਕਿ ਜਦੋਂ ਵੀ ਪਾਵਰ ਅਟਾਰਨੀ ਕਰੋ, ਪਾਵਰ ਅਟਾਰਨੀ ਤੇ ਉੱਤੇ ਆਪਾਂ ਪੂਰਾ ਇੱਕ ਨਾ ਫੁੱਲ ਸ਼ੋਅ ਕਰਾਂਗੇ ਕਿ ਪਾਵਰ ਅਟਾਰਨੀ ਦੇ ਕੰਟੈਂਟ ਕੀ ਹੋਣੇ ਚਾਹੀਦੇ ਨੇ, ਦਰਜ ਕਿਵੇਂ ਕਰਾਈਦੀ ਹੈ, ਬਾਹਰ ਬੈਠੇ ਹੋ ਤੇ ਕਿਵੇਂ ਭੇਜ ਸਕਦੇ ਹੋ, ਇੰਡੀਆ ਤੋਂ ਤੇ ਕੀ ਉਹਦੇ ਧਿਆਨ ਰੱਖਣੇ ਹੈ, ਉਹਨੂੰ ਖਾਰਜ ਕਿਵੇਂ ਕਰਾਉਣਾ ਹੈ, ਇਹ ਸਾਰੀਆਂ ਚੀਜ਼ਾਂ ਤੇ ਗੱਲਾਂ ਕਰਾਂਗੇ। ਇੱਕ ਦੂਸਰਾ ਇਹ ਵੀ ਦੱਸ ਦਿਓ ਸ਼ਾਇਦ ਦਰਸ਼ਕਾਂ ਨੂੰ ਕਿ ਪ੍ਰੋਗਰਾਮ ਲਾਈਵ ਹੈ, ਕਿਸੇ ਦਾ ਕੋਈ ਵੀ ਸਵਾਲ ਹੋਵੇ ਸਾਨੂੰ ਕਾਲ ਕਰਕੇ ਪੁੱਛ ਸਕਦਾ। ਬਿਲਕੁਲ, ਇਸ ਵਕਤ ਜਿਹਦੇ ਵੀ ਦਰਸ਼ਕ ਦੇਖ ਰਹੇ ਨੇ, ਚਾਹੇ ਉਹ TV ਦੇ ਜ਼ਰੀਏ ਦੇਖ ਰਹੇ ਨੇ, ਸਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਨੇ, ਤੁਹਾਡਾ ਕੋਈ ਵੀ ਸੰਬੰਧ ਹੈਗਾ, ਕੋਈ ਵੀ ਮੁਕੱਦਮੇ ਬਾਰੇ, ਕੋਈ ਵੀ ਕੇਸ ਬਾਰੇ, ਜਾਂ ਕੋਈ ਵੀ ਤੁਹਾਨੂੰ ਕਾਨੂੰਨ ਦੇ ਬਾਰੇ ਵਿੱਚ ਜਾਣਕਾਰੀ ਚਾਹੀਦੀ ਹੈ, ਅੱਜ ਦਾ ਲਾਈਵ ਪ੍ਰੋਗਰਾਮ ਹੈ। ਅਸੀਂ ਹਰ ਸੈਟਰਡੇ ਟੋਰਾਂਟੋ ਸਮੇਂ ਦੇ ਮੁਤਾਬਿਕ 11:30 ਤੋਂ 12:30 ਵਜੇ ਤੱਕ ਲਾਈਵ ਹੋਇਆ ਕਰਾਂਗੇ ਤੇ ਅਜਿਹੇ ਮਸਲਿਆਂ ਉੱਤੇ ਚਰਚਾ ਕਰਿਆ ਕਰਾਂਗੇ। ਅੱਜ ਕੋਈ ਸਵਾਲ ਹੈ, ਸਾਨੂੰ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਜੀ ਸਰ। ਸੋ ਆਪਣਾ ਮੁੱਦਾ ਚੱਲ ਰਿਹਾ ਸੀ ਕਿ ਆਲਰੇਡੀ ਮੰਨ ਲਓ ਕਿਸੇ ਬ੍ਰਦਰ ਨੇ ਆਪਣੀ ਵਾਈਫ ਦੇ ਨਾਂ ਤੇ ਟ੍ਰਾਂਸਫਰ ਕਰਤੀ ਹੈ ਤੇ ਕਿਆ ਤੁਸੀਂ ਉਹਨੂੰ ਕਲੇਮ ਕਰ ਸਕਦੇ ਹੋ। ਮੈਂ ਇਹਦੇ 'ਚ ਕਲੀਅਰ ਕਰਨਾ ਕਿ ਡੈਫੀਨੇਟਲੀ ਤੁਸੀਂ ਉਸ ਰਜਿਸਟਰੀ ਨੂੰ ਖਾਰਜ ਕਰਾ ਸਕਦੇ ਹੋ ਔਰ ਉਹ ਤੁਹਾਡੇ ਸਾਰਿਆਂ ਦੇ ਨਾਂ ਤੇ ਬਰਾਬਰ ਚੜੇਗੀ। ਕਾਲ ਆਈ ਸ਼ਾਇਦ ਜੀ, ਸ਼ਾਇਦ ਡਿਸਕਨੈਕਟ ਹੋ ਗਿਆ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ। ਜੀ ਸਰ। ਸੋ ਉਹ ਚੀਜ਼ਾਂ ਦਾ ਕਲੇਮ ਹੋ ਸਕਦਾ ਜੀ। ਔਰ ਕਲੇਮ ਦੇ ਨਾਲ ਇੱਕ ਹੋਰ ਗੱਲ ਦੱਸ ਦਿੰਦਾ ਕਿ ਜਦੋਂ ਤੁਸੀਂ ਕਲੇਮ ਕਰਦੇ ਹੋ ਤੇ ਜਿਹੜੀ ਵੀ ਤੁਹਾਨੂੰ ਕਾਸਟ ਪਈ ਹੈ ਉਸ ਨੂੰ ਰਿਕਵਰ ਕਰਨ ਲਈ ਕੋਰਟ ਦੇ ਅੰਦਰੋਂ ਉਹਦਾ ਰਿਕਵਰੀ ਸੂਟ ਵੀ ਫਾਈਲ ਹੋ ਜਾਂਦਾ ਹੈ। ਜਨਰਲੀ ਹੁੰਦਾ ਕੀ ਹੈ ਕਿ ਮੈਂ ਠੱਗੀ ਮਾਰੀ ਹੋਈ ਹੈ, ਤੁਸੀਂ ਮੇਰੀ ਰੀਅਲ ਸਿਸਟਰ ਹੋ ਤੇ ਮੈਂ ਤੁਹਾਡੇ ਨਾਲ ਠੱਗੀ ਮਾਰੀ ਹੋਈ ਹੈ ਤੇ ਤੁਸੀਂ ਮੇਰੇ ਤੇ ਕੇਸ ਕੀਤਾ, ਕੇਸ ਕਰਕੇ 5-7 ਸਾਲਾਂ ਤੁਸੀਂ ਜਿੱਤ ਵੀ ਗਏ। ਜਿੱਤਣ ਤੋਂ ਬਾਅਦ ਮੈਂ ਅਗਲੇ ਕੋਰਟ 'ਚ ਦੀ ਅਪੀਲ ਪਾ ਦੇਣੀ ਹੈ। ਇਹੋ ਜਿਹੇ ਵੇਲੇ ਇਹੋ ਜਿਹੇ ਬੰਦੇ ਨੂੰ ਨਕੇਲ ਪਾਉਣ ਲਈ ਜਦੋਂ ਤੁਹਾਡੇ ਹੱਥ 'ਚ ਸਿਵਲ ਫੈਸਲਾ ਆ ਜਾਏ ਉਸ ਵੇਲੇ ਤੁਸੀਂ ਉਹਦੇ ਤੇ ਕ੍ਰਿਮੀਨਲ ਐਕਟ ਵੀ ਨਾਲ ਚਲਾਓ, ਨਾਲ ਉਹਦੇ ਤੇ ਰਿਕਵਰੀ ਸੂਟ ਪਾਓ, ਨਾਲ ਉਹਦੇ ਮਲੇਸ਼ੀਅਸ ਪ੍ਰੋਸੀਕਿਊਸ਼ਨ ਰੱਖੋ ਤਾਂ ਜੋ ਇਹ ਪਤਾ ਲੱਗ ਜਾਏ ਕਿ ਇਸ ਬੰਦੇ ਨੇ ਫਰਾਡ ਕੀਤਾ ਹੈ। ਮੈਂ ਦਰਸ਼ਕਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ, ਇਸ ਵੇਲੇ ਪ੍ਰੋਗਰਾਮ ਲਾਈਵ ਚੱਲ ਰਿਹਾ, ਉਹ ਮੇਰੇ ਨੰਬਰ ਤੇ ਕਾਲ ਕਰ ਰਹੇ ਨੇ
तो ਲਾਈਵ ਦੇ ਦੌਰਾਨ ਮੈਂ ਕਾਲ ਨਹੀਂ ਚੁੱਕ ਸਕਣੀ। ਮੇਰੀ ਰਿਕੁਐਸਟ ਹੈ ਕਿ ਸਾਡੇ ਦੱਸੇ ਟੀਵੀ ਚੈਨਲ ਦੇ ਨੰਬਰ ਤੇ ਕਾਲ ਕਰ ਲਓ। ਬਿਲਕੁਲ ਔਰ ਜੀ, ਤੁਹਾਨੂੰ ਪ੍ਰੋਪਰ ਜਵਾਬ ਦਿੱਤਾ ਸ਼ੁਰੂ ਹੋ ਜਾਏਗਾ। ਚੁੱਕੀਆਂ ਨੇ। ਆਪਣੇ ਦਰਸ਼ਕਾਂ ਨੂੰ ਕਵਾਂਗੇ ਜੀ ਇਸ ਵਕਤ ਲਾਈਵ ਪ੍ਰੋਗਰਾਮ ਹੈ, ਸੋ ਸੁਨੀਲ ਮੱਲਨ ਜੀ ਨੂੰ ਉਹਨਾਂ ਦੇ ਨੰਬਰ ਦੀ ਜਗ੍ਹਾ ਲਾਈਵ ਪ੍ਰੋਗਰਾਮ 'ਚ ਪਲੀਜ਼ ਕਾਲ ਕੀਤੀ ਜਾਵੇ। ਤੁਸੀਂ ਚਾਹੁੰਦੇ ਹੋ ਤਾਂ ਆਪਣੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਨਹੀਂ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ ਜਾਂ ਕੌਣ ਬੋਲ ਰਿਹਾ। ਇੱਕ ਮਿੰਟ ਲਈ ਹੋਲਡ ਕਰਿਓ ਜੀ। ਸੋ ਜਸਟ ਤੁਸੀਂ ਆਪਣਾ ਮਾਮਲਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕਿ ਇਹ ਇਸ ਵਕਤ ਕੰਡੀਸ਼ਨ ਤੁਹਾਡੇ ਨਾਲ ਹੋ ਰਹੀ ਹੈ, ਸੋ ਉਹਦੀ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ। ਲਾਈਵ ਪ੍ਰੋਗਰਾਮ 'ਚ ਕਾਲ ਕਰਨ ਦੀ ਨੰਬਰ ਹੈ ਜੀ 9056960800 0800 ਵਾਲਾ ਨੰਬਰ ਲਾਈਵ ਪ੍ਰੋਗਰਾਮ ਲਈ ਹੈ। ਕਾਲਰ ਸਾਡੇ ਨਾਲ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਇੱਕ ਰਿਕੁਐਸਟ ਹੋਰ ਕਰ ਦਿੰਦਾ ਜੀ ਜੀ, ਇੱਕ ਮਿੰਟ ਲਈ ਹੋਲਡ ਕਰਿਓ ਸਰ, ਇੱਕ ਮਿੰਟ ਲਈ ਹੋਲਡ ਜੀ। ਸੁਨੀਲ ਜੀ, ਇੱਕ ਰਿਕੁਐਸਟ ਹੋਰ ਕਰ ਦਿੰਦਾ ਕਿ ਜੇ ਕਿਸੇ ਦਰਸ਼ਕ ਨੇ ਕੋਈ ਪ੍ਰਾਈਵੇਟ ਗੱਲ ਹੈ, ਕੌਨਫੀਡੈਂਸ਼ੀਅਲ ਹੈ, ਤੇ ਮੇਰੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੈਨੂੰ ਕਾਲ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ। ਜੀ ਜੀ, ਕਾਲਰ ਨੂੰ ਮੈਂ ਕਹਾਂਗੀ ਆਪਣੀ ਤੁਸੀਂ ਗੱਲ ਰੱਖ ਸਕਦੇ ਹੋ ਜੀ। ਸਰ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਸੁਨੀਲ ਜੀ। ਜੀ ਸੁਨੀਲ ਜੀ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ ਜੀ। ਸਤਿ ਸ਼੍ਰੀ ਅਕਾਲ ਦਾ ਜਵਾਬ ਦੇ ਰਹੇ ਨੇ, ਦੱਸੋ ਕੀ ਸਵਾਲ ਹੈ ਤੁਹਾਡਾ? ਜੀ, ਮੇਰਾ ਸਵਾਲ ਇਹ ਹੈ ਵੀ ਮੇਰੀ ਵਾਈਫ 2 ਸਾਲ ਪਹਿਲਾਂ ਆਈ ਸੀਗੀ ਇੰਡੀਆ ਤੋਂ, ਤੇ ਇੱਥੇ ਆ ਕੇ ਉਹ ਹਫ਼ਤੇ ਬਾਅਦ ਚਲੀ ਗਈ ਛੱਡ ਕੇ। ਤੇ ਉਹਨੇ ਮੇਰੇ ਚਾਰਜਸ ਵੀ ਕਈ ਲਵਾਤੇ ਸੀਗੇ, ਝੂਠੇ ਜੋ ਲਵਾਏ ਉਹਨੇ। ਬਸ ਉਹਦਾ ਆਉਣ ਦਾ ਕਾਰਨ ਸੀ ਇੱਥੇ ਕੈਨੇਡਾ ਆਈ ਤੇ ਕੁਆਰੰਟਾਈਨ ਦਾ ਸਮਾਂ ਡਨ ਕੀਤਾ, ਤੇ ਉਸ ਤੋਂ ਬਾਅਦ ਪੁਲਿਸ ਕਾਲ ਕਰਕੇ ਚਲੀ ਗਈ। ਤੇ ਉਸ ਤੋਂ ਬਾਅਦ ਉਹਨੇ ਮੇਰਾ ਕੇਸ ਚੱਲਿਆ। ਕੇਸ ਚੱਲਣ ਤੋਂ ਬਾਅਦ ਉਹਨੇ ਆਪ ਆਪਣਾ ਐਫੀਡੇਵਿਟ ਦਿੱਤਾ ਤੇ ਵੀ ਹਾਂ ਵੀ ਜੋ ਸੀ ਮੈਂ ਝੂਠ ਕਿਹਾ ਸੀ। ਪਤਾ ਨਹੀਂ ਉਹਦੇ ਮਨ 'ਚ ਕੀ ਆਇਆ ਜਾਂ ਕੁਛ ਵੀ ਉਹਨੂੰ ਫੀਲ ਹੋਇਆ। ਤੇ ਉਸ ਤੋਂ ਬਾਅਦ ਮੇਰਾ ਕੇਸ ਖਤਮ ਹੋ ਗਿਆ, ਬਟ ਮੈਂ ਉਹਨੂੰ ਡਿਵੋਰਸ ਮੇਰਾ ਫਾਈਲ ਕੀਤਾ ਹੋਇਆ ਸੀ। ਡਿਵੋਰਸ ਸਾਡਾ ਡਨ ਹੋ ਗਿਆ ਸੀ ਫਰਵਰੀ 'ਚ। ਤੇ ਹੁਣ ਉਹਦੇ ਪੇਰੈਂਟਸ ਨੇ ਤੇ ਉਹਨੇ ਇੱਧਰੋਂ NRI ਥਾਣੇ ਦੇ ਵਿੱਚ ਉੱਥੇ ਕੰਪਲੇਂਟ ਦੇਤੀ ਜੀ ਮੈਨੂੰ ਕੁੱਟਮਾਰ ਕਰਦਾ ਸੀ ਤੇ ਮੈਨੂੰ ਪ੍ਰੋਪਰਟੀ ਚਾਹੀਦੀ ਆ ਤੇ ਮੇਰੇ ਸਾਰੇ ਘਰਦਿਆਂ ਨੇ ਜਿਵੇਂ ਨਾਂ ਲਿਖਾ ਤੇ ਹਨਾ। ਉਹ ਮੈਂ ਸਲਾਹ ਲੈਣੀ ਚਾਹੁੰਦਾ ਵੀ ਉਹ ਮੈਨੂੰ ਕੰਪਲੇਂਟ ਦਾ ਕਾਲ ਆਈ ਸੀਗੀ ਪੁਲਿਸ ਤੋਂ ਮੇਰੇ ਰਿਲੇਟਿਵ ਨੂੰ। ਉੱਥੇ ਜਾ ਕੇ ਉਹ ਕਹਿੰਦੇ ਆ ਬਈ ਉਹਨਾਂ ਨਾਲ ਗੱਲ ਕਰਾਓ, ਆਹ ਕਰੋ। ਗੱਲ ਵੀ ਮੈਂ ਕਰਤੀ ਤੇ ਮੈਂ ਉਹਨਾਂ ਨੂੰ ਆਪਣੇ ਸਾਰੇ ਡਾਕੂਮੈਂਟ ਵੀ ਭੇਜਦੇ ਵੀ ਇੱਕ ਤਾਂ ਇਹਦਾ ਐਫੀਡੇਵਿਟ ਜਿੱਥੇ ਆਪ ਬ੍ਰਿਟਿਸ਼ ਕੋਲੰਬੀਆ ਦੀ ਆਪਣੇ ਪੁਲਿਸ ਸਟੇਸ਼ਨ ਤੇ ਕੋਰਟ ਦੇ ਵਿੱਚ ਮੰਨੀਆਂ ਵੀ ਹਾਂ ਸਾਰਾ ਕੁਝ ਝੂਠ ਸੀਗਾ। ਮੇਰਾ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਹਨਾ। ਤੇ ਇੱਕ ਤਾਂ ਉਹਨੇ ਐਫੀਡੇਵਿਟ ਦਿੱਤਾ ਹੋਇਆ ਜਿਹੜਾ ਉਹ ਮੁੱਕਰ ਗਈ ਤੇ ਉਹ ਐਫੀਡੇਵਿਟ ਵੀ ਮੇਰੇ ਕੋਲ ਪਿਆ। ਤੇ ਦੂਜਾ ਮੇਰਾ ਡਿਵੋਰਸ ਹੋਏ ਨੂੰ ਹੋ ਚੁੱਕਿਆ, 4 ਮਹੀਨੇ ਹੋ ਗਏ, 4-5 ਮਹੀਨੇ ਉੱਪਰ ਹੋ ਚੁੱਕਿਆ। ਵੀ ਹੁਣ ਇਹ ਸਲਾਹ ਲੈਣੀ ਚਾਹੁੰਦਾ ਵੀ ਹੁਣ ਮੈਂ ਇੰਡੀਆ ਮੇਰੇ ਤੇ FIR ਦਰਜ ਕਰਾ ਕੇ ਮੈਨੂੰ PO ਕਰਾਉਣਾ ਚਾਹੁੰਦੇ ਆ ਮੈਨੂੰ ਤੇ ਮੇਰੀ ਫੈਮਿਲੀ ਨੂੰ। ਵੀ ਹੁਣ ਮੈਂ ਕੀ ਕਰ ਸਕਦਾ ਉਹਦੇ ਰਿਗਾਰਡਿੰਗ ਮੈਨੂੰ ਚਾਹੀਦੀ ਆ ਵੀ ਮੇਰਾ ਕੀ ਬਣ ਸਕਦਾ। ਬੇਫਿਕਰ ਰਹਿ ਮੇਰੇ ਵੀਰ। ਸੁਨੀਲ ਜੀ, ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਦੇਈ ਕਿਉਂਕਿ ਕਾਲਸ ਆਪਾਂ ਨੂੰ ਹੋਰ ਕਾਫੀ ਆ ਰਹੀਆਂ ਨੇ ਜੀ। ਜੀ ਸਰ, ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਆ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ, ਉਹਨਾਂ ਦੀ ਵੀ ਕਾਲ ਲੈ ਲਈਏ। ਸਰ ਆਪਾਂ ਇੱਕ ਵਾਰੀ ਕਾਲਸ ਲੈ ਲਈ, ਫਿਰ ਆਪਾਂ ਇੱਕ ਕਰਕੇ ਆਨਸਰ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਅਸੀਂ ਸਰਨਜੀਤ ਅਸੀਂ ਅਮਰੀਕਾ ਤੋਂ ਬੋਲਦੇ ਹਾਂ। ਅਸੀਂ ਵਕੀਲ ਸਾਹਿਬ ਨਾਲ ਗੱਲ ਕਰਨੀ ਹੈ। ਹਾਂਜੀ ਮੈਮ, ਦੱਸੋ ਕੀ ਸਵਾਲ ਹੈ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਅਸੀਂ ਇਹ ਪੁੱਛਣਾ, ਸਾਡੇ ਪਿੱਛੇ ਪ੍ਰਾਪਰਟੀ ਦਾ ਕੇਸ ਚੱਲਦਾ, ਕਾਫੀ ਦੇਰ ਹੋ ਗਈ, ਕੋਈ ਤਰੀਕ ਨਹੀਂ ਪਈ, ਕੋਈ ਬਹਿਸ ਨਹੀਂ ਹੋਈ, ਚੰਡੀਗੜ੍ਹ ਗਿਆ ਵਾ। ਕਿੱਦਾਂ ਦੁਬਾਰਾ ਦੱਸਿਓ। ਉਹ ਕਹਿ ਰਹੇ ਨੇ ਕਿ ਸਰ ਉਹਨਾਂ ਦਾ ਸਵਾਲ ਹੈ ਕਿ ਉਹਨਾਂ ਦੇ ਉੱਤੇ ਪ੍ਰਾਪਰਟੀ ਦਾ ਇੱਕ ਕੇਸ ਚੱਲ ਰਿਹਾ ਵਾ ਤੇ ਕਾਫੀ ਸਮਾਂ ਹੋ ਚੁੱਕਿਆ, ਨਾ ਤਾਂ ਕੋਈ ਤਰੀਕ ਪਈ ਆ ਨਾ ਕੋਈ ਬਹਿਸ ਹੋਈ ਆ, ਚੰਡੀਗੜ੍ਹ ਦੇ ਵਿੱਚ ਹੈ ਇਹ ਮਾਮਲਾ। ਨਹੀਂ, ਸੂਚਨਾ ਬਹੁਤ ਅਧੂਰੀ ਹੈ ਤੇ ਮੈਨੂੰ ਡਿਟੇਲਡ ਸੂਚਨਾ ਚਾਹੀਦੀ ਹੋਏਗੀ ਜੀ ਚੰਡੀਗੜ੍ਹ ਹਾਈ ਕੋਰਟ ਜੀ। ਹਾਂਜੀ ਮੈਮ, ਸੁਨੀਲ ਜੀ ਕਹਿ ਰਹੇ ਨੇ ਤੁਹਾਡੀ ਸੂਚਨਾ ਬਹੁਤ ਘੱਟ ਵਾ ਤੇ ਥੋੜੀ ਜ਼ਿਆਦਾ ਸਾਨੂੰ ਜਾਣਕਾਰੀ ਚਾਹੀਦੀ ਹੈ ਇਹਦੇ ਬਾਰੇ ਵਿੱਚ। ਥੋੜੀ ਜਿਹੀ ਕੀ ਤੁਸੀਂ ਸਾਂਝੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਸੁਨੀਲ ਜੀ ਨਾਲ ਬਾਅਦ ਵਿੱਚ ਗੱਲ ਕਰਨਾ ਚਾਹੁੰਦੇ ਹੋ? ਬਾਅਦ ਵਿੱਚ ਗੱਲ ਕਰ ਸਕਦੇ ਹੋ, ਕਿੰਨੇ ਵਜੇ ਕਰੀਏ? ਤੁਸੀਂ ਭਾਰਤੀ ਸਮੇਂ ਦੇ ਮੁਤਾਬਿਕ ਕਰਿਓ ਮੈਮ। ਰਾਤ ਨੂੰ ਉਹਨਾਂ ਨੂੰ ਹੋਰ ਰਾਤ ਨੂੰ 3 ਵਜੇ ਕਾਲ ਨਾ ਕਰਿਓ, ਜਿਹੜਾ ਭਾਰਤੀ ਸਮੇਂ ਦੇ ਮੁਤਾਬਿਕ ਸਵੇਰ ਦਾ ਸਮਾਂ ਹੋਵੇ ਉਸ ਵੇਲੇ ਕਾਲ ਕਰਿਓ। ਬਾਕੀ ਤੁਸੀਂ ਟੀਵੀ ਸਕਰੀਨ ਤੇ ਦੱਸ ਕੇ ਜਾਣਗੇ, ਉਹ ਪ੍ਰੋਗਰਾਮ ਦੇ ਅਖੀਰ 'ਚ ਦੱਸ ਕੇ ਜਾਣਗੇ ਭਾਰਤੀ ਸਮੇਂ ਦੇ ਮੁਤਾਬਿਕ ਜਾਂ ਕੈਨੇਡੀਅਨ ਸਮੇਂ ਦੇ ਮੁਤਾਬਿਕ ਜਾਂ US ਸਮੇਂ ਦੇ ਮੁਤਾਬਿਕ ਕਿਹੜੇ ਵੇਲੇ ਕਾਲ ਕੀਤੀ ਜਾ ਸਕਦੀ ਹੈ। ਮੈਂ ਇੱਕ ਰਿਕੁਐਸਟ ਕਰਦਾ ਜੀ, ਥੈਂਕ ਯੂ। ਭਾਰਤੀ ਸਮੇਂ ਮੁਤਾਬਕ ਰਾਤ ਦੇ 9 ਵਜੇ ਤੋਂ ਪਹਿਲਾਂ ਭਾਰਤੀ ਸਮੇਂ ਮੁਤਾਬਕ ਰਾਤ ਦੇ 9 ਤੋਂ ਪਹਿਲਾਂ ਸ਼ਾਮੀ 4 ਤੋਂ ਲੈ ਕੇ ਰਾਤ ਦੇ 9 ਤੋਂ ਪਹਿਲਾਂ ਮੈਨੂੰ ਕਾਲ ਕਦੇ ਵੀ ਤੁਸੀਂ ਕਰ ਸਕਦੇ ਹੋ। ਔਰ ਸੰਡੇ ਨੂੰ ਅਵੋਇਡ ਕਰੋ ਕਿਉਂਕਿ ਉਦੋਂ ਮੇਰਾ ਫੈਮਿਲੀ ਟਾਈਮ ਹੈ। ਔਰ ਮੰਡੇ ਟੂ ਫਰਾਈਡੇ ਸ਼ਾਮੀ 4 ਤੋਂ ਲੈ ਕੇ ਰਾਤੀ 9 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਉਸ ਵੇਲੇ ਮੈਂ 90% ਆਪਣੇ ਸਿਸਟਮ ਦੇ ਅੱਗੇ ਬੈਠਾ ਹੁੰਦਾ, ਮੇਰੀ ਟੀਮ ਮੇਰੇ ਨਾਲ ਹੁੰਦੀ ਹੈ, ਕੋਰਟ ਵਰਕ ਦਾ ਪ੍ਰੈਸ਼ਰ ਨਹੀਂ ਹੁੰਦਾ ਤੇ ਤੁਹਾਡਾ ਮੈਂ ਸਵਾਲ ਕਰ ਦੂੰਗਾ। ਜਿਹੜੇ ਭੈਣ ਜੀ ਨੇ ਹੁਣੇ ਫੋਨ ਕੀਤਾ ਉਹਨਾਂ ਨੂੰ ਮੈਂ ਦੱਸ ਦਿੰਦਾ ਕਿ ਮੈਨੂੰ ਇਹਨਾਂ ਦੇ ਜਿਹਦੇ ਵੱਲੋਂ ਕੇਸ ਕੀਤਾ, ਜਿਹਦੇ ਖਿਲਾਫ ਕੇਸ ਕੀਤਾ, ਕਿਹੜੇ ਸ਼ਹਿਰ ਦਾ ਮੁਕੱਦਮਾ ਹੈ, ਜੇ ਡਿਟੇਲ ਦੇਣਗੇ ਤੇ ਮੈਂ ਆਪਣੇ ਸਿਸਟਮ ਤੋਂ ਆਪਣੇ ਜੂਨੀਅਰ ਦੀ ਡਿਊਟੀ ਲਗਾ ਕੇ ਲੱਭ ਕੇ ਦੇ ਸਕਦਾ ਕਿ ਕਿਆ ਉਹ ਕੇਸ ਹੋਇਆ ਵੀ ਹੈ ਕਿ ਨਹੀਂ ਹੋਇਆ। ਸੋ ਸੂਚਨਾ ਪੂਰੀ ਹੋ ਜਾਏਗੀ ਤੇ ਇਹਨਾਂ ਨੂੰ ਪ੍ਰੋਪਰ ਸੁਨੇਹਾ ਮਿਲ ਜਾਏਗਾ।
ਨਹੀਂ ਤਾਂ ਇਹਨਾਂ ਕੋਲੋਂ ਪਾਵਰ ਅਟਾਰਨੀ ਲੈ ਕੇ ਕੋਰਟ 'ਚ ਮੇਰੇ ਵੱਲੋਂ ਐਪਲੀਕੇਸ਼ਨ ਲੱਗ ਸਕਦੀ ਹੈ ਇਹਨਾਂ ਦੇ ਮੁਕੱਦਮੇ ਦੀ ਜਾਣਕਾਰੀ ਲੈਣ ਲਈ। ਬਿਨਾਂ ਅਟਾਰਨੀ ਤੋਂ ਮੈਂ ਇਹਨਾਂ ਦੀ ਪੈਰਵਾਈ ਨਹੀਂ ਕਰ ਸਕਦਾ। ਜਿਹੜੀ ਇਨਫੋਰਮੇਸ਼ਨ ਪਬਲਿਕ ਡੋਮੇਨ 'ਚ ਪਈ ਹੋਏਗੀ ਉਹ ਮੈਂ ਇਹਨਾਂ ਨੂੰ ਲੱਭ ਕੇ ਦੇ ਸਕਦਾ, ਕਿਉਂਕਿ ਅਸੀਂ ਟੈਕਨੀਕਲ ਰੋਜ਼ ਲੱਭਦੇ ਹਾਂ। ਉਹ ਮੇਰੇ ਆਫਿਸ ਦੇ ਸਟੈਨੋ ਵੀ ਲੱਭ ਦਿੰਦੇ ਨੇ, ਮੇਰੇ ਜੂਨੀਅਰਸ ਵੀ ਲੱਭ ਦਿੰਦੇ ਨੇ। ਸੋ ਭੈਣ ਜੀ ਫਿਕਰ ਨਾ ਕਰਨ, ਮੈਨੂੰ ਡਿਟੇਲ ਦੇਣ ਤੇ ਆਪਾਂ ਇਹ ਕੰਮ ਕਰ ਸਕਦੇ ਹਾਂ। ਹੁਣ ਆਪਾਂ ਆਈਏ ਵੀਰ ਵਾਲੇ। ਬਿਲਕੁਲ, ਹਾਂਜੀ। ਇਸ ਤੋਂ ਪਹਿਲਾਂ BC ਤੋਂ ਜਿਨ੍ਹਾਂ ਦੀ ਕਾਲ ਆਈ ਸੀ, ਜਿਨ੍ਹਾਂ ਨੇ ਆਪਣੇ ਵਾਈਫ ਨਾਲ ਮੈਟਰ ਡਿਸਕਸ ਕੀਤਾ ਸੀ। ਸੋ ਵੀਰ, ਇਹਦੇ ਵਿੱਚ ਪਹਿਲਾਂ ਸਭ ਤੋਂ ਵਧੀਆ ਗੱਲ ਹੈ ਕਿ ਜਿਹੜਾ ਉਸ ਦੀ ਵਾਈਫ ਨੇ, ਐਕਸ ਵਾਈਫ ਨੇ, ਨਾਟ ਵਾਈਫ, ਇਟ ਇਜ਼ ਐਕਸ ਵਾਈਫ ਨੇ ਜਿਹੜਾ ਤੁਹਾਡੇ ਤੇ ਕੇਸ ਕੀਤਾ ਇੰਡੀਆ 'ਚ, ਉਹਦੇ ਕਾਊਂਟਰ ਬਲਾਸਟ ਵਿੱਚ ਉਹਦੇ ਪੂਰੇ ਟੱਬਰ ਦੇ ਖਿਲਾਫ ਝੂਠਾ ਐਫੀਡੇਵਿਟ ਦੇਣ ਦਾ ਇੱਕ ਮੁਕੱਦਮਾ ਦਰਜ ਕਰਾਇਆ ਜਾਵੇ। ਉਹਦੇ ਵਿੱਚ ਉਹਨਾਂ ਨੂੰ ਪਰੋਇਆ ਜਾਵੇ। ਔਰ ਜਿੱਥੋਂ ਤੱਕ ਹੁਣ ਡਿਵੋਰਸ ਹੋ ਚੁੱਕਾ ਹੈ ਔਰ ਉਹ ਆਪਣਾ ਅੱਗੋਂ ਪ੍ਰਾਪਰਟੀ ਮੰਗ ਰਹੀ ਹੈ, ਕੁਝ ਵੀ ਮੰਗ ਰਹੀ ਹੈ, ਉਹਦੇ ਲਈ ਪੁਲਿਸ ਉਹਦੇ ਤੇ ਕੋਈ ਕਾਰਵਾਈ ਨਹੀਂ ਕਰ ਸਕਦੀ ਟੈਕਨੀਕਲੀ। ਪਰ ਜੇ ਕਿਤੇ ਰਿਸ਼ਵਤ ਚੜ ਗਈ ਤੇ ਕਿਤੇ ਗਲਤ ਬੰਦਾ ਉੱਥੇ ਪੁਲਿਸ ਵਾਲਾ ਹੋਇਆ ਤੇ ਇਹ ਵੀ ਸ਼ਾਇਦ ਹੋ ਜੇ। ਬਟ ਉਹਦੀ ਪੈਰਵਾਈ ਲਈ ਇੰਡੀਆ 'ਚ ਕੋਈ ਚੰਗਾ ਵਕੀਲ ਤੁਹਾਨੂੰ ਰੱਖਣਾ ਚਾਹੀਦਾ ਹੈ, ਜਿਹੜਾ, ਕਿਉਂਕਿ ਤੁਹਾਡਾ ਰਿਸ਼ਤੇਦਾਰ ਐਡਵੋਕੇਟ ਨਹੀਂ ਹੈ, ਉਹ ਲਾਅਮੈਨ ਨਹੀਂ ਹੈ। ਔਰ ਜਿਹੜੀ ਵੀ ਤੁਹਾਡੇ ਪਿੱਛੇ ਤਲਾਕ ਹੋਇਆ, ਜਿਹੜਾ ਉਹਨੇ ਝੂਠਾ ਐਫੀਡੇਵਿਟ ਦਿੱਤਾ ਜਾਂ ਜੋ ਵੀ ਕਾਰਵਾਈਆਂ ਹੋਈਆਂ, ਉਹਨਾਂ ਕਾਰਵਾਈਆਂ ਨੂੰ ਲੈ ਕੇ ਉਹਦੇ ਤੇ ਇੱਕ ਕੰਪਲੇਂਟ BC 'ਚ ਆਪਣੇ ਉੱਥੇ ਕੈਨੇਡਾ ਪਾ ਦਿਓ ਤਾਂ ਕਿ ਅਗਲੀ ਵਾਰੀ ਐਂਟਰੀ ਉਹਦੀ ਬੈਨ ਹੋ ਜਾਏ। ਔਰ ਦੂਸਰੀ ਉਹਦੀ ਇੰਡੀਆ 'ਚ ਪਾ ਦਿਓ ਕਿ ਇਹਨੇ ਝੂਠਾ ਐਫੀਡੇਵਿਟ ਦਿੱਤਾ ਹੈ ਔਰ ਉਹਦੇ ਮੁਤਾਬਕ ਇਹਨੇ ਫਲਾਣੇ ਕੇਸਿਸ ਕੀਤੇ ਨੇ। ਔਰ ਇੱਕ ਗਲਤੀ ਉਸ ਬੇਵਕੂਫ ਪਰਿਵਾਰ ਨੇ ਫੇਰ ਕੀਤੀ ਹੋਏਗੀ ਕਿ ਜਿਹੜੇ ਇਲਜ਼ਾਮ ਉਹ ਝੂਠੇ ਐਫੀਡੇਵਿਟ ਤੋਂ ਪਹਿਲਾਂ ਲਾਏ ਸੀ, ਉਸ ਤੋਂ ਬਾਅਦ ਵੀ ਉਹੋ ਜਿਹੇ ਐਲੀਗੇਸ਼ਨ ਉਹਨਾਂ ਨੇ ਲਾਏ ਹੋਣਗੇ ਔਰ ਉਹਨਾਂ ਨੂੰ ਉਹ ਮਹਿੰਗੇ ਪੈ ਜਾਣਗੇ। ਮੈਂ ਵਾਅਦਾ ਕਰਦਾ ਕਿ ਉਹ ਆਪਣੇ ਪੱਲਿਓਂ ਪੈਸੇ ਦੇ ਕੇ ਛੁੱਟਣਗੇ, ਟਾਈਮ ਲੱਗ ਸਕਦਾ। ਸੋ ਵਰੀ ਕਰਨ ਦੀ ਲੋੜ ਨਹੀਂ, ਪੈਰਵਾਈ ਕਰਨ ਦੀ ਲੋੜ ਹੈ। ਔਰ ਥੋੜੇ ਜਿਹੇ ਐਗਰੈਸਿਵਲੀ, ਥੋੜੇ ਜਿਹੇ ਅਲਰਟ ਹੋ ਕੇ, ਤਾਂ ਕਿ ਕੋਈ ਬੰਦਾ ਸ਼ਰਾਰਤ ਕਰਕੇ ਤੁਹਾਡਾ ਨੁਕਸਾਨ ਨਾ ਪਹੁੰਚਾ ਦੇਵੇ। ਸੋ ਉਹਦੇ ਤੇ NRI ਕਮਿਸ਼ਨ ਬਣਿਆ ਹੋਇਆ ਇੰਡੀਆ 'ਚ, ਆਪਾਂ ਉਹਦੇ 'ਚ ਵੀ ਕੇਸ ਫਾਈਲ ਕਰ ਸਕਦੇ ਹਾਂ ਤੁਹਾਡੇ ਵੱਲੋਂ ਕਿ ਆਪ ਤੰਗ ਪਰੇਸ਼ਾਨ ਲਈ ਕਰਨ ਲਈ ਹੋ ਸਕਦਾ ਹੈ। ਪਲੱਸ ਰਿਕਵਰੀ ਸੂਟ ਫਾਈਲ ਕਰ ਸਕਦੇ ਹਾਂ। ਮਤਲਬ ਉਹਨਾਂ ਨੂੰ ਚੱਕਰ ਆ ਜਾਣਗੇ, ਕੋਈ ਡਰ ਵਾਲੀ ਗੱਲ ਨਹੀਂ। ਉਹ ਕਿਸੇ ਦੇ ਵਰਗਲਾਇਆ ਉਹਨਾਂ ਨੇ ਇਹ ਕੰਮ ਕੀਤਾ, ਹੁਣ ਪੈਸਿਆਂ ਦੇ ਲਾਲਚ ਪਿੱਛੇ ਤੁਹਾਨੂੰ ਅੱਗੋਂ ਤੰਗ ਕਰਦੇ। ਸੋ ਡੋਂਟ ਵਰੀ, ਇਸ ਕੇਸ ਨੂੰ ਡਾਕੂਮੈਂਟ ਪੜ੍ਹ ਕੇ ਮੈਂ ਬਿਲਕੁਲ ਸਟੀਕ, ਬਿਲਕੁਲ ਐਕੂਰੇਟ ਇਨਫੋਰਮੇਸ਼ਨ ਦੇ ਪਾਵਾਂਗਾ। ਸੁਣੀ ਹੋਈ ਗੱਲ ਤੇ ਮੈਂ ਜੋ ਜਵਾਬ ਦਿੱਤਾ ਇਹ ਵੀ ਐਕੂਰੇਟ ਹੈ, ਬਟ ਪੜ੍ਹਨ ਤੋਂ ਬਾਅਦ ਮੈਂ ਤੁਹਾਨੂੰ ਬਿਲਕੁਲ ਸਹੀ ਦੱਸ ਸਕਦਾ ਵੀ ਕਿੱਥੇ ਕਿਹੜਾ ਕਲੇਮ ਤੁਸੀਂ ਉਸ ਗਲਤ ਪਰਿਵਾਰ ਦੇ ਖਿਲਾਫ ਕਰ ਸਕਦੇ ਹੋ ਜਿਨਨੇ ਮੰਨਿਆ ਝੂਠਾ ਤੁਹਾਡੇ ਤੇ ਮੁਕੱਦਮਾ ਕੀਤਾ ਸੀ। ਮੁਕੱਦਮੇ 'ਚ ਮੰਨ ਲਓ ਕੈਪੀਟਲ ਪਨਿਸ਼ਮੈਂਟ ਹੋਣੀ ਹੋਵੇ, ਮੰਨ ਲਓ ਉਹਦੇ ਬਿਆਨਾਂ ਨਾਲ ਤੁਹਾਨੂੰ ਉਮਰ ਕੈਦ ਵਾਲੇ ਸਿਸਟਮ ਹੋਵੇ ਮੰਨ ਲਓ ਕਿਸੇ ਨੂੰ, ਤੇ ਉਹੀ ਸਜ਼ਾ ਦਿੱਤੀ ਜਾਂਦੀ ਹੈ, ਯਾਦ ਰੱਖਣਾ ਜੀ। ਤੇ ਮਲਨ ਜੀ, ਜਿਵੇਂ ਤੁਸੀਂ ਗੱਲ ਕੀਤੀ ਇਸ ਮਾਮਲੇ ਦੇ ਵਿੱਚ, ਮੈਂ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ, ਸੌਰੀ ਮੈਂ ਇੱਥੇ ਰੋਕ ਰਹੀ ਹਾਂ, ਮੈਂ ਤੁਹਾਨੂੰ ਆਪਣਾ ਦਰਸ਼ਕਾਂ ਨੂੰ ਇੱਕ ਵਾਰ ਫਿਰ ਕਹਿਣਾ ਚਾਹੂੰਗੀ, ਤੁਸੀਂ ਕੋਈ ਵੀ ਮਾਮਲਾ ਆਪਦਾ ਡਿਸਕਸ ਕਰਨਾ ਚਾਹੁੰਦੇ ਹੋ ਵੀ ਕਿਸੇ ਵੀ ਤਰ੍ਹਾਂ ਦਾ ਭਾਰਤ ਵਿੱਚ ਕੋਈ ਹੋ ਰਿਹਾ, ਸੋ ਤੁਸੀਂ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਜੋ ਵੀ ਤੁਹਾਡਾ ਸਿਨੈਰੀਓ ਹੋਏਗਾ, ਜਿੰਨੀ ਤੁਸੀਂ ਜਾਣਕਾਰੀ ਦੇਵੋਗੇ, ਉਹਦੇ ਬੇਸ ਦੇ ਉੱਤੇ ਸੁਨੀਲ ਜੀ ਕੋਸ਼ਿਸ਼ ਕਰਨਗੇ ਕਿ ਕਾਨੂੰਨੀ ਕਾਰਵਾਈ ਇਸ ਨੂੰ ਕਿਸ ਤਰੀਕੇ ਨਾਲ ਅੰਜਾਮ ਦਿੱਤਾ ਜਾ ਸਕਦਾ, ਜਾਂ ਤੁਹਾਡੇ ਲਈ ਇਸ ਵਿੱਚ ਕੀ ਰਾਹ ਹੋ ਸਕਦਾ ਹੈ, ਤੁਸੀਂ ਅੱਗੇ ਕੀ ਸਟੈਪ ਚੁੱਕ ਸਕਦੇ ਹੋ ਕਾਨੂੰਨ ਦੇ ਤਹਿਤ, ਉਹਦੀ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ। ਪਰ ਥੋੜੀ ਜਿਹੀ ਸਾਨੂੰ ਇਨਫੋਰਮੇਸ਼ਨ ਜ਼ਰੂਰ ਪ੍ਰੋਵਾਈਡ ਕਰਵਾਇਓ ਤਾਂ ਕਿ ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਉਹ ਦਿੱਤੀ ਜਾ ਸਕੇ। ਜੀ ਸੁਨੀਲ ਜੀ। ਤੋ ਇਸ ਤਰ੍ਹਾਂ ਹੈ ਕਿ ਈਵਨ ਜਿਹੜੇ ਇੰਡੀਅਨ ਬੰਦੇ ਫੋਰਨ 'ਚ ਨੇ ਔਰ ਉੱਥੇ ਬੈਠੇ ਨੇ, ਉੱਥੇ ਵੀ ਕੋਈ ਤੁਹਾਨੂੰ ਲੀਗਲ ਪ੍ਰੋਬਲਮ ਹੈ ਤੇ ਤੁਸੀਂ ਉਹ ਵੀ ਡਿਸਕਸ ਕਰ ਸਕਦੇ ਹੋ, ਕਿਉਂਕਿ ਉਹ ਕਿਤੋਂ ਨਾ ਕਿਤੋਂ ਸਾਡੇ ਇੰਡੀਆ 'ਚ ਜੁੜੀ ਹੋਈ ਹੈ। ਹੁਣ ਕਈ ਸਾਡੇ ਭੈਣ ਭਰਾ ਜਿਹੜੇ ਇੰਡੀਆ 'ਚੋਂ ਵਿਆਹ ਕਰਾ ਕੇ ਜਾਂਦੇ ਨੇ, ਬਾਹਰ ਜਾ ਕੇ ਤਲਾਕ ਲੈ ਲੈਂਦੇ ਨੇ ਕੈਨੇਡੀਅਨ ਲਾਅ ਮੁਤਾਬਕ, ਆਸਟ੍ਰੇਲੀਅਨ ਲਾਅ ਮੁਤਾਬਕ, ਅਮਰੀਕਨ ਲਾਅ ਮੁਤਾਬਕ। ਸੱਚੀ ਗੱਲ ਦੱਸਾਂ ਤੇ ਉਹ ਵੀ ਟੈਕਨੀਕਲੀ ਇਲੀਗਲ ਨਹੀਂ ਕਹੂੰਗਾ, ਇਨਵੈਲਿਡ ਤਲਾਕ ਹੈ, ਕਿਉਂਕਿ ਵਿਆਹ ਤੁਸੀਂ ਕੀਤਾ ਹਿੰਦੂ ਰੀਤੀ ਰਿਵਾਜਾਂ ਮੁਤਾਬਕ, ਬ੍ਰੈਕਟ ਸਿੱਖ ਰਾਈਟਸ ਲਿਖ ਲੈਂਦੇ ਆਪਾਂ, ਹਿੰਦੂ ਮੈਰਿਜ ਐਕਟ ਆਉਂਦਾ ਹੈ, ਮੇਨ ਐਕਟ ਉਹ ਹੈ, ਉਹਦੇ ਵਿਚਕਾਰ ਅੱਗੋਂ ਸਿੱਖ ਰਾਈਟਸ ਤੇ ਬਾਕੀ ਰਾਈਟਸ ਹੁੰਦੇ ਨੇ। ਤਲਾਕ ਤੁਸੀਂ ਕ੍ਰਿਸਚਨ ਲਾਅ ਮੁਤਾਬਕ ਕਰਾਉਂਦੇ ਹੋ, ਦੈਟ ਇਜ਼ ਨਾਟ ਅ ਵੈਲਿਡ ਤਲਾਕ। ਉਹਦੇ ਲਈ ਜੇ ਤੁਸੀਂ ਇੰਡੀਆ ਜਾ ਕੇ ਦੁਬਾਰਾ ਵਿਆਹ ਕਰਾਉਂਦੇ ਹੋ ਤੇ ਦੂਜੀ ਪਾਰਟੀ ਤੁਹਾਡੇ ਤੇ FIR ਕਰਾ ਸਕਦੀ ਹੈ ਕਿ ਤੁਸੀਂ ਤਲਾਕ ਤੇ ਤੁਹਾਡਾ ਹੋਇਆ ਹੀ ਨਹੀਂ, ਐਂਡ ਤਲਾਕ ਜਿਹੜਾ ਤੁਸੀਂ ਉੱਥੋਂ ਜਾ ਕੇ ਲੈ ਲਿਆ ਤੇ ਉਹ ਵੈਲਿਡ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਔਰ ਜਿਹਨੂੰ ਕਹਾਂਗਾ ਕਿ ਉਹਦੇ ਤੇ ਧਿਆਨ ਰੱਖੋ ਔਰ ਗਲਤ ਕੰਮ ਨਾ ਕਰੋ, ਮੁੜ ਕੇ ਨਾ ਫਸ ਜਾਂਦੇ ਨੇ। ਜੀ ਦੂਸਰੀ ਗੱਲ ਕਹਾਂਗਾ ਦੂਸਰੀ ਗੱਲ ਕਹਾਂਗਾ ਕਿ ਜਦੋਂ ਵੀ ਤੁਸੀਂ ਮੈਰਿਜ ਸਰਟੀਫਿਕੇਟ ਬਣਾਉਣ ਜਾਣਾ ਹੈ, ਮੈਰਿਜ ਸਰਟੀਫਿਕੇਟ ਬਣਾਉਣ ਲੱਗਿਆ ਜੇ ਮੰਨ ਲਓ ਤੁਸੀਂ ਆਲਰੇਡੀ ਡਿਵੋਰਸ ਸੀਗੇ ਪਹਿਲਾਂ, ਚਾਹੇ ਪੱਕੇ ਹੋਣ ਲਈ ਵਿਆਹ ਕੀਤਾ ਸੀ ਜਾਂ ਕਿਸੇ ਵੀ ਰੀਜ਼ਨ ਤੋਂ ਕੀਤਾ ਸੀ, ਤੇ ਉੱਥੇ ਕਦੇ ਵੀ ਆਪਣੇ ਆਪ ਨੂੰ ਬੈਚਲਰ ਨਹੀਂ ਲਿਖਾਣਾ, ਤੁਸੀਂ ਡਿਵੋਰਸੀ ਹੀ ਲਿਖਾਣਾ। ਇਹ ਯਾਦ ਰੱਖਣਾ ਮੇਰੀ ਗੱਲ।
ਜੀ ਸੁਨੀਲ ਜੀ, ਜਿਵੇਂ ਤੁਸੀਂ ਇੱਕ ਆਪਾਂ ਨੂੰ ਸੈਕੰਡ ਕੇਸ ਮੈਮ ਨੇ ਕਾਲ ਕੀਤੀ ਸੀ ਪ੍ਰਾਪਰਟੀ ਦੇ ਮਾਮਲੇ ਵਿੱਚ, ਤੁਸੀਂ ਉਹਦੇ ਵਿੱਚ ਇੱਕ ਗੱਲ ਕਹੀ ਕਿ ਕੇਸ ਹੋਇਆ ਵੀ ਹੈ ਜਾਂ ਨਹੀਂ ਹੋਇਆ। ਤੋ ਏਦਾਂ ਵੀ ਕੀ ਏਦਾਂ ਹੁੰਦਾ ਹੈ ਕਿ ਕਦੇ ਬਿਨਾਂ ਕੇਸ ਦੇ ਵੀ ਕਿਸੇ ਕੋਲ ਕਾਗਜ਼ਾਤ ਪਹੁੰਚ ਗਏ ਹੋਣ ਜਾਂ ਕਿਸੇ ਨੂੰ ਡਰਾਉਣ ਦੀ ਏਦਾਂ ਕੋਸ਼ਿਸ਼ ਕੀਤੀ ਗਈ ਹੋਵੇ ਤਾਂ ਕਿ ਉਹ ਘਬਰਾ ਕੇ ਵੀ ਕੋਰਟ ਕਚਹਿਰੀਆਂ ਦੇ ਚੱਕਰ ਨਾ ਕੱਟਣੇ ਪੈਣ, ਵੀ ਦੂਜਾ ਸਾਰਾ ਜਿਹੜਾ ਪਾਵਰ ਆਫ ਅਟਰਨੀ ਦੂਸਰੇ ਬੰਦੇ ਦੇ ਨਾਮ ਕਰ ਦੇਵੇ, ਮੈਨੂੰ ਕੁਝ ਨਹੀਂ ਚਾਹੀਦਾ। ਮੈਡਮ ਜਿਹੜੇ ਕ੍ਰਿਮੀਨਲ ਮਾਈਂਡ ਲੋਕ ਹੁੰਦੇ ਆ ਨਾ ਜੀ, ਉਹ ਕੁਝ ਵੀ ਕਰ ਸਕਦੇ ਆ, ਉਹਨਾਂ ਦਾ ਲੈਵਲ ਕਿਤੇ ਵੀ ਪਹੁੰਚ ਸਕਦਾ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਜਾਣਨਾ ਕਿ ਕਿਸ ਤਰ੍ਹਾਂ ਦਾ ਕੇਸ ਕੀਤਾ ਹੈ, ਕਿਹੜੀ ਕੋਰਟ 'ਚ ਕੀਤਾ ਹੈ, ਨੰਬਰ ਕੀ ਲੱਗਾ ਹੈ, ਡੇਟ ਕੀ ਪਈ ਹੈ। ਅੱਜ ਕੱਲ੍ਹ ਸਾਡੀਆਂ ਇੰਡੀਅਨ ਕੋਰਟਸ ਬਹੁਤ ਐਕਟਿਵ ਔਰ ਫਾਸਟ ਨੇ। 99% ਇਨਫੋਰਮੇਸ਼ਨ ਵੈਬਸਾਈਟ ਤੇ ਅਵੇਲੇਬਲ ਹੈ, ਸਾਈਟਸ ਬਣੀਆਂ ਨੇ। ਔਰ ਮੇਰੇ ਜਿੰਨੇ ਕਲਾਇੰਟ ਨੇ, ਮੈਂ ਉਹਨਾਂ ਨੂੰ ਜਿੱਦਣ ਮੈਂ ਉਹਨਾਂ ਦਾ ਕੇਸ ਕਰਦਾ, ਉਹਨਾਂ ਨੂੰ ਉਹਨਾਂ ਦੇ ਮੋਬਾਈਲ ਦੇ ਉੱਤੇ ਐਪ ਡਾਊਨਲੋਡ ਕਰਾ ਕੇ ਔਰ ਉਹਨਾਂ ਨੂੰ ਦੱਸ ਦੇਣਾ ਵੀ ਆਹ ਨੰਬਰ ਪਾਓ ਇਸ ਤਰ੍ਹਾਂ ਕਰਕੇ, ਤਾਂ ਕਿ ਉਹ ਬਾਰ-ਬਾਰ ਮੈਨੂੰ ਤੰਗ ਨਾ ਕਰਨ ਕਿ ਅੱਜ ਕੀ ਆਰਡਰ ਹੋਇਆ ਜੀ, ਕਿਹੜੀ ਤਰੀਕ ਪਈ ਹੈ ਜੀ। ਇਹਦੇ ਬਾਰੇ ਗੱਲ ਕਰਾਂਗੇ ਸੁਨੀਲ ਜੀ। ਆਪਾਂ ਕਾਲ ਪਹਿਲਾਂ ਅਟੈਂਡ ਕਰ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ, ਮੈਂ ਅਮਰੀਕਾ ਤੋਂ ਬੋਲ ਰਿਹਾ ਜੀ। ਹਾਂਜੀ, ਮੈਂ ਵਕੀਲ ਸਾਹਿਬ ਨਾਲ ਗੱਲ ਕਰਨੀ ਸੀ। ਹਾਂਜੀ ਵਕੀਲ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਦੱਸੋ ਜੀ ਕੀ ਪੁੱਛਣਾ ਚਾਹੁੰਦੇ ਹੋ? ਮੈਂ ਨਾ ਕਿਸੇ ਨਾਲ ਪੈਲੀ ਵਧਾਈ ਸੀ ਥੋੜੀ ਜੀ, 2.5 ਕਿੱਲੇ ਬਣਾਏ ਸੀ। ਮੇਰੀ ਪੈਲੀ ਵੱਧ ਸੀ ਤੇ ਕਰਾਰਨਾਮਾ ਮੈਂ ਕੀਤਾ ਸੀ ਸਹੀ, ਉਹਨਾਂ ਨੇ 11-15 ਮਰਲੇ ਵੱਧ ਪਾ ਗਿਆ ਲਿਖਣ ਵਾਲਾ ਰਜਿਸਟਰੀ 'ਚ ਜੀ, ਤੇ ਮੈਥੋਂ ਨੇ ਦਸਤਖਤ ਕਰਾ ਲਏ, ਜਿਹਨੂੰ ਪਤਾ ਹੀ ਉੱਥੋਂ ਦੇ ਰੂਲ ਦਾ ਕਈ ਸਾਲ ਪਹਿਲਾਂ। ਤੇ ਮੈਂ ਉਹ ਜਾਨੀ ਕਰਤਾ, ਮੈਂ ਫਿਰ ਮੁੜ ਕੇ ਗਿਆ ਸੀ ਉਹ ਐਨਆਰਆਈ ਕੋਰਟ 'ਚ ਗਿਆ। ਉਹਨਾਂ ਨੇ ਕਹਿੰਦੇ ਕਿ ਤੁਸੀਂ ਆਹ ਦਸਤਖਤ ਪਈ ਜੀ, ਤੁਸੀਂ ਰਜਿਸਟਰੀ ਕਰਾਈ ਹੈ। ਮੈਂ ਕਿਹਾ ਮੇਰੇ ਕੋਲ ਕਰਾਰਨਾਮਾ ਪਿਆ, ਸਭ ਕੁਛ ਲਿਖਤ ਪਈ ਹੈ, ਜੇ ਕੋਈ ਗੱਲ ਨਹੀਂ ਹੋਈ ਉਹਦਾ ਕੁਛ ਬਣ ਸਕਦਾ ਜੀ। ਮੈਂ ਜੀ 1 ਮਿੰਟ ਲਈ ਹੋਲਡ ਕਰਿਓ ਸੁਨੀਲ ਜੀ, ਕੁਝ ਪੁੱਛਣਾ ਜਾਂ ਆਪਾਂ ਟੀਵੀ ਸਕਰੀਨ ਦੇ ਉੱਤੇ ਆਨਸਰ ਦਈਏ? ਦੇਖੋ ਜਿੰਨਾ ਉਹਨਾਂ ਨੇ ਜਨਰਲ ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਸੁਨੀਲ ਜੀ ਇਹਨਾਂ ਨੂੰ? ਜੀ ਬਿਲਕੁਲ ਤੁਸੀਂ ਟੀਵੀ ਤੇ ਜੀ ਸਰ, ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਤੁਹਾਨੂੰ ਟੀਵੀ ਦੇ ਉੱਤੇ ਉਹ ਰਿਪਲਾਈ ਕਰ ਰਹੇ ਨੇ, ਸੋ ਤੁਸੀਂ ਟੀਵੀ ਤੇ ਆਨਸਰ ਸੁਣ ਲਿਓ ਜੀ ਉਹਨਾਂ ਦਾ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਜੀ ਸਰ। ਭਾਜੀ ਨੇ ਕਿਹਾ ਵੀ 2.5 ਮਰਲੇ ਨਾਲ 2.5 ਮਰਲੇ ਪਹਿਲੀ ਵਟਾਈ ਉਹਨਾਂ ਨੇ, ਉਹਨੂੰ ਕਹਿੰਦੇ ਤਬਦੀਲ ਮਾਲਕੀ ਤਬਦੀਲੀ ਕਹਿ ਦਿੰਦੇ ਆ, ਤਬਦੀਲ ਮਾਲਕੀ ਕਹਿ ਲੈਂਦੇ ਆ। ਤੇ ਅਸੀਂ ਮੁਰੱਬੇਬੰਦੀ ਵੀ ਪੁਰਾਣੇ ਜ਼ਮਾਨੇ 'ਚ ਕਹਿੰਦੇ ਰਹੇ ਕਿ ਮੈਂ ਇੱਧਰੋਂ ਬਦਲ ਕੇ ਉੱਧਰ ਲੈ ਲਈ, ਤੇ 2.5 ਕਿੱਲੇ ਬਦਲੇ 2.5 ਕਿੱਲੇ। ਜੇ ਇਕਰਾਰਨਾਮੇ 'ਚ ਤੁਹਾਡੇ ਦੋਨੋਂ ਪਾਸੇ 2.5 ਕਿੱਲੇ ਲਿਖੇ ਨੇ, ਉਹਨਾਂ ਖਾਤਿਆਂ ਦੇ ਨੰਬਰ ਲਿਖੇ ਨੇ, ਖਸਰਾ ਖਤੌਨੀ ਨੰਬਰ ਲਿਖਿਆ ਹੈ, ਔਰ ਉਹਦਾ ਜਿਹੜਾ ਵੀ ਮਿਣਤੀ ਹੈ ਫਰਦ ਦੇ ਮੁਤਾਬਕ 2.5 ਕਿੱਲੇ ਦੀ ਹੈ, ਔਰ ਇਕਰਾਰਨਾਮਾ 2.5 ਕਿੱਲਿਆਂ ਦਾ, ਤੇ 2.5 ਕਿੱਲੇ ਹੀ ਜਾਣਗੇ। ਜਿਹੜੇ 10 ਕਨਾਲਾਂ ਉਹਨਾਂ ਨੇ ਫਾਲਤੂ ਤੁਹਾਡੇ ਕੋਲ ਲਿਖਾ ਲਈਆਂ, ਧੋਖੇ ਨਾਲ ਸਾਈਨ ਕਰਾ ਲਏ ਨੇ, ਉਹ ਵਾਪਸ ਹੋਣਗੇ ਜਾਂ ਉਹਦੀ ਪੇਮੈਂਟ ਦੇਣਗੇ। ਕੋਈ ਅਸੀਂ ਡਰਨ ਵਾਲੀ ਗੱਲ ਨਹੀਂ। ਔਰ ਜੇ ਉਹ ਤੁਹਾਡੇ ਖੇਤ ਨਾਲ ਜੁੜਦੇ ਨੇ ਤਾਂ ਵੀ, ਜੇ ਪਰਲੇ ਪਾਸੇ ਵੀ ਨੇ ਤੇ ਆਪਾਂ ਉਰਲੇ ਪਾਸੇ ਲੈ ਸਕਦੇ ਹਾਂ, ਕਿਉਂਕਿ 2.5 ਕਿੱਲੇ ਉਹਨਾਂ ਨੂੰ ਦੇਣੇ ਆਪਾਂ, ਬਾਕੀ ਚੀਜ਼ਾਂ ਸਾਡੀਆਂ ਨੇ। ਬਾਕੀ ਫਿਰ ਵੀ ਐਕੂਰੇਟ ਇਨਫੋਰਮੇਸ਼ਨ ਪੇਪਰ ਪੜ੍ਹੇ ਬਿਨਾ ਮੈਂ ਨਹੀਂ ਦਿੰਦਾ। ਜਿੰਨੀ ਗੱਲ ਸੁਣੀ ਹੈ ਉਹਦੇ ਮੁਤਾਬਕ ਇਹ ਚੀਜ਼ ਬਣ ਸਕਦੀ ਹੈ। ਪੇਪਰ ਪੜ੍ਹਨੇ ਪੈਣਗੇ, ਮੌਕਾ ਦੇਖਣਾ ਪਏਗਾ, ਹਾਲਾਤ ਦੇਖਣੇ ਪੈਣਗੇ, ਤੇ ਇਹ ਚੀਜ਼ ਹੋ ਜਾਏਗੀ। ਕੋਈ ਦਿੱਕਤ ਵਾਲੀ ਗੱਲ ਜੀ ਬਿਲਕੁਲ। ਐਨਆਰਆਈ ਜੀ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਦੇ ਇਸ ਵਕਤ ਲਾਈਵ ਪ੍ਰੋਗਰਾਮ ਆ। ਕੁਝ ਦਰਸ਼ਕ ਇਹ ਸੋਚ ਰਹੇ ਨੇ ਕਿ ਤੁਹਾਨੂੰ ਡਾਇਰੈਕਟ ਕਾਲ ਕੀਤੀ ਜਾਏਗੀ। ਸੋ ਸੁਨੀਲ ਜੀ ਨੂੰ ਪਲੀਜ਼, ਉਹਨਾਂ ਨੇ ਵੀ ਪਹਿਲਾਂ ਗੱਲ ਕੀਤੀ ਹੈ ਕਿ ਭਾਰਤੀ ਸਮੇਂ ਦੇ ਮੁਤਾਬਿਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਭਾਰਤੀ ਸਮੇਂ ਦੇ ਮੁਤਾਬਿਕ 4 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ, ਸ਼ਾਮ ਦੇ 4 ਤੋਂ 9 ਵਜੇ ਤੱਕ। ਇਸ ਤੋਂ ਇਲਾਵਾ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਅੱਜ ਦੇ ਲਾਈਵ ਪ੍ਰੋਗਰਾਮ ਤੁਸੀਂ ਕਾਲ ਕਰ ਸਕਦੇ ਹੋ। ਜਿੰਨਾ ਕੁ ਡਿਟੇਲਸ ਤੁਸੀਂ ਜਾਣਕਾਰੀ ਦੇਵੋਗੇ ਉਨੀ ਡਿਟੇਲਸ ਤੁਹਾਨੂੰ ਜਿਹੜਾ ਹੈ ਆਨਸਰ ਦੇ ਦਿੱਤਾ ਜਾਏਗਾ। ਬਾਕੀ ਆਪਾਂ ਗੱਲ ਕਰ ਰਹੇ ਸੀਗੇ ਐਨਆਰਆਈਜ਼ ਦੇ ਬਾਰੇ ਵਿੱਚ ਸੁਨੀਲ ਜੀ। ਜਿਵੇਂ ਐਨਆਰਆਈਜ਼ ਦੇ ਵਿੱਚ ਗੱਲ ਕੀਤੀ ਹੈ ਕਿ ਕਈ ਵਾਰੀ ਝੂਠੇ ਮੁਕੱਦਮੇ ਵੀ ਹੁੰਦੇ ਨੇ। ਜੇ ਮੈਂ ਭਾਰਤੀ ਲਾਅ ਦੀ ਗੱਲ ਕਰਾਂ, ਕਾਨੂੰਨ ਦੀ ਗੱਲ ਕੀਤੀ ਜਾਵੇ, ਤਾਂ ਐਨਆਰਆਈਜ਼ ਨੂੰ ਕਿੰਨੀਆਂ ਕੁ ਸਹੂਲਤਾਂ ਹੈਗੀਆਂ ਨੇ, ਜਾਂ ਐਨਆਰਆਈਜ਼ ਨੂੰ ਭਾਰਤੀ ਲਾਅ ਦੇ ਵਿੱਚ ਕੀ ਆਪਣਾ ਮੁਕੱਦਮਾ ਲੜਨ ਦੇ ਲਈ ਪੂਰਾ ਜਿਹੜਾ ਸਿਸਟਮ ਹੈਗਾ ਉਹ ਦਿੱਤਾ ਜਾਂਦਾ ਹੈ? ਦੇਖੋ ਇਸ ਤਰ੍ਹਾਂ ਹੈ ਕਿ ਮੈਂ ਫਿਰ ਦੱਸਿਆ 2 ਤਰ੍ਹਾਂ ਦੇ ਮੁਕੱਦਮੇ ਨੇ, ਇੱਕ ਦੀਵਾਨੀ ਤੇ ਇੱਕ ਫੌਜਦਾਰੀ। ਮੈਂ ਅੱਜ ਫੌਜਦਾਰੀ ਦੀ ਗੱਲ ਕਰਾਂ, ਦੀਵਾਨੀ ਮੁਕੱਦਮੇ ਤੇ ਲੜੇ ਜਾ ਸਕਦੇ ਨੇ, ਸਾਰੀ ਦੁਨੀਆ ਨੂੰ ਪਤਾ ਹੈ। ਪਰ ਇਹ ਦੱਸਣਾ ਜ਼ਰੂਰੀ ਹੈ ਕਿ ਜੇ ਤੁਹਾਡੇ ਖਿਲਾਫ ਇੰਡੀਆ 'ਚ FIR ਦਰਜ ਹੈ, ਕੋਈ ਕ੍ਰਿਮੀਨਲ ਕੇਸ ਹੈ, ਤੇ ਉਹਦੇ ਵਿੱਚ ਪ੍ਰੋਸੀਜਰ ਕੀ ਹੁੰਦਾ ਕਿ ਸਭ ਤੋਂ ਪਹਿਲਾਂ ਜੇ ਮੈਂ ਤੁਹਾਡੇ ਖਿਲਾਫ ਕੇਸ ਕੀਤਾ ਹੈ ਤੇ ਮੈਂ ਸਭ ਤੋਂ ਪਹਿਲਾਂ ਉਹਦੀ LOC ਕਟਾਉਣਾ, ਤਾਂ ਕਿ ਜਦੋਂ ਤੁਸੀਂ ਕਿਸੇ ਵੀ ਬਾਰਡਰ ਤੇ ਲੈਂਡ ਕਰੋ ਤੇ ਤੁਹਾਨੂੰ ਉੱਥੇ ਅਰੈਸਟ ਕਰ ਲਿਆ ਜਾਵੇ। ਹੁਣ LOC ਤੇ ਵੀ ਮੈਂ ਇੱਕ ਦਿਨ ਪੂਰਾ ਚੈਪਟਰ ਕਰੂੰਗਾ, ਆਪਾਂ ਇੱਕ ਪ੍ਰੋਗਰਾਮ ਕਰਾਂਗੇ, ਉਹਦੇ ਤੇ ਦੱਸੂਗਾ ਵੀ LOC ਕੀ ਹੁੰਦੀ ਹੈ, ਫਿਰ ਬਲੂ ਕਾਰਨਰ ਨੋਟਿਸ ਕੀ ਹੈ, ਰੈੱਡ ਕਾਰਨਰ ਕੀ ਹੈ, ਪ੍ਰੋਸੀਜਰ ਕੀ ਉਹਦਾ, ਕਿੱਦਾਂ ਬਣਵਾਇਆ ਜਾ ਸਕਦਾ ਤੇ ਕਿੱਦਾਂ ਤੜਾਇਆ ਜਾ ਸਕਦਾ, ਇਹਨਾਂ ਦੇ ਉੱਤੇ ਗੱਲ ਕਰਾਂਗੇ ਆਪਾਂ, ਇਹਨਾਂ ਨੋਟਿਸਾਂ ਦੇ ਉੱਤੇ। ਬਟ ਫੋਰਨ 'ਚ ਬੈਠੇ ਹੋ ਤੁਸੀਂ, ਇੰਡੀਆ 'ਚ ਤੁਹਾਡੇ ਖਿਲਾਫ ਇੱਕ
ਝੂਠਾ ਮੁਕੱਦਮਾ ਦਰਜ ਹੋ ਚੁੱਕਾ ਹੈ, ਤੁਹਾਨੂੰ ਪਤਾ ਵੀ ਨਹੀਂ ਹੈ ਕਿ ਤੁਹਾਡੇ ਖਿਲਾਫ ਪਰਚਾ ਦਰਜ ਹੋ ਗਿਆ। ਸੋ ਸਭ ਤੋਂ ਪਹਿਲਾਂ ਉਹਦੇ 'ਚ ਤੁਸੀਂ ਇਹ ਗੱਲ ਧਿਆਨ ਨਾਲ ਸੁਣ ਲਓ ਕਿ ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਦੇ ਥਰੂ ਇੰਡੀਆ ਵਿੱਚ ਜ਼ਮਾਨਤ ਅਪਲਾਈ ਕਰ ਸਕਦੇ ਹੋ, ਨੰਬਰ 1। ਨੰਬਰ 2, ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਦੇ ਥਰੂ ਜਾਂ ਤੁਸੀਂ ਡਾਇਰੈਕਟ ਉਹਦੇ 'ਚ ਆਪਣੀ ਉਸ FIR ਨੂੰ ਖਾਰਜ ਕਰਨ ਦੀ ਕੰਪਲੇਂਟ ਰੀ ਇਨਕੁਆਇਰੀ ਮਾਰਕ ਕਰ ਸਕਦੇ ਹੋ ਪੁਲਿਸ ਦੇ ਸਾਹਮਣੇ। ਔਰ ਤੀਸਰੀ ਚੀਜ਼, ਜਿਹੜਾ ਵੀ ਸਾਡਾ ਕੋਈ ਇੱਥੇ ਕਮਿਸ਼ਨ ਬਣਿਆ ਜਾਂ ਕੁਝ ਵੀ ਬਣਿਆ ਉਹਦੇ ਸਾਹਮਣੇ ਤੁਹਾਡੀ ਰਿਪਰੈਜ਼ੈਂਟੇਸ਼ਨ ਜਾ ਸਕਦੀ ਹੈ ਫਰੋਮ ਯੂਅਰ ਰਿਪਰੈਜ਼ੈਂਟੇਟਿਵ ਇਨ ਇੰਡੀਆ ਅਲੋਂਗ ਵਿਦ ਐਡਵੋਕੇਟ। ਸੋ ਜੇ ਤੁਹਾਡੇ ਤੇ FIR ਦਰਜ ਹੋ ਹੀ ਗਈ ਹੈ, ਤੁਸੀਂ ਉਹਦੀ ਪੈਰਵਾਈ ਛੱਡੋ ਨਾ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਉਹ ਕੇਸ ਹੈ, ਚਾਹੇ ਤੁਹਾਡੇ ਕੋਲ ਟ੍ਰੈਫਿਕ ਰੂਲ ਟੁੱਟਿਆ ਗਿਆ, ਤੁਹਾਡੇ ਤੇ 10,000 ਰੁਪਏ ਦੀ ਪੈਨਲਟੀ ਪਈ ਹੈ ਔਰ ਤੁਸੀਂ ਬਾਹਰ ਚਲ ਗਏ, ਉੱਥੇ ਬੈਠਿਆਂ ਕੋਈ ਐਕਸੀਡੈਂਟ ਹੋ ਗਿਆ, ਉਹਦਾ ਕੇਸ ਤੁਹਾਡੇ ਤੇ ਬਹਿ ਗਿਆ, ਤਾਂ ਡਰਨ ਦੀ ਲੋੜ ਨਹੀਂ ਹੈ। ਉਸ ਕੇਸ 'ਚ ਤੁਹਾਨੂੰ ਰਿਲੀਫ ਦਿੱਤੀ ਜਾ ਸਕਦੀ ਹੈ। ਹਾਂ, ਤੁਹਾਨੂੰ ਉਹ ਕੇਸ ਦੀ ਪੈਰਵਾਈ ਕਰਨੀ ਪਏਗੀ। ਵਾਂਸ ਤੁਹਾਨੂੰ ਜ਼ਮਾਨਤ ਮਿਲਦੀ ਹੈ, ਤੁਹਾਨੂੰ ਟਾਈਮ ਮਿਲੇਗਾ ਇੰਡੀਆ 'ਚ ਆਉਣ ਲਈ, ਜਾਂ ਉਹਦੇ ਤੇ ਜੋ ਵੀ ਅਗਲੀ ਪ੍ਰੋਸੀਜਰ ਹੈ, ਡਿਪੈਂਡਿੰਗ ਅਪੋਨ ਦਾ ਨੇਚਰ ਆਫ ਕ੍ਰਾਈਮ, ਕਿੰਨਾ ਹੀਨੀਅਸ ਹੈ, ਕਿੰਨਾ ਉਹ ਈਜ਼ੀ ਹੈ, ਉਹਦੇ ਮੁਤਾਬਕ ਤੁਹਾਨੂੰ ਮੌਕਾ ਦਿੱਤਾ ਜਾਏਗਾ। ਔਰ ਬੀਇੰਗ ਉਹ ਵੱਡੀਆਂ ਕੋਰਟਾਂ ਦੇ ਥਰੂ ਤੁਸੀਂ ਫੋਰਨ ਤੋਂ ਆਏ ਹੋ ਤੇ ਉਹਨੂੰ ਟਾਈਮ ਬਾਉਂਡ ਕਰਾਇਆ ਜਾ ਸਕਦਾ ਹੈ ਕਿ ਇਸ ਮੁਕੱਦਮੇ ਦਾ ਜਿਹੜਾ ਫੈਸਲਾ ਹੈ ਉਹ ਵਿਦਿਨ 1 ਈਅਰ ਜਾਂ ਵਿਦਿਨ 2 ਇਅਰਸ ਜਾਂ ਡੇ ਟੂ ਡੇ ਪ੍ਰੋਸੀਡਿੰਗ ਜਾਂ ਵੀਕਲੀ ਪ੍ਰੋਸੀਡਿੰਗ ਦੇ ਮੁਤਾਬਕ ਕੰਪਲੀਟ ਕਰ ਲਿਆ ਜਾਵੇ। ਜੇ ਹੁਣ ਮੇਰੇ NRI ਭੈਣ ਭਰਾ ਆਪਣੀ ਉਸ ਕ੍ਰਿਮੀਨਲ ਕੇਸ ਦੀ ਪੈਰਵਾਈ ਨਹੀਂ ਕਰਦੇ ਡਿਊ ਟੂ ਐਨੀ ਰੀਜ਼ਨ, ਉਹ ਇੰਨਾ ਜ਼ਿਆਦਾ ਖਤਰਨਾਕ ਹੋ ਜਾਏਗਾ ਕਿ ਉਹ ਕਦੀ ਵੀ ਇੰਡੀਆ ਆ ਹੀ ਨਹੀਂ ਪਾਣਗੇ। ਜੇ ਆ ਗਏ ਤੇ ਫਿਰ ਵਾਪਸ ਨਹੀਂ ਜਾ ਪਾਣਗੇ। ਇਹ ਮੇਰਾ ਗੱਲ ਯਾਦ ਰੱਖੋ, ਕਿਉਂਕਿ ਜਦੋਂ ਤੁਸੀਂ ਆਪਣੇ ਕ੍ਰਿਮੀਨਲ ਮੁਕੱਦਮੇ 'ਚ ਇੰਡੀਆ ਨਹੀਂ ਆਏ ਤੇ ਇੰਡੀਆ ਦੀ ਪੁਲਿਸ ਨੇ ਤੁਹਾਡੇ ਤੇ PO ਦੀ ਕਾਰਵਾਈ, ਪ੍ਰੋ ਕਲੇਮ ਅਫੈਂਡਰ, ਭਗੌੜਾ, ਉਹਦੀ ਕਾਰਵਾਈ ਸ਼ੁਰੂ ਕਰ ਦੇਣੀ ਹੈ। ਔਰ ਜਦੋਂ ਉਹਦੀ ਕਾਰਵਾਈ ਹੋ ਜਾਂਦੀ ਹੈ, ਉਸ ਤੋਂ ਬਾਅਦ ਇੱਕ ਪਰਚਾ ਹੋਰ ਹੋ ਜਾਂਦਾ ਹੈ ਕੋਰਟ 'ਚੋਂ ਭਗੌੜੇ ਹੁੰਦਾ, ਜਿਹਨੂੰ 174 ਦਾ ਪਰਚਾ ਕਹਿੰਦੇ ਅਸੀਂ। ਸੋ ਜੇ ਤੁਸੀਂ ਆਪਣੇ ਮੇਨ ਕੇਸ 'ਚੋਂ ਬਰੀ ਵੀ ਹੋ ਜਾਓ ਤੇ ਤੁਹਾਨੂੰ 174 ਦੇ ਮੁਕੱਦਮੇ ਨੂੰ ਲੜਨਾ ਪਏਗਾ ਤੇ ਉਹ 'ਚੋਂ ਬਰੀ ਹੋਣਾ ਪਏਗਾ। ਸੋ ਮੈਂ ਇਹ ਚਾਹੂੰਗਾ ਕਿ ਜਿਹੜੇ ਵੀ ਮੇਰੇ ਸੱਜਣ ਨੇ ਉਹ ਡੈਫੀਨੇਟਲੀ ਆਪਣੀ ਕ੍ਰਿਮੀਨਲ ਕੇਸਾਂ ਦੀ ਵੀ ਪੈਰਵਾਈ ਕਰਨ ਆਪਣੇ ਕਿਸੇ ਭੈਣ ਭਰਾ ਥਰੂ। ਔਰ ਅਗਲੀ ਵੱਡੀ ਗੱਲ ਦੱਸ ਦਿੰਦਾ ਕਿ ਜਿਹੜਾ ਵੀ ਇੰਡੀਅਨ ਭੈਣ ਭਰਾ ਉਹਨਾਂ ਦੇ ਕੇਸ ਦੀ ਪੈਰਵਾਈ ਕਰੇਗਾ, ਉਹਦੇ ਤੇ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ ਜਦ ਤੱਕ ਉਹ ਜੈਨੂਨ ਐਫੀਡੇਵਿਟ, ਜੈਨੂਨ ਕੰਟੈਂਟ ਔਰ ਜੈਨੂਨ ਗੱਲ ਲਿਖੇ। ਜੇ ਉਹ ਜੈਨੂਨ ਨਹੀਂ ਲਿਖੇਗਾ ਤੇ ਉਹਦੇ ਤੇ ਨੁਕਸਾਨ ਹੋ ਸਕਦਾ ਹੈ, ਪਰ ਜੇ ਉਹ ਸੱਚ ਲਿਖੇਗਾ ਤੇ ਉਹਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੋਏਗਾ। ਇਹ ਮੇਰੀ ਗੱਲ ਯਾਦ ਰੱਖਿਓ ਜੀ ਸਾਰੇ ਜਣੇ। ਜੀ, ਇਹ ਤਾਂ ਤੁਸੀਂ ਭਾਰਤੀ ਕਾਨੂੰਨ ਦੀ ਗੱਲ ਕੀਤੀ ਹੈ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ, ਬਹੁਤ ਸਾਰੇ ਸਾਡੇ ਪੰਜਾਬ ਦੇ ਵਾਸਤੇ NRI ਜਿਹੜੇ ਇੱਥੇ ਵੱਖ-ਵੱਖ ਮੁਲਕਾਂ ਵਿੱਚ ਵਸਦੇ ਨੇ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਅਕਸਰ ਪੰਜਾਬ ਸਰਕਾਰ ਤੋਂ ਸ਼ਿਕਾਇਤ ਰਹਿੰਦੀ ਹੈ ਕਿ NRIs ਦੀ ਕੋਈ ਸੁਣਵਾਈ ਨਹੀਂ ਹੁੰਦੀ। ਪਿਛਲੀਆਂ ਸਰਕਾਰਾਂ ਦੀ ਗੱਲ ਕੀਤੀ ਜਾਵੇ, NRIs ਥਾਣੇ ਬਣਾਏ ਗਏ ਸੀ, ਬਹੁਤ ਕੁਝ ਕੀਤਾ ਗਿਆ ਸੀ, ਪਰ ਜੇਕਰ ਇਹਨਾਂ ਦੀ ਰਿਐਲਿਟੀ ਦੀ ਗੱਲ ਕੀਤੀ ਜਾਵੇ, ਬਹੁਤੇ NRIs ਇਹਨਾਂ ਚੀਜ਼ਾਂ ਤੋਂ ਖੁਸ਼ ਨਹੀਂ ਸੀਗੇ। ਹੁਣ ਦੀ ਗੱਲ ਕੀਤੀ ਜਾਵੇ, ਮੌਜੂਦਾ ਸਰਕਾਰ ਨੇ NRIs ਦੇ ਲਈ ਅਜਿਹਾ ਕੀ ਕੋਈ ਕਾਨੂੰਨ ਬਣਾਇਆ ਜਾਂ ਕੋਈ ਅਜਿਹੀ ਕੋਈ ਤਸੱਲੀ ਬਖਸ਼ ਕੋਈ ਕਾਰਵਾਈ ਕੀਤੀ ਹੈ ਕਿ NRIs ਜਿਹੜੀ ਇਸ ਚੀਜ਼ ਦਾ ਫਾਇਦਾ ਲੈ ਸਕਣ? ਦੇਖੋ, ਇਸ ਤਰ੍ਹਾਂ ਹੈ ਕਿ ਪ੍ਰੋਸੈਸ ਚੱਲ ਰਿਹਾ ਹੈ। ਮੈਂ ਜਦੋਂ ਪਿਛਲੀ ਸਰਕਾਰ ਸੀ ਉਹਦੇ ਵਿੱਚ ਵੀ ਅਸੀਂ ਪ੍ਰਪੋਜ਼ਲ ਦਿੱਤੀ ਸੀ, ਮੈਂ ਹੀ ਦਿੱਤੀ ਸੀ ਬਣਾ ਕੇ, ਜਿਹਦੇ ਵਿੱਚ ਮੈਂ ਕਿਹਾ ਸੀ ਵੀ ਜਿੰਨੇ ਵੀ ਮੇਰੇ NRI ਭੈਣ ਭਰਾ ਹੈ ਉਹਨਾਂ ਦੀ ਜ਼ਮੀਨ ਨੂੰ ਔਰ ਸਰਕਾਰੀ ਖਾਤਿਆਂ 'ਚ ਮਾਰਕ ਕਰ ਲਿਆ ਜਾਵੇ। ਮੰਨ ਲਓ ਮੈਂ ਬਾਹਰ ਬੈਠਾ, ਫੋਰਨ 'ਚ ਬੈਠਾ, ਜਾਂ ਤੁਸੀਂ ਸਿਸਟਰ ਹੋ ਮੇਰੇ, ਤੁਸੀਂ ਫੋਰਨ 'ਚ ਬੈਠੇ ਹੋ, ਤੁਸੀਂ ਇੰਡੀਆ 'ਚ ਵੇਚਣੀ ਚਾਹੁੰਦੇ ਪਏ ਹੋ ਜ਼ਮੀਨ ਆਪਣੀ, ਚਾਹੇ ਮੈਂ ਤੁਹਾਡੇ ਵੱਲੋਂ ਵੇਚ ਰਿਹਾ, ਪਰ ਪਹਿਲਾਂ ਤੁਹਾਨੂੰ ਇੱਕ ਲੀਗਲ ਤੌਰ ਤੇ ਡਿਪਾਰਟਮੈਂਟ ਵੱਲੋਂ ਇੰਟੀਮੇਸ਼ਨ ਜਾਵੇ, ਤੁਹਾਡਾ ਮੋਬਾਈਲ ਨੰਬਰ, ਤੁਹਾਡਾ ਈਮੇਲ ID, ਇਹੋ ਜਿਹੀਆਂ ਚੀਜ਼ਾਂ ਰਜਿਸਟਰ ਕਰ ਲਈਆਂ ਜਾਣ, ਤੁਹਾਡਾ ਪ੍ਰੋਪਰ ਐਡਰੈਸ ਕਰ ਲਿਆ ਜਾਵੇ, ਤੁਹਾਨੂੰ ਇੱਥੋਂ ਇੱਕ ਜਾਵੇ ਕਨਫਰਮੇਸ਼ਨ ਲਈ ਮੇਲ ਕਿ ਤੁਹਾਡੀ ਇਹ ਜ਼ਮੀਨ ਸੁਨੀਲ ਮੱਲਨ ਤੁਹਾਡਾ ਭਰਾ ਵੇਚ ਰਿਹਾ ਹੈ ਕਿਆ, ਜਾਂ ਤੁਹਾਡਾ ਪਾਵਰ ਆਫ ਅਟਾਰਨੀ ਹੋਲਡਰ ਵੇਚ ਰਿਹਾ ਜਾਂ ਇਹ ਵੇਚ ਰਿਹਾ, ਕਿਆ ਤੁਸੀਂ ਉਹਨੂੰ ਕੋਈ ਇਹੋ ਜਿਹੀ ਅਥਾਰਟੀ ਦਿੱਤੀ ਹੈ ਜਾਂ ਇਹ ਟ੍ਰਾਂਸਫਰ ਕਰਨ ਲੱਗਾ ਜਾਂ ਇਹ ਜੋ ਵੀ ਕਰਨ ਲੱਗਾ, ਜਦੋਂ ਵੀ ਉਹ ਕੋਈ ਚ ਟ੍ਰਾਂਜੈਕਸ਼ਨ ਹੋਵੇ। ਸੋ ਉਹ ਵਾਲਾ ਪ੍ਰੋਸੈਸ ਅੰਡਰ ਸੀਗਾ ਉਸ ਵੇਲੇ। ਕਰੰਟ ਸਰਕਾਰ ਨੂੰ ਵੀ ਅਸੀਂ ਇੱਕ ਪ੍ਰਪੋਜ਼ਲ ਦਿੱਤੀ ਹੈ ਕਿ ਜਿੰਨੇ ਵੀ NRI ਥਾਣੇ ਹੈ ਉਹਦੇ ਵਿੱਚ ਜਿੰਨੇ ਵੀ ਪੁਲਿਸ ਮੁਲਾਜ਼ਮ ਲਾਏ ਨੇ, ਉਹਨਾਂ ਨੂੰ ਜਿਹੜੀ ਕੰਟਰੀ, ਮੰਨ ਲਓ ਆਸਟ੍ਰੇਲੀਆ ਹੈ, ਕੈਨੇਡਾ, ਅਮਰੀਕਾ ਜਾਂ ਜਿਹੜੇ ਵੀ ਮੇਜਰ ਕੰਟਰੀ ਹੈ, ਉੱਥੋਂ ਦੇ ਵੀ ਬੇਸਿਕ ਜਿਹੜੇ ਲਾਅ ਨੇ ਉਹਦੇ ਬਾਰੇ ਨੌਲੇਜ ਦਿੱਤੀ ਜਾਵੇ।
ਔਰ ਉਹਨਾਂ ਨਾਲ ਜਿਹੜੀ ਕਮਿਊਨੀਕੇਸ਼ਨ ਹੈ ਥੋੜੀ ਜਿਹੀ ਐਕਟਿਵ ਔਰ ਫਾਸਟ ਕੀਤੀ ਜਾਵੇ। ਔਰ ਉਹਦੇ ਤੇ ਵੀ ਵਿਚਾਰ ਚੱਲ ਰਿਹਾ ਹੈ ਔਰ ਸ਼ਾਇਦ ਕੁਝ ਉਹਦੇ ਤੇ ਅੱਗੋਂ ਐਫਰਟ ਕਰਾਂਗੇ। ਬਾਕੀ ਦੇਖਦੇ ਹਾਂ ਕੀ ਬਣਦਾ ਜੀ। ਕੁਛ ਨਾ ਕੁਛ ਤੇ ਉਮੀਦ ਹੈ ਕਿ ਕੁਛ ਅੱਛਾ ਹੋਣ ਦੀ ਸਾਨੂੰ ਲੱਗ ਰਹੇ ਨੇ ਆਸਰੇ ਕਿ ਕੁਛ ਧਿਆਨ ਦਿੱਤਾ ਜਾਏਗਾ ਇਹਨਾਂ ਮਾਮਲਿਆਂ ਤੇ। ਜੀ ਸੁਨੀਲ ਜੀ, ਜ਼ਿਆਦਾਤਰ ਜਿਹੜੇ ਐਨਆਰਆਈ ਤੇ ਸਾਨੂੰ ਵੀ ਮਾਮਲੇ ਸੁਣਨ ਨੂੰ ਮਿਲਦੇ ਆ ਜਾਂ ਖਬਰਾਂ ਦੇ ਵਿੱਚ ਆਉਂਦੇ ਆ, ਜ਼ਮੀਨੀ ਝਗੜੇ ਜਿਹੜੇ ਆ ਸਭ ਤੋਂ ਵੱਧ ਜਿਹੜੇ ਆ ਦੇਖਣ ਨੂੰ ਮਿਲਦੇ ਨੇ। ਸੋ ਅਜਿਹੇ ਮਾਮਲਿਆਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਐਨਆਰਆਈਜ਼ ਨੂੰ ਅਜਿਹੇ ਕੋਈ ਟਿਪਸ ਤੁਸੀਂ ਦੇਣਾ ਚਾਹੋਗੇ ਜਾਂ ਕੋਈ ਇਹ ਜਿਹੀਆਂ ਗੱਲਾਂ ਦੱਸਣਾ ਚਾਹੋਗੇ? ਕਿਉਂਕਿ ਕਈ ਵਾਰੀ ਇੱਥੇ ਹੁੰਦਾ ਕਿ ਵਿਦੇਸ਼ਾਂ ਵਿੱਚ ਬੈਠੇ ਪਾਵਰ ਆਫ ਅਟਰਨੀ ਆਪਣੇ ਭੈਣ ਭਰਾ ਦੇ ਨਾਮ ਤਾਂ ਕਰ ਦਿੱਤੀ ਜਾਂਦੀ ਹੈ, ਪਰ ਉਹਦੇ ਵਿੱਚ ਕਾਰਵਾਈ ਕੀ ਹੋ ਰਹੀ ਆ, ਕੀ ਨਹੀਂ ਹੋ ਰਹੀ, ਕਿੰਨੀ ਠੇਕਾ ਵਟਾਈ ਆ ਰਹੀ ਹੈ, ਇਸ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਸੋ ਅਜਿਹੇ ਮਾਮਲਿਆਂ ਦੇ ਵਿੱਚ ਇੱਥੇ ਬੈਠੇ ਐਨਆਰਆਈਜ਼ ਇਸ ਚੀਜ਼ ਦੀ ਜਾਣਕਾਰੀ ਕਿਸ ਤਰੀਕੇ ਨਾਲ ਲੈ ਸਕਦੇ ਨੇ? ਦੇਖੋ, ਇਹਦੇ ਤੇ ਮੈਂ ਤੁਹਾਨੂੰ ਦੱਸਿਆ ਕਿ ਪਾਵਰ ਅਟਾਰਨੀ ਕਿਵੇਂ ਦੇਣੀ ਹੈ, ਉਹਦੇ ਕੰਟੈਂਟ ਕੀ ਹੋਣੇ ਚਾਹੀਦੇ, ਆਪਾਂ ਪੂਰਾ ਸ਼ੋਅ ਕਰਨਾ ਉਹਦੇ ਤੇ। ਓਕੇ, ਬੜਾ ਇੰਪੋਰਟੈਂਟ ਹੈ। ਉਸ ਪਾਵਰ ਅਟਾਰਨੀ ਦੇ ਬੇਸ ਤੇ ਹੀ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਭਾਜੀ 5.5 ਸਾਲ ਕੈਦ ਕੱਟੀ ਉਹਨਾਂ ਨੇ, ਆਪਣੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਵੀ ਲੁਟਵਾਈ ਔਰ ਅੱਗੋਂ ਵੀ ਲੁੱਟੀ ਜਾਂਦੀ ਪਈ ਹੈ ਔਰ ਉਹਨਾਂ ਨੂੰ ਅੱਗੋਂ ਲੁੱਟਣ ਲਈ ਵੀ ਤਿਆਰੀਆਂ ਚੱਲਦੀਆਂ ਪਈਆਂ। ਬਿਨਾਂ ਉਹਨਾਂ ਦੇ ਇੱਥੇ ਹੁੰਦਿਆਂ ਮਰਡਰ ਹੁੰਦਾ, ਉਹਨਾਂ ਨੂੰ ਮਰਡਰ ਦੇ ਕੇਸ 'ਚ ਫਸਾਇਆ ਜਾਂਦਾ ਸਿਰਫ ਉਹਨਾਂ ਦੀ ਪ੍ਰਾਪਰਟੀ ਖੋਹਣ ਲਈ। ਔਰ ਜਿਹੜੇ ਬੰਦੇ ਨੇ ਉਹ ਪ੍ਰਾਪਰਟੀ ਖੋਈ ਹੈ, ਉਹ ਬੰਦਾ ਇੱਕ ਪੀਐਮ ਦੀ ਪੋਸਟ ਤੇ ਕਿਸੇ ਸਰਕਾਰੀ ਦਫ਼ਤਰ 'ਚ ਲੱਗਾ ਸੀ। ਅੱਜ ਤੋਂ ਮਤਲਬ ਪੁਰਾਣੀ ਗੱਲ ਦੱਸ ਰਿਹਾ ਮੈਂ ਤੁਹਾਨੂੰ। ਤੇ ਉਸ ਬੰਦੇ ਨੇ ਉਹ ਪ੍ਰਾਪਰਟੀ ਖੋਹਣ ਲਈ ਉਹ ਸਾਰੀ ਖੇਡ ਰਚਿਆ ਔਰ ਜਿਹੜੇ ਭਾਜੀ ਨੇ ਉਹਨਾਂ ਦਾ ਭਰਾ ਨੂੰ ਨਾਲ ਲਾ ਲਿਆ, ਕਦੀ ਕੁਛ ਕਰ ਲਿਆ, ਮਤਲਬ ਬੜਾ ਕੁਛ ਐਂਬੀਗੁਇਟੀਜ਼ ਹੋਈਆਂ। ਇਹੋ ਹੀ ਮੈਂ ਦੱਸਣਾ ਚਾਹੁੰਦਾ ਕਿ ਪਾਵਰ ਅਟਾਰਨੀ ਇੰਨਾ ਸਟਰੋਂਗ ਇੰਸਟਰੂਮੈਂਟ ਹੈ, ਜਦੋਂ ਤੁਸੀਂ ਉਹਨੂੰ ਦੇ ਦਿੰਦੇ ਹੋ ਤੇ ਤੁਸੀਂ ਆਪਣੇ ਹੱਥ ਵੱਢ ਕੇ ਹੀ ਦੇ ਦਿੰਦੇ ਹੋ। ਸੋ ਇਸ ਕਰਕੇ ਧਿਆਨ ਰੱਖੋ, ਪਾਵਰ ਅਟਾਰਨੀ ਦੇਣ ਤੋਂ ਪਹਿਲਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਵੇਚਣ ਦਾ ਅਧਿਕਾਰ ਨਹੀਂ ਦੇਣਾ, ਟ੍ਰਾਂਸਫਰ ਦਾ ਅਧਿਕਾਰ ਨਹੀਂ ਦੇਣਾ। ਸਿਰਫ ਜਿਹੜੀ ਹਾਲਾਤਾਂ 'ਚ ਹੈਗੀ ਹੈ ਐਜ਼ ਇਟ ਇਜ਼ ਨੂੰ ਆਪਰੇਟ ਕਰਨ ਦਾ ਅਧਿਕਾਰ ਦੇਣਾ। ਆਪਣਾ NRO ਖਾਤਾ ਖੋਲੋ ਔਰ ਜਿੰਨੀ ਵੀ ਉਹਦੀ ਰੈਂਟ ਦੀ ਇਨਕਮ ਹੈ, ਠੇਕੇ ਦੀ ਇਨਕਮ ਹੈ, ਡਾਇਰੈਕਟਲੀ ਚੈੱਕ ਦੇ ਜ਼ਰੀਏ ਸਿੱਧੇ ਤੇ ਸਿੱਧੀ ਆਪਣੇ ਖਾਤਿਆਂ 'ਚ ਲਵੋ ਔਰ ਉਹਦੇ ਵਿੱਚੋਂ ਕੋਈ ਕੰਸੀਡਰੇਸ਼ਨ ਦੇਣੀ ਹੈ ਕਿਸੇ ਭੈਣ ਭਰਾ ਨੂੰ ਤੇ ਉਹਨਾਂ ਨੂੰ ਦਿਓ। ਔਰ ਮੈਂ ਫਿਰ ਕਹੂੰਗਾ ਕਿ ਆਪਣੀ ਹਰ ਸਾਲ ਆਪਣੀ ਫਰਦ ਲੈਂਦੇ ਰਹੋ ਜ਼ਮੀਨ ਦੀ, ਤਾਂ ਕਿ ਤੁਹਾਨੂੰ ਪਤਾ ਲੱਗਦਾ ਰਵੇ ਕਿ ਜ਼ਮੀਨ ਤੁਹਾਡੇ ਨਾਂ ਤੇ ਹੈ। ਪਹਿਲਾਂ ਤੇ ਫਰਦ ਜਿਹੜੀ ਸੀ ਉਹ ਮੈਨੂਅਲੀ ਮਿਲਦੀ ਸੀ, ਅੱਜ ਕੱਲ ਉਹ ਸਿਸਟਮ ਆਨਲਾਈਨ ਵੀ ਚੜ੍ਹਨਾ ਸ਼ੁਰੂ ਹੋ ਗਿਆ ਤੇ ਆਉਣ ਵਾਲੇ ਸਾਲ 1.5 ਸਾਲ 'ਚ ਇਹ ਤੁਸੀਂ ਘਰ ਬੈਠਿਆਂ ਆਪਣੀ ਫਰਦ ਪੈਸੇ ਭਰ ਕੇ ਕਢਾ ਸਕਿਆ ਕਰੋਗੇ। ਸੋ ਅਲਰਟ ਰਵੋ। ਔਰ ਮੈਂ ਤੇ ਇਹੋ ਹੀ ਚਾਹੁੰਦਾ ਕਿ ਜਿਹੜੀ ਪ੍ਰਾਪਰਟੀ ਹੈ ਨੀਤ ਖਰਾਬ ਕਰਦੀ ਹੈ, ਇਹਦੇ ਤੋਂ ਜਿੰਨਾ ਆਪਣੇ ਰਿਸ਼ਤੇਦਾਰਾਂ ਤੋਂ, ਆਪਣੇ ਪਰਮਾਨੈਂਟ ਜਿਹਨੂੰ ਠੇਕਾ ਦਿੱਤਾ ਹੈ ਉਹਦੇ ਤੋਂ ਦੂਰ ਰਹਿ ਸਕੋ, ਬੈਟਰ ਹੈ। ਔਰ ਅਦਰਵਾਈਜ਼ ਕੰਮ ਔਖਾ ਹੋਏਗਾ। ਔਰ ਜਿਹੜੇ ਵੀ ਤੁਹਾਡੇ ਸੁਨੀਲ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਇਸ ਵਕਤ ਇੱਕ ਤੁਸੀਂ ਟਰਮ ਯੂਜ਼ ਕੀਤੀ ਕਿ ਕਿਰਾਏ ਦੇ ਬਾਰੇ ਵਿੱਚ, ਇੱਥੇ ਆਮ ਤੌਰ ਤੇ ਐਨਆਰਆਈ ਦੀ ਧਾਰਨਾ ਇਹ ਹੁੰਦੀ ਹੈ ਕਿ ਪਿੱਛੇ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਵੱਡੀਆਂ ਵੱਡੀਆਂ ਕੋਠੀਆਂ, ਮਹਿਲਾਂ ਵਰਗੀਆਂ ਕੋਠੀਆਂ ਬਣਾ ਕੇ ਉਹ ਖਾਲੀ ਪਈਆਂ ਨੇ। ਅਕਸਰ ਇਹ ਕਿਰਾਏਦਾਰ ਰੱਖਣ ਤੋਂ ਮਾਰੇ ਡਰਦੇ ਨੇ ਕਿ ਇੱਕ ਵਾਰੀ ਕਿਰਾਏਦਾਰ ਵਾੜ ਦਿੱਤਾ ਤਾਂ ਮੁੜ ਕੇ ਉਹਨੂੰ ਕੱਢਣਾ ਔਖਾ ਹੋ ਜਾਣਾ ਤੇ ਸਮਝੋ ਹੱਥੋਂ ਘਰ ਹੀ ਗਿਆ ਪੂਰਾ। ਕੀ ਇਹ ਵਾਕਈ ਇੰਨਾ ਮੁਸ਼ਕਿਲ ਹੈ ਕਿ ਉੱਥੇ ਕਿਰਾਏਦਾਰਾਂ ਨੂੰ ਜੇਕਰ ਘਰ ਸੌਂਪ ਦਿੱਤਾ ਜਾਂਦਾ ਹੈ ਤਾਂ ਮੁੜ ਕੇ ਉਹਨਾਂ ਨੂੰ ਕੱਢਣਾ ਜਾਂ ਕੋਈ ਟਰਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦੀ ਹੈ? ਦੇਖੋ, ਫਿਰ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਕਿਰਾਏਦਾਰ ਰੱਖਦੇ ਹਾਂ, ਜੇ ਤੇ ਉਹ ਸ਼ਹਿਰੀ ਇਲਾਕੇ 'ਚ ਰੱਖਿਆ ਤੇ ਉਹਦੇ ਨਾਲ ਕਿਰਾਏਨਾਮਾ ਲਿਖਿਆ ਜਾਂਦਾ, ਜੇ ਉਹਨੂੰ ਪੇਂਡੂ ਇਲਾਕੇ 'ਚ ਰੱਖਦੇ ਆ ਤੇ ਲੀਜ਼ ਡੇਟ ਲਿਖੀ ਜਾ ਸਕਦੀ। ਹੁਣ ਤੁਸੀਂ ਲੀਜ਼ ਡੇਟ ਦੀਆਂ ਟਰਮਸ ਕੀ ਲਿਖੀਆਂ ਉਹਨਾਂ ਟਰਮਸ ਦੇ ਉੱਤੇ ਡਿਪੈਂਡ ਕਰਦਾ ਹੈ। ਔਰ ਮੈਂ ਇੱਕ ਕਿਰਾਏਨਾਮਾ ਤੁਹਾਨੂੰ ਸੁਜੈਸਟ ਕਰਦਾ ਜੋ ਕਿ ਮੈਂ ਜਨਰਲੀ ਆਪਣੇ ਕਿਰਾਏਦਾਰਾਂ ਕੋਲ ਲਿਖਾਉਣਾ, ਉਹਦੇ ਵਿੱਚ ਮੈਂ ਇਹ ਵੀ ਲਿਖਾਉਣਾ ਕਿ ਜੇ ਕੱਲ ਨੂੰ ਮੈਂ 1 ਮਹੀਨੇ ਦਾ ਨੋਟਿਸ ਦਊਂਗਾ ਖਾਲੀ ਕਰਨ ਦਾ, ਐਗਜ਼ਾਮਪਲ ਦੇ ਰਿਹਾ ਮੈਂ, ਤੇ ਜੇ ਉਹ 1 ਮਹੀਨੇ 'ਚ ਪ੍ਰਾਪਰਟੀ ਖਾਲੀ ਨਹੀਂ ਕਰਦਾ ਤੇ ਮੈਂ ਇਹਦੇ ਕੋਲੋਂ ਇੱਕ ਚੈੱਕ ਲੈ ਰਿਹਾ ਜਿਹਦੀ ਕੀਮਤ 10 ਲੱਖ ਰੁਪਇਆ ਭਰਵਾਈ ਗਈ ਹੈ ਤੇ ਲਿਟੀਗੇਸ਼ਨ ਕਾਸਟ ਦਾ ਚੈੱਕ ਲੈ ਰਿਹਾ। ਇਨ ਕੇਸ ਮੈਂ ਇਹਨੂੰ ਨੋਟਿਸ ਦਿੱਤਾ ਔਰ ਇਹ ਖਾਲੀ ਨਹੀਂ ਕਰੇਗਾ ਤੇ 10 ਲੱਖ ਦਾ ਚੈੱਕ ਕੈਸ਼ ਕਰਾਉਣ ਦਾ ਮੈਂ ਅਧਿਕਾਰੀ ਹੋਊਂਗਾ ਔਰ ਲਿਟੀਗੇਸ਼ਨ ਕਾਸਟ ਦਾ ਪੈਸਾ ਲੈ ਕੇ ਇਹਦੇ ਤੇ ਲਿਟੀਗੇਸ਼ਨ ਲੜੂੰਗਾ। ਫਿਰ ਜਿੰਨੀ ਦੇਰ ਲਿਟੀਗੇਸ਼ਨ ਚੱਲੂਗੀ ਰੈਂਟ ਹਰ ਮਹੀਨੇ ਡਬਲ ਕਰੂੰਗਾ ਜਾਂ ਹਰ ਮਹੀਨੇ ਇੰਨੇ ਪੈਸੇ ਵੱਧ ਜਾਣਗੇ। ਔਰ ਇਹੋ ਜਿਹੇ ਕੁਝ ਰਾਈਟਸ, ਔਰ ਜਦੋਂ ਮੈਂ ਲਿਖਾ ਲੈਣਾ ਜਾਂ ਰੈਂਟ ਜੇ ਲੇਟ ਦਊਗਾ ਤੇ ਪਹਿਲੇ ਦਿਨ 50 ਰੁਪਏ ਜੁਰਮਾਨਾ, ਅਗਲੇ ਦਿਨ 100 ਰੁਪਏ, ਅਗਲੇ ਦਿਨ 150 ਰੁਪਏ। ਸੋ ਕਈ ਸਾਰੀਆਂ ਐਸੀਆਂ ਸ਼ਰਤਾਂ ਨੇ ਜਿਹੜੀਆਂ ਐਡ ਕਰਾਈਆਂ ਜਾ ਸਕਦੀਆਂ। ਦੂਜੀ ਗੱਲ, ਉਸ ਬੰਦੇ ਦੀ ਪੁਲਿਸ ਵੈਰੀਫਿਕੇਸ਼ਨ ਮੋਸਟ ਇੰਪੋਰਟੈਂਟ ਹੈ। ਜ਼ਿਆਦਾਤਰ ਬੰਦੇ ਪਿਛਲੇ ਐਡਰੈਸ ਦੀ ਪੁਲਿਸ ਵੈਰੀਫਿਕੇਸ਼ਨ ਕਰਾਉਂਦੇ ਨੇ
ਜਿੱਥੇ ਕਿ ਉਹ ਰਹਿ ਨਹੀਂ ਰਹੇ ਹੁੰਦੇ, ਉਹਨਾਂ ਦਾ ਅਸਲੀ ਘਰ ਨਹੀਂ ਪਤਾ ਹੁੰਦਾ। ਜਿਹਨੂੰ ਵੀ ਤੁਸੀਂ ਰੈਂਟ ਤੇ ਮਕਾਨ ਦੇਣਾ ਹੈ, ਉਸ ਬੰਦੇ ਦੇ ਪਾਸਪੋਰਟ, ਉਹਦੇ ਪਰਿਵਾਰ ਦੇ ਪਾਸਪੋਰਟ ਦੀਆਂ ਕਾਪੀਆਂ ਤੁਸੀਂ ਰੱਖੋ। ਇਨ ਕੇਸ ਕੋਈ ਤੁਹਾਡੀ ਉਹ, ਫਿਰ ਉਹਨੂੰ ਕਦੀ ਸਾਰਾ ਘਰ ਕਦੀ ਨਹੀਂ ਇਕੱਠਾ ਦੇਣਾ, ਉਹਨੂੰ 2 ਕਮਰੇ ਦਿਓ, ਬਾਕੀ ਨੂੰ ਤਾਲਾ ਲਾ ਕੇ ਰੱਖੋ। ਔਰ ਘਰ ਦੇ ਬਾਹਰ ਪ੍ਰਾਪਰਟੀ ਕਿਹਦੀ ਆ ਉਹਦਾ ਬੋਰਡ ਲੱਗਾ ਹੋਣਾ ਚਾਹੀਦਾ। ਕੈਮਰੇ ਲਾਓ, ਕੈਮਰਿਆਂ ਦਾ ਅਸੈਸ ਆਪਣੇ ਕੋਲ ਰੱਖੋ। ਕਈ ਸਾਰੇ ਰਸਤੇ ਨੇ। ਦੇਖੋ, ਜਿਹੜੇ ਬੰਦੇ ਦੀ ਨੀਤ ਮਾੜੀ ਹੋ ਗਈ ਹੈ ਨਾ ਮੈਮ, ਤੁਹਾਡੇ ਕੋਲ ਵੀ ਤੁਹਾਡੀ ਚੀਜ਼ ਚੋਰੀ ਕਰਕੇ ਲੈ ਜਾਣੀ ਹੈ। ਉਹਦੀ ਨੀਤ ਹੈ ਕਿ ਮੈਡਮ ਦਾ ਪੈਨ ਚਰਾਣਾ, ਤੇ ਉਹਨੇ ਪੈਨ ਚਰਾ ਲੈਣਾ। ਔਰ ਜਿਹਦੀ ਸਾਫ਼ ਹੈ ਉਹਨੇ ਰੱਖਣੀ ਹੈ। ਪਰ ਫਿਰ ਵੀ ਪ੍ਰੀਵੈਂਸ਼ਨ ਦੇ ਬੜੇ ਸਾਰੇ ਤਰੀਕੇ ਨੇ, ਬਚਿਆ ਜਾ ਸਕਦਾ ਹੈ। ਕਿਉਂਕਿ ਡਾਕੂਮੈਂਟ ਗਲਤ ਬਣਿਆ ਹੋਏਗਾ ਤੇ ਬਚਣਾ ਮੁਸ਼ਕਿਲ ਹੈ। ਜਦੋਂ ਉਹਨੂੰ ਇਹ ਪਤਾ ਹੋਗਾ ਕਿ ਇਹਨੇ ਮੇਰਾ 10 ਲੱਖ ਦਾ ਚੈੱਕ ਬਾਉਂਸ ਕਰਾ ਕੇ ਮੇਰੇ ਤੇ ਚੈੱਕ ਦਾ ਵੀ ਕੇਸ ਪਾਤਾ, ਤੇ ਘੱਟੋ ਘੱਟ 10 ਲੱਖ ਦੇ ਜਾਂ 5-5 ਲੱਖ ਦੇ 2 ਜਾਂ 3 ਚੈੱਕ ਲਵੋ ਉਹਦੇ ਕੋਲੋਂ, ਉਹਦੇ ਪਰਿਵਾਰ ਦੇ ਨਾਲ, ਔਰ ਉਹਦਾ ਜ਼ਿਕਰ ਕਰੋ ਆਪਣੇ ਕਿਰਾਏਨਾਮੇ 'ਚ। ਤੇ ਚੈੱਕ ਬਾਉਂਸ ਤੇ ਨਾਲ ਹੀ ਠੋਕੋ ਚੈੱਕ ਬਾਉਂਸਿੰਗ ਦੇ ਕੇਸ, ਤੇ ਚੈੱਕ ਵੀ ਲਾਓ 300 ਕਿਲੋਮੀਟਰ ਦੂਰ। ਜਿੱਥੇ ਨੋਟਿਸ ਹੈਗਾ, ਹੁਣ ਤੇ ਇੱਥੇ ਇੰਡੀਆ 'ਚ ਪ੍ਰੋਵੀਜ਼ਨ ਹੈ, ਅੰਮ੍ਰਿਤਸਰ ਦੀ ਪ੍ਰਾਪਰਟੀ ਨੂੰ ਮੇਰੇ ਕਿਰਾਏਦਾਰ ਨੇ ਚੈੱਕ ਦਿੱਤਾ, ਮੈਂ ਚੰਡੀਗੜ੍ਹੋਂ ਲਾਉਣਾ, ਬਾਉਂਸ ਹੁੰਦਾ ਤੇ ਚੰਡੀਗੜ੍ਹ ਕੇਸ ਪੈਣਾ ਹੈ ਤੇ ਅੰਮ੍ਰਿਤਸਰ ਉਹਨੂੰ ਚੜਾ ਕੇ ਧੱਕੇ ਖਾਣੇ ਪੈਣਗੇ, ਨਾ ਕਿ ਮੈਨੂੰ ਅੰਮ੍ਰਿਤਸਰ ਜਾਣਾ ਪਏਗਾ। ਸੋ ਬਾਕੀ ਕੋਈ ਚੰਗੇ ਸਿਆਣੇ ਵਕੀਲ ਆਪਣੇ ਨਾਲ ਰੱਖੋ, ਜਿਹੜੇ ਤੁਹਾਡਾ ਕਿਰਾਏਨਾਮਾ ਜਾਂ ਤੁਹਾਡੇ ਕੇਅਰ ਟੇਕਰ ਬਣ ਸਕਣ, ਔਰ ਤੁਹਾਡੀ ਪ੍ਰਾਪਰਟੀ ਦਾ ਧਿਆਨ ਰੱਖ ਸਕਣ। ਇੰਸਪੈਕਸ਼ਨ ਹੈ, ਬੱਤੀ ਦਾ ਬਿੱਲ ਹੈ, ਪਾਣੀ ਦਾ ਬਿੱਲ ਹੈ, ਉਹਨਾਂ ਬਿੱਲਾਂ ਦੀ ਅੱਜਕੱਲ ਆਨਲਾਈਨ ਸਿਸਟਮ ਚੱਲਦਾ ਹੈ, ਉਹਨੂੰ ਆਨਲਾਈਨ ਲਿਖੋ, ਆਪਣੇ ਉਹਦੇ 'ਚ ਐਡ ਕਰੋ। ਸੋ ਇਹ ਸਾਰੀਆਂ ਗੱਲਾਂ ਧਿਆਨ ਰੱਖਦੇ ਹੋਏ ਆਪਣਾ ਕੰਮ ਕਰੋ ਜੀ। ਬਾਕੀ ਫਿਰ ਵੀ ਮੁਸ਼ਕਲ ਹੁੰਦਾ ਹੈ, ਕੋਈ ਸ਼ੱਕ ਨਹੀਂ, ਕਿਉਂਕਿ ਜਿਹੜਾ ਬੰਦਾ ਇੰਡੀਆ 'ਚ ਬੈਠਾ ਉਹਦੇ ਲਈ ਇੰਡੀਆ ਦਾ ਕੇਸ ਲੜਨਾ ਔਖਾ ਹੈ, ਔਰ ਜਿਹੜਾ NRI ਬੈਠਾ ਉਹਦੇ ਵਿਚਾਰੇ ਲਈ ਤੇ ਔਖਾ ਹੈਗਾ ਹੀ ਹੈਗਾ। ਇਸ ਕਰਕੇ ਮੈਂ ਤੇ ਇਹੋ ਹੀ ਹਮੇਸ਼ਾ ਸਲਾਹ ਦਿੰਦਾ ਕਿ ਜ਼ਿਆਦਾ ਵਿਜੀਲੈਂਟ ਰਹਿ ਕੇ ਕੰਮ ਕਰੋ, ਨਾ ਕਿ ਮੌਕੇ ਤੇ ਪਛਤਾਣਾ ਪਵੇ ਤੁਹਾਨੂੰ, ਮੌਕੇ ਤੇ ਤੁਹਾਨੂੰ ਦਿੱਕਤ ਆਵੇ। ਸੋ ਇਸ ਕਰਕੇ ਜਦੋਂ ਵੀ ਕਿਸੇ ਨਾਲ ਕੋਈ ਵੀ ਡੀਲ ਕਰਨੀ ਹੈ, ਉਹ ਬੜੀ ਕ੍ਰਿਸਟਲ ਕਲੀਅਰ ਤੇ ਇਮੋਸ਼ਨਸ ਆ ਕੇ ਨਹੀਂ ਕਰਨੀ। ਇਮੋਸ਼ਨ ਬਿਲਕੁਲ ਨਹੀਂ ਕਰਨੀ। ਜਦੋਂ ਇੱਕ ਪ੍ਰੋਪਰ ਬਿਜ਼ਨਸ ਡੀਲ ਹੋ ਰਹੀ ਹੈ ਤੇ ਉਹਨੂੰ ਬਿਜ਼ਨਸ ਡੀਲ ਦੇ ਮੁਤਾਬਕ ਕਰੋ, ਜੇ ਪ੍ਰੋਫੈਸ਼ਨਲ ਡੀਲ ਹੋ ਰਹੀ ਉਹਨੂੰ ਪ੍ਰੋਫੈਸ਼ਨਲ ਡੀਲ ਦੇ ਮੁਤਾਬਕ ਕਰੋ। ਕਿਉਂਕਿ ਲਾਅ 'ਚ ਇਮੋਸ਼ਨ ਦੀ ਕੋਈ ਵੈਲਿਊ ਨਹੀਂ ਹੈ, ਉੱਥੇ ਐਵੀਡੈਂਸ ਚੱਲਣੀ ਹੈ, ਉਹਦੇ 'ਚ ਰੈਸ਼ਨਲ ਡਿਸੀਜਨ ਚੱਲਣੇ ਆ, ਉਹਦੇ 'ਚ ਲਾਅ ਪੁਆਇੰਟ ਚੱਲਣੇ ਆ। ਸੋ ਗਲਤੀ ਆਪਾਂ ਇਮੋਸ਼ਨਲ ਹੋ ਕੇ ਹੀ ਕਰਦੇ ਆ। ਸੋ ਇਸ ਕਰਕੇ ਮਤਲਬ ਸਾਰਿਆਂ ਨੂੰ ਰਾਏ ਦਊਂਗਾ, ਭੈਣ ਭਰਾਵਾਂ ਨੂੰ, ਕਿ ਇਮੋਸ਼ਨਲ ਗਤੀ ਜ਼ਿੰਦਗੀ 'ਚ ਕੋਈ ਕੰਮ ਨਹੀਂ ਕਰਨਾ ਆਪਾਂ ਜੀ। ਬਿਲਕੁਲ। ਤੇ ਸੁਨੀਲ ਜੀ, ਵੈਸੇ ਤੁਸੀਂ ਕਿਹੜੀਆਂ ਸੇਵਾਵਾਂ ਦਿੰਦੇ ਹੋ? ਕਿਸ ਪ੍ਰਕਾਰ ਦੇ ਮੁਕੱਦਮੇ ਤੁਸੀਂ ਜਾਂ ਤੁਹਾਡੀ ਟੀਮ ਦੇ ਵੱਲੋਂ ਲੜੇ ਜਾਂਦੇ ਨੇ, ਜਿਹੜੇ ਸਾਡੇ NRIs ਦਾ ਫਾਇਦਾ ਲੈ ਸਕਦੇ ਨੇ? ਮੈਡਮ, ਪਹਿਲੀ ਗੱਲ ਤੇ ਮੈਂ ਇਹ ਦੱਸ ਦਿੰਦਾ ਆਪਣੇ ਦਰਸ਼ਕਾਂ ਨੂੰ ਕਿ ਮੈਂ ਪਹਿਲਾਂ ਕਲਾਇੰਟ ਦੀ ਇੰਟਰਵਿਊ ਕਰਦਾ ਜੀ। ਔਰ ਜੇ ਮੈਨੂੰ ਕਲਾਇੰਟ ਦੇ ਉੱਤੇ ਕੌਨਫੀਡੈਂਸ ਆਉਂਦਾ ਕਿ ਵਾਕਈ ਇਹ ਇਮਾਨਦਾਰ ਹੈ ਔਰ ਇਹਦੇ ਨਾਲ ਧੱਕਾ ਹੋਇਆ ਹੈ, ਜਾਂ ਇਹ ਜੈਨੂਨ ਹੈ, ਇਹਦੇ ਵੱਲੋਂ ਕੋਈ ਸ਼ਰਾਰਤ ਨਹੀਂ ਹੋਈ, ਸੋ 90% ਤੇ ਮੈਂ ਉਹੀ 99% ਕੇਸ ਮੈਂ ਉਹ ਲੈਣਾ ਜਿਹਦੇ ਵਿੱਚ ਮੈਨੂੰ ਰਿਐਲਿਟੀ ਦਿਖੇ ਕਿ ਵਾਕਈ ਯਾਰ ਇਸ ਬੰਦੇ ਨਾਲ ਧੱਕਾ ਹੋਇਆ ਹੈ। ਮੈਂ ਇਹੋ ਜਿਹੇ ਕੇਸ ਕਦੀ ਨਹੀਂ ਲੈਂਦਾ ਜਿਹਦੇ ਵਿੱਚ ਸ਼ਰਾਰਤ ਹੋਵੇ ਤੇ ਸਾਹਮਣੇ ਵਾਲੇ ਬੰਦੇ ਨੂੰ ਪਰੇਸ਼ਾਨ ਕਰਨਾ ਹੋਵੇ। ਫਿਰ ਸੈਕਿੰਡ, NRI ਤੇ ਮੈਟਰੀਮੋਨੀਅਲ ਡਿਸਪਿਊਟ ਕਾਫੀ ਨੇ। ਬਾਕੀ ਅਸੀਂ ਹਰ ਤਰ੍ਹਾਂ ਦਾ ਮੁਕੱਦਮਾ ਲੈਂਦੇ ਆ, ਸਰਵਿਸ ਮੈਟਰ ਹੈ, ਪ੍ਰਾਪਰਟੀ ਹੈ, ਔਰ ਪੈਨ ਪੰਜਾਬ ਕੰਮ ਕਰਦੇ ਆ। ਡਿਪੈਂਡ ਕਰਦਾ ਹੈ ਕਲਾਇੰਟ ਉਸ ਮੁਤਾਬਕ ਜਿਹੜੀ ਫੀਸ ਹੈ ਜਾਂ ਜੋ ਵੀ ਸਾਡੀਆਂ ਟਰਮਸ ਨੇ ਉਹਨੂੰ ਆਪਣੇ ਤੌਰ ਤੇ ਕਲੀਅਰ ਕਰੇ ਔਰ ਉਹਦੀ ਪੈਰਵਾਈ ਕਰਦੇ ਆ। ਅਸੀਂ ਲੀਗਲ ਕੰਸਲਟੈਂਸੀ ਵੀ ਦਿੰਦੇ ਆ। ਜ਼ਰੂਰੀ ਨਹੀਂ ਕਿ ਕੋਰਟ ਕੇਸ ਹੀ ਲੜਨਾ ਹੈ, ਕੋਰਟ ਕੇਸ ਤੋਂ ਇਲਾਵਾ ਵੀ ਬੜੀਆਂ ਰੈਮੀਡੀਜ਼ ਨੇ, ਅਸੀਂ ਉਹ ਰੈਮੀਡੀਜ਼ ਗਾਈਡ ਕਰਦੇ ਆ। ਜਿਹੜੀ ਡਾਕੂਮੈਂਟੇਸ਼ਨ ਹੈ ਉਹ ਕਰਦੇ ਆ, ਕਈ ਕੁਝ ਹੋਰ ਕਰਦੇ ਆ, ਵਸੀਅਤ ਕਿਵੇਂ ਲਿਖਣੀ ਹੈ, ਮਤਲਬ ਬੜੇ ਸਾਰੇ ਲੀਗਲ ਫੈਸਿਲਿਟੀਜ਼ ਨੇ। ਜਿਹੜੇ ਸਾਡੇ NRI ਭੈਣ ਭਰਾ, ਸਾਰੇ ਇੰਡੀਅਨ ਭੈਣ ਭਾਈ ਫੋਰਨ ਜਾਣਾ ਚਾਹੁੰਦੇ ਆ, ਉਹਨਾਂ ਦੀ ਫਾਈਲ 'ਚ ਲੀਗਲ ਲੈਵਲ ਤੇ ਜੇ ਕੋਈ ਕਮੀ ਪੇਸ਼ੀ ਹੈ, ਜਿਵੇਂ ਝੂਠੇ ਸਰਟੀਫਿਕੇਟ ਕੋਈ ਲਵਾਉਂਦਾ ਹੈ ਏਜੰਟ, ਉਹਦੀਆਂ ਕੌਨਸੀਕੁਐਂਸਿਸ ਗਾਈਡ ਕਰਦੇ ਆ, ਜਾਂ ਸਰਟੀਫਿਕੇਟ ਮਤਲਬ ਓਰੀਜਨਲ ਫਾਈਲ ਕਿਵੇਂ ਲਾ ਕੇ ਜੈਨੂਨ ਵੀਜ਼ਾ ਲਿੱਤਾ ਜਾ ਸਕਦਾ, ਉਹਦੇ ਤੇ ਗਾਈਡੈਂਸ ਹੈ। ਸੋ ਦੇयर ਆਰ ਡਿਫਰੈਂਟ ਮੈਟਰਸ, ਔਰ ਉਹਦੇ ਤੇ ਅਸੀਂ ਗਾਈਡ ਕਰਦੇ ਜੀ। ਤੁਸੀਂ ਮੈਟਰੀਮੋਨੀਅਲ ਡਿਸਪਿਊਟਸ ਦੀ ਗੱਲ ਕੀਤੀ ਸੀ, ਅਜਿਹੇ ਵੀ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਹਦੇ ਵਿੱਚ ਕੀ ਏਦਾਂ ਹੁੰਦਾ ਹੈ ਕਿ ਇੱਕ ਸਪਾਊਸ ਦੇ ਵਿੱਚੋਂ ਇੱਕ ਪਰਸਨ ਇੱਥੇ ਆਉਂਦਾ ਹੈ ਤੇ ਇੱਥੇ ਆ ਕੇ ਕਿਸੇ ਹੋਰ ਪਾਰਟਨਰ ਨਾਲ ਲਿਵ ਇਨ ਦੇ ਵਿੱਚ ਰਹਿਣ ਲੱਗ ਜਾਂਦਾ ਤੇ ਆਪਣੇ ਪਿਛਲੇ ਪਾਰਟਨਰ ਨੂੰ ਡਿਵੋਰਸ ਦੇ ਲੈਟਰਸ ਜਿਹੜੇ ਉਹ ਭੇਜ ਦਿੰਦਾ ਹੈ, ਪੇਪਰ ਭੇਜ ਦਿੰਦਾ ਆ। ਅਜਿਹੇ ਮਾਮਲਿਆਂ ਦੇ ਵਿੱਚ ਵੀ ਕੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ, ਜਾਂ ਉਹਦੇ ਇੱਥੇ ਸਟੇ ਦੇ ਉੱਤੇ ਜਿਹੜਾ ਆ ਕੋਈ ਉਹਦੇ ਇਮੀਗ੍ਰੇਸ਼ਨ ਦੇ ਸਟੇਟਸ ਦੇ ਉੱਤੇ ਕਿਸੇ ਪ੍ਰਕਾਰ ਨਾਲ ਕੋਈ ਕਾਰਵਾਈ ਕੀਤੀ ਜਾ ਸਕਦੀ ਆ? ਬਿਲਕੁਲ ਕੀਤੀ ਜਾ ਸਕਦੀ ਹੈ। ਇੰਡੀਆ 'ਚ ਸਾਡੇ ਕੋਲ ਲਾਅ 'ਚ ਪ੍ਰੋਵੀਜ਼ਨ ਹੈ
ਔਰ ਜਦੋਂ ਤੁਸੀਂ ਮਤਲਬ ਹਸਬੈਂਡ ਵਾਈਫ ਹੋ ਤੇ ਇੱਕ ਬੰਦਾ ਵੀ ਛੱਡ ਕੇ ਦੂਜੇ ਵੱਲੋਂ ਬਾਹਰ ਜਾਂਦਾ ਹੈ, ਕਿਸੇ ਹੋਰ ਪਾਰਟਨਰ ਨਾਲ ਲਿਵਿੰਗ ਇਨ ਚ ਰਹਿੰਦਾ ਹੈ, ਤੇ ਲੀਗਲੀ ਉਹ ਬਾਈਗੇਮੀ ਅਡਲਟਰੀ ਦੇ ਵਿੱਚ ਆਉਂਦਾ ਹੈ। ਔਰ ਉਹਦੇ ਲਈ ਇੰਡੀਆ ਵਿੱਚ ਐਸਟੈਬਲਿਸ਼ ਕਰਨਾ ਰਿਲੇਸ਼ਨ, ਹੁਣ ਜਿਵੇਂ ਇੱਕ ਲੜਕਾ ਹੈ ਅੰਮ੍ਰਿਤਸਰ ਦਾ, ਤਰਨਤਾਰਨ ਦਾ, ਉਹਦੀ ਵਾਈਫ ਆਪਣੇ ਮਤਲਬ ਫੈਮਿਲੀ ਦੇ ਕੰਟਰੋਲ 'ਚ ਹੈ, ਔਰ ਅਸੀਂ ਉਹਦੇ ਤੇ ਉਹਦੀ ਫੈਮਿਲੀ ਦੇ ਖਿਲਾਫ ਸੈਕਸ਼ਨ 9 ਜਿਹਨੂੰ ਕਹਿੰਦੇ ਆ ਕਿ ਮੇਰੀ ਮੈਰਿਡ ਵਾਈਫ ਹੈ, ਜਾਂ ਤੇ ਮੇਰੇ ਨਾਲ ਆ ਕੇ ਰਵੇ ਤੇ ਜਾਂ ਫਿਰ ਮੈਨੂੰ ਬਾਹਰ ਸੱਦੇ, ਮੈਨੂੰ ਇੰਡੀਆ 'ਚ ਆ ਕੇ ਰਹਿ ਲੈ, ਮੈਨੂੰ ਤਾਂ ਵੀ ਕੋਈ ਇਤਰਾਜ਼ ਨਹੀਂ। ਤੇ ਇਹੋ ਜਿਹੇ ਮੁਕੱਦਮੇ ਪਲੱਸ ਉਹਨਾਂ ਦੇ ਖਿਲਾਫ ਕ੍ਰਿਮੀਨਲ ਮੁਕੱਦਮੇ, ਕਿਉਂਕਿ ਇਹੋ ਜਿਹੇ ਮੁਕੱਦਮਿਆਂ 'ਚ ਮਾਂ ਪਿਓ ਪੱਲਾ ਝਾੜ ਲੈਂਦੇ ਜੀ, ਕੁੜੀ ਦੇ ਸਾਡੇ ਕਹਿਣੇ ਤੋਂ ਬਾਹਰ ਹੈ, ਕਹਿਣੇ ਤੋਂ ਬਾਹਰ ਹੈ। ਬਿਲਕੁਲ। ਅੱਜ ਵੀ ਇੱਕ ਪਰਿਵਾਰ ਆਇਆ ਸੀ, ਪਰ ਜਦੋਂ ਵੇਖੋ ਚੈਟਾਂ ਵੇਖੋ, ਈਮੇਲਾਂ ਵੇਖੋ, ਮਾਂ ਪਿਓ ਦੇ ਪਾਸਪੋਰਟ ਪਹਿਲਾਂ ਬਣਦੇ ਆ, ਸੱਸ ਸਹੁਰੇ ਨੂੰ ਕਦੇ ਨਹੀਂ ਕਿਹਾ ਜਾਂਦਾ ਤੁਸੀਂ ਪਾਸਪੋਰਟ ਬਣਵਾ ਲਓ। ਸੋ ਉਹਨਾਂ ਨੂੰ ਪੈਸੇ ਵੀ ਭੇਜੇ ਜਾਂਦੇ ਆ ਤੇ ਸੱਸ ਸਹੁਰੇ ਨੂੰ ਇਗਨੋਰ ਕੀਤਾ ਜਾਂਦਾ। 35-35 40-40 ਲੱਖ ਰੁਪਇਆ ਸਹੁਰੇ ਪਰਿਵਾਰ ਦਾ ਲਾਇਆ ਜਾਂਦਾ। ਜਦ ਤੱਕ ਪੈਸੇ ਸਹੁਰਾ ਪਰਿਵਾਰ ਦੇ ਰਿਹਾ ਹੁੰਦਾ ਉਦੋਂ ਤੱਕ ਡੈਡੀ ਜੀ ਹੁੰਦੇ ਨੇ, ਤੇ ਬਾਅਦ ਚੋਂ ਕਿਹਾ ਜਾਂਦਾ ਵੀ ਤੂੰ ਕੌਣ ਹੈ, ਤੂੰ ਤੜਕਦੀਆਂ ਗੱਲਾਂ ਕਰਦੇ ਨੇ। ਗੰਦੇ ਪਰਿਵਾਰ ਜਿਹੜੇ ਆਪਣੀਆਂ, ਮੈਂ ਪੰਜਾਬੀ 'ਚ ਕਹਿੰਦਾ, ਧੀਆਂ ਵੇਚਦੇ ਨੇ, ਉਹ ਇਹੋ ਕੁਛ ਕਰਦੇ ਨੇ। ਸੋ ਕਈ ਅੱਜ ਕੱਲ੍ਹ ਮੁੰਡੇ ਘੱਟ ਕਰ ਰਹੇ ਨੇ, ਜਦਕਿ ਕੁੜੀਆਂ ਜ਼ਿਆਦਾ ਕਰ ਰਹੀਆਂ, ਗੰਦਗੀ ਖਿਲਾਫ ਰਹੀਆਂ ਨੇ, ਔਰ ਡੇਲੀ ਹਜ਼ਾਰਾਂ ਕੇਸ, ਸੈਂਕੜੇ ਕੇਸ ਆ ਰਹੇ ਨੇ, ਔਰ ਇਹੋ ਜਿਹਿਆਂ ਦੇ ਉੱਤੇ ਨਕੇਲ ਜਲਦੀ ਕੱਸੀ ਜਾਣੀ ਹੈ। ਇਹੋ ਜਿਹੇ ਮਾਮਲਿਆਂ ਦੇ ਉੱਤੇ ਵੀ ਸਾਡੀ ਪੰਜਾਬ ਪੁਲਿਸ ਨਾਲ ਤੇ ਸਰਕਾਰ ਨਾਲ ਰਿਪਰੈਜ਼ੈਂਟੇਸ਼ਨ ਚੱਲ ਰਹੀ ਹੈ, ਪੈਂਡਿੰਗ ਹੈ, ਔਰ ਦੇਖੋ ਕੀ ਬਣਦਾ। ਉਹ ਇੱਕ ਪਰਿਵਾਰ ਤੇ ਇਹੋ ਜਿਹਾ ਸੀ, ਮੈਂ ਮੁੰਡੇ ਵੱਲੋਂ ਕੇਸ ਲੜਿਆ, ਲੜਕੀ ਵਾਲਿਆਂ ਨੇ ਮੇਰੇ ਖਿਲਾਫ ਵੀ ਸ਼ਿਕਾਇਤ ਪਾਤੀ, ਜਿੱਥੇ ਜਿੱਥੇ ਸ਼ਿਕਾਇਤ ਕੀਤੀ ਉਹਨਾਂ ਨੇ ਆਪਣੇ ਸਹੁਰੇ ਪਰਿਵਾਰ, ਜਵਾਈ ਬਾਰੇ ਤੇ ਮੇਰਾ ਵੀ ਨਾਂ ਲਿਖਤਾ। ਅੱਜ ਉਹਨਾਂ ਨੂੰ ਲਗਭਗ 3-4 ਕਰੋੜ ਰੁਪਏ ਦਾ ਮੁਕੱਦਮਾ ਫੇਸ ਕਰਨਾ ਪਏਗਾ, ਆਲਰੇਡੀ ਪੈਂਡਿੰਗ ਹੈ ਕੋਰਟ 'ਚ, ਚੰਡੀਗੜ੍ਹ ਕੋਰਟ 'ਚ ਮੈਂ ਪਾਇਆ, ਕਿਉਂਕਿ ਇੱਕ ਵਕੀਲ ਨੂੰ, ਇੱਕ ਵਕੀਲ ਜਿਹੜਾ ਹੈ ਆਫੀਸਰ ਆਫ ਕੋਰਟ ਹੈ ਔਰ ਸਟੈਚੂਏਟ ਬੋਰਡ ਮੈਂਬਰ ਹੈ, ਉਹਨੂੰ ਉਹਦੀ ਡਿਊਟੀ ਕਰਨ ਤੋਂ ਰੋਕਣਾ, ਕਿਸੇ ਵੀ ਕਿਸਮ 'ਚ ਧਮਕਾਉਣਾ ਬਹੁਤ ਮਹਿੰਗਾ ਪੈਂਦਾ ਹੈ। ਸੋ ਅੱਜ ਉਹ ਭੱਜੇ ਫਿਰਦੇ ਪਏ ਨੇ। ਸੋ ਦੇਖਦੇ ਆ ਕੀ ਬਣਦਾ। ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਵੇਂ ਐਵੇਂ ਦੀਆਂ ਫੈਮਲੀਜ਼ ਹੁੰਦੀਆਂ ਨੇ, ਕਿ ਤੁਸੀਂ ਕਿਹਾ ਕਿ ਬਾਹਰ ਨਹੀਂ ਬੁਲਾਉਂਦੇ ਹੈਗੇ ਜਾਂ ਇੰਨੇ ਪੈਸੇ ਲਗਾਏ ਜਾਂਦੇ ਨੇ, ਅਜਿਹੇ ਦੇ ਵਿੱਚ ਇੱਕ ਮਾਮਲਾ ਇਹ ਵੀ ਜਿਹੜਾ ਸਾਹਮਣੇ ਆਉਂਦਾ ਹੈ ਕਿ ਪੈਸੇ ਤਾਂ ਲਗਾ ਲਏ ਜਾਂਦੇ ਨੇ, ਉਸ ਦੇ ਵਿੱਚ ਦੋਵਾਂ ਦੀ ਸਹਿਮਤੀ ਹੁੰਦੀ ਆ, ਪਰ ਦੂਜੇ ਪਾਸੇ ਇਹ ਵੀ ਹੈ ਕਿ ਜਿਵੇਂ ਆਪਾਂ ਗੱਲ ਕਰੀਏ, ਲਾਡੀ ਜਿਹੜਾ ਆ ਕੇਸ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਸੀ। ਅਜਿਹੇ ਮਾਮਲਿਆਂ ਦੇ ਵਿੱਚ ਜੀ ਲਵਪ੍ਰੀਤ, ਉਹਨਾਂ ਦਾ ਕੇਸ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਸੀ। ਸੋ ਅਜਿਹੇ ਮਾਮਲਿਆਂ ਦੀ ਜੇਕਰ ਗੱਲ ਕੀਤੀ ਜਾਵੇ, ਜਦੋਂ ਇਸ ਤਰੀਕੇ ਦੀ ਆਇਲਟਸ ਮੈਰਿਜਸ ਹੁੰਦੀਆਂ ਨੇ, ਅਜਿਹੇ ਇੰਸਟੀਚਿਊਟਸ ਵਗੈਰਾ ਉੱਤੇ ਵੀ ਕੋਈ ਨਕੇਲ ਕੱਸ ਰਹੇ, ਕਿਉਂਕਿ ਅੱਜ ਕੱਲ੍ਹ ਇੰਸਟੀਚਿਊਟਸ ਵਾਲੇ, ਆਇਲਟਸ ਇੰਸਟੀਚਿਊਟਸ ਵਾਲੇ ਹੀ ਜਿਹੜੇ ਹੈਗੇ ਨੇ, ਉਹ ਰਿਸ਼ਤੇ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ, ਮੈਰਿਜ ਬਿਊਰੋ ਵਾਲੇ ਬਣੇ ਹੋਏ ਨੇ। ਮੈਡਮ, ਇਹ ਇਸ ਵੇਲੇ ਬੈਂਡਾਂ ਨਾਲ ਵਿਆਹ, ਉਹ ਲਵਪ੍ਰੀਤ ਲਾਡੀ ਦਾ ਕੇਸ ਵੀ ਮੇਰੇ ਕੋਲ ਹੈ, ਔਰ ਉਮੀਦ ਕਰਦੇ ਆ ਕਿ ਅੰਤ ਕੌਰ ਜਿਹੜਾ ਮਿਸ਼ਨ ਅੰਤ ਹੈ ਉਹ ਦਸੰਬਰ ਤੱਕ ਕੰਪਲੀਟ ਹੋ ਜਾਣਾ ਸਾਡਾ। ਦਸੰਬਰ ਤੋਂ ਜਨਵਰੀ 'ਚ ਵੀ ਦਰਸ਼ਕਾਂ ਨੂੰ ਦੱਸਦੀ, ਕਿਉਂਕਿ ਉਹ ਮੈਨੂੰ ਮੈਸੇਜ ਕਰ ਕਰਕੇ ਪੁੱਛਦੇ ਰਹਿੰਦੇ ਨੇ ਕਿ ਲਵਪ੍ਰੀਤ ਲਾਡੀ ਕੇਸ ਦਾ ਕੀ ਬਣਿਆ, ਹਰਚਰਨ ਪੀਲੀਭੀਤ ਦਾ ਕੀ ਬਣਿਆ। ਮੈਟਰ ਚੱਲ ਰਿਹਾ, ਕੰਮ ਤਾਂ ਪੁਲਿਸ ਨੇ ਕਰਨਾ ਹੈ ਜਾਂ ਸਰਕਾਰ ਨੇ ਕਰਨਾ ਹੈ। ਮੈਂ ਤੇ ਆਪਣੀ ਇੱਕ ਚਿੱਠੀ ਭੇਜ ਕੇ ਸ਼ਾਂਤ ਹੋ ਕੇ ਬਹਿ ਜਾਂਦਾ ਜਾਂ ਉਹਦੀ ਪਿੱਛੇ ਪੈਰਵਾਈ ਕਰਦਾ। ਦੇਖੋ ਇਸ ਤਰ੍ਹਾਂ ਜੀ ਕਿ ਇੱਥੇ ਮੁਰਗੀ ਤੇ ਆਂਡਾ ਪਹਿਲਾਂ ਕੌਣ ਹੈ, ਉਹਦੇ ਤੇ ਸਵਾਲ ਚੱਲ ਰਿਹਾ। ਹੁਣ ਮੁੰਡਾ ਡੈਡੀ ਦੇ ਗੱਲ 'ਚ ਅੰਗੂਠਾ ਦੇ ਦਿੰਦਾ ਕਿ ਪਾਪਾ ਪੈਸੇ ਖਰਚ, ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰਾ ਲੈਂਦੇ ਆ। ਉਹ ਆਪ ਬੈਂਡ ਲੈਣ ਦੀ ਹੈਸੀਅਤ ਨਹੀਂ ਰੱਖਦਾ, ਤੇ ਪਿਤਾ ਜੀ ਨੂੰ ਮਗਰ ਪੈਂਦਾ, ਤੇ ਫਿਰ ਉਸ ਤੋਂ ਬਾਅਦ ਰਸਤਾ ਲੱਭਦੇ ਆ ਕਿ ਯਾਰ ਜਿੰਨੇ ਆਇਲ ਸੈਂਟਰ ਹੈ ਉੱਥੇ ਚੱਲ ਕੇ ਗੱਲ ਕਰੋ ਕਿ ਕੋਈ ਬੈਂਡਾਂ ਵਾਲੀ ਕੁੜੀ ਹੋਵੇ, ਤੇ ਜਿੰਨੇ ਪੈਸੇ, ਅੱਜ ਤੇ ਸਾਡੀਆਂ ਪੰਜਾਬ ਦੀਆਂ ਅਖਬਾਰਾਂ ਭਰੀਆਂ ਪਈਆਂ ਨੇ, ਬਿਲਕੁਲ, ਕਿ 6 ਬੈਂਡ ਲਏ ਕੁੜੀ ਦੇ ਨਾਲ ਖਰਚ ਕਰਨ ਵਾਲਾ ਮੁੰਡਾ ਚਾਹੀਦਾ, ਮੁੰਡਾ ਚਾਹੀਦਾ। ਤੇ ਸ਼ਰੇਆਮ ਗੰਦੀ ਗੱਲ ਕਵਾਂ ਤੇ ਸੌਦੇਬਾਜ਼ੀ ਹੋ ਰਹੀ ਹੈ। ਪਹਿਲਾਂ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਦਿੱਲੀ ਦੀ ਇੱਕ ਸੜਕ ਹੀ ਮਾੜੀ ਹੈ, ਇੱਥੇ ਤੇ ਅਖਬਾਰ ਹੀ ਇਹਨਾਂ ਨੇ ਗੰਦੇ ਕੰਮ ਨਾਲ ਭਰ ਛੱਡੀ ਹੈ। ਔਰ ਮਤਲਬ 2 ਰਾਤ ਰਹਿਣ ਦਾ, 4 ਰਾਤ ਰਹਿਣ ਦਾ, ਮਹੀਨਾ ਰਹਿਣ ਦਾ, ਉਹਦਾ ਸੌਦਾ ਕਰ ਰਹੇ ਨੇ। ਇੰਨੇ ਗੰਦੇ ਪਰਿਵਾਰ ਹੋ ਚੁੱਕੇ ਨੇ, ਔਰ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਘਰ ਸ਼ਾਇਦ ਬਾਥਰੂਮ ਨੂੰ ਨਾ ਟਾਟ ਦਾ ਦਰਵਾਜ਼ਾ ਤੇ ਨਾਲੇ ਦੀ ਕੁੰਡੀ ਹੈ। ਘਰ ਦਾ ਹਾਲਾਤ ਵੇਖ ਲਓ ਤੇ ਇੰਨੇ ਮਾੜੇ ਨੇ ਕਿ 35 ਲੱਖ ਕੀ 35,000 ਵੀ ਨਹੀਂ ਖਰਚਿਆ ਜਾਂਦਾ। ਵਿਆਹ ਤੇ ਪੈਸੇ ਮੁੰਡੇ ਵਾਲਿਆਂ ਦੇ ਲਵਾਉਂਦੇ ਨੇ ਤੇ ਆਪਣੇ ਆਪ ਨੂੰ ਬੜੇ ਅਕਲਮੰਦ ਸਮਝਦੇ ਨੇ, ਤੇ ਜਦ ਕਿ ਅਸਲੀ ਹਾਲਾਤ ਕੁਝ ਹੋਰ ਨੇ। ਫਿਰ ਵੀ ਉਹਨਾਂ ਨੂੰ ਧੋਖਾ ਦੇ ਜਾਂਦੇ ਨੇ। ਇਸ ਤੋਂ ਗੰਦੀ ਔਰ ਮਹਾਰਾਜ ਦੀ ਦੇਹ ਅੱਗੇ, ਜਿਹਦੇ ਅੱਗੇ ਸੀਸ ਝੁਕਾ ਕੇ ਅਸੀਂ ਆਪਣੇ ਪਾਰਟਨਰ ਨੂੰ ਬਣਾਉਂਦੇ ਆ, ਤੇ ਉਸ ਮਹਾਰਾਜ ਦੀ ਦੇਹ ਦੀ ਵੀ ਬੇਅਦਬੀ ਕਰਦੇ ਨੇ। ਤੇ ਬੇਅਦਬੀ ਦੇ ਪਰਚੇ ਤੇ ਪਹਿਲਾਂ ਇਹੋ ਜਿਹੇ ਕੁੜੀ ਵਾਲਿਆਂ ਤੇ ਜਾਂ ਉਹੋ ਜਿਹੇ ਮੁੰਡੇ ਵਾਲਿਆਂ ਤੇ ਜਿਹੜੇ ਇਹ ਕੁਝ ਕਰਦੇ ਫਿਰਦੇ ਨੇ, ਉਹਨਾਂ ਤੇ ਕਿਉਂ ਨਾ ਕੀਤਾ ਜਾਵੇ ਕਿ ਇਹ ਤੇ ਵਿਆਹ ਨਾ ਹੋ ਗਿਆ, ਇਹ ਤੇ ਮਜ਼ਾਕ ਹੋ ਗਿਆ।
ਇੱਕ 5 ਮਿੰਟ ਦੀ ਫਿਲਮ ਵੇਖੀ ਤੇ ਵਿਆਹ ਕਰ ਲਿਆ ਤੇ ਬੈਂਡ ਲੈ ਲਏ ਤੇ ਫਲਾਣਾ ਕਰ ਲਿਆ ਤੇ ਬਾਅਦ ਚੋਂ ਬੰਦੇ ਨੂੰ ਮਤਲਬ ਧੋਖਾ ਜੀ ਦੇ ਇਸ ਗਏ। ਮਾਮਲੇ ਦੇ ਵਿੱਚ ਇੱਥੇ ਬੈਠਾ ਜਿਹੜਾ ਜਿਵੇਂ ਮੁੰਡਾ ਜਾਂ ਲੜਕੀ ਆ ਜਿਹੜੇ ਕਿ ਆਪਣੀ ਸਪਾਊਸ ਨੂੰ ਬੁਲਾਉਣ ਤੋਂ ਮੁੱਕਰਦੇ ਨੇ, ਜਿਸ ਤਰੀਕੇ ਨਾਲ ਜਿਵੇਂ ਇੰਡੀਆ ਦੇ ਵਿੱਚ ਉਹਨਾਂ ਦੇ ਉੱਤੇ ਮਾਮਲੇ ਦਰਜ ਹੁੰਦੇ ਨੇ, ਏਦਾਂ ਵੀ ਤਾਂ ਹੁੰਦਾ ਹੈ ਕਿ ਉਹ ਇਹ ਕਹਿ ਕੇ ਕਿ ਭਾਰਤ ਦੇ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਾਂ ਕੁਝ ਅਜਿਹਾ ਕਹਿ ਕੇ ਇੱਥੇ ਵੀ ਰਿਫਿਊਜੀ ਸਟੇਟਸ ਲਈ ਅਪਲਾਈ ਕਰ ਸਕਦੇ ਨੇ। ਇਹਦਾ ਵੀ ਫੇਰ ਕੋਈ ਤੋੜ ਲੱਭਦੇ ਪਏ ਹੋ? ਨਹੀਂ ਜੀ, ਨਹੀਂ, ਇਹਦਾ ਤੋੜ ਹੈਗਾ। ਰਿਫਿਊਜੀ ਸਟੇਟਸ ਉਹਨੂੰ ਮਿਲਦਾ ਹੈ ਜਿਸ ਬੰਦੇ ਦੇ ਖਿਲਾਫ ਜਨਰਲ ਭੀੜ ਨੇ ਕੋਈ ਕੀਤਾ ਹੋਵੇ। ਮਤਲਬ ਲੜਕੀ ਨੇ ਮੇਰੇ ਨਾਲ ਵਿਆਹ ਕੀਤਾ, ਉਹ ਬਾਹਰ ਚਲ ਗਈ, ਮੈਨੂੰ ਨਹੀਂ ਸੱਦਿਆ, ਮੈਂ ਹਸਬੈਂਡ ਆ, ਉਹਦੇ ਤੇ ਕੇਸ ਕਰ ਸਕਦਾ। ਇਹਦੇ ਚ ਰਿਫਿਊਜੀ ਨਹੀਂ ਆਉਂਦੇ, ਇਹ ਤੇ ਕ੍ਰਿਮੀਨਲ ਐਕਟ ਕਿਉਂ ਨਹੀਂ ਕਹਿ ਦਿੱਤਾ ਕਿ ਜੇ ਮੈਂ ਭਾਰਤ ਜਾ ਰਹੀ ਹਾਂ ਤਾਂ ਮੇਰੀ ਜਾਨ ਨੂੰ ਉੱਥੇ ਖਤਰਾ, ਜਾਂ ਲੜਕੇ ਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਵਾਲੇ ਮੈਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਸੋ ਅਜਿਹੇ ਮਾਮਲੇ ਜੀ ਨਹੀਂ ਜੀ, ਨਹੀਂ, ਕ੍ਰਿਮੀਨਲ ਇਜ਼ ਵਾਂਟਡ ਇਨ ਐਨੀ, ਮੇਰੇ ਕੋਲ ਲਾਅ ਹੈ ਕੈਨੇਡਾ ਦਾ, ਉਹਦੇ ਸੈਕਸ਼ਨ 400 ਸਮਥਿੰਗ ਦੇ ਅੰਦਰ ਲਿਖਿਆ ਹੈ ਕਿ ਜੇ ਤੁਹਾਡੇ ਤੇ ਕੋਈ ਕ੍ਰਿਮੀਨਲ ਪਰਚਾ ਦਰਜ ਹੈ ਕਿਸੇ ਵੀ ਮੁਲਕ 'ਚ, ਤੇ ਕੈਨੇਡਾ ਦੀ ਪੁਲਿਸ ਦੀ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਡਿਊਟੀ ਬਣਦੀ ਹੈ ਕਿ ਤੁਹਾਨੂੰ ਉੱਥੋਂ ਫੜ ਕੇ ਅਰੈਸਟ ਕਰਕੇ ਉਸ ਕੰਟਰੀ ਨੂੰ, ਉਸ ਜਿੱਥੇ ਵੀ ਤੁਹਾਡੀ FIR ਹੈ ਉੱਥੇ ਤੁਹਾਨੂੰ ਸੌਂਪੇ। ਔਰ ਜਿਹੜਾ ਅੰਤ ਕੌਰ ਦਾ ਮਿਸ਼ਨ ਹੈ ਉਹਦੇ ਤੇ ਇਹ ਚਿੱਠੀ ਮੇਰੇ ਵੱਲੋਂ ਜਾ ਚੁੱਕੀ ਹੈ ਔਰ ਉਹਦੇ ਤੇ ਕਾਰਵਾਈ ਚੱਲ ਰਹੀ ਹੈ। ਔਰ ਉਹ ਵਾਲੀ ਚਿੱਠੀ ਕੈਨੇਡਾ ਦੀ ਪੁਲਿਸ ਨੂੰ, ਕੈਨੇਡਾ ਦੇ ਇਮੀਗ੍ਰੇਸ਼ਨ ਦਫ਼ਤਰਾਂ ਨੂੰ, ਜਿਹੜਾ ਆਪਣਾ ਇਮੀਗ੍ਰੇਸ਼ਨ ਦਾ ਆਫਿਸ ਹੈ, ਪਲੱਸ ਜਿਹੜਾ ਲਾਅ ਡਿਪਾਰਟਮੈਂਟ ਹੈ, ਉਹਨਾਂ ਨੂੰ ਮੈਂ ਚਿੱਠੀ ਭੇਜ ਚੁੱਕਾ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਇਹਨੂੰ ਇੱਥੋਂ ਫੜੋ ਤੇ ਇੱਧਰ ਨੂੰ ਤੁਰੋ। ਔਰ ਉਹ ਜਲਦੀ ਹੀ ਇਹਦੇ ਤੇ, ਮੈਨੂੰ ਜੋ ਵੀ ਲੀਗਲ ਪ੍ਰੋਸੀਜਰ ਨੂੰ ਟਾਈਮ ਲੱਗੇਗਾ, ਜਲਦੀ ਹੀ ਇਹਦੇ ਤੇ ਕਾਰਵਾਈ ਹੋਏਗੀ ਔਰ ਮਿਸ਼ਨ ਅੰਤ ਕੌਰ ਸਕਸੈਸਫੁਲ ਹੋਏਗਾ। ਜੀ ਬਿਲਕੁਲ। ਤੇ ਹੁਣ ਸੁਨੀਲ ਜੀ, ਝੂਠੀ ਅਸਾਈਲਮ ਜਿਹੜੀ ਹੈ ਉਹ ਉਲਟਾ ਇੱਕ ਹੋਰ ਪਰਚੇ ਚ ਉਹਨੂੰ ਫਸਾ ਦਿੰਦੀ। ਓਕੇ, ਜੋ ਝੂਠੀ ਅਸਾਈਲਮ ਨਹੀਂ ਮਿਲਦੀ ਕਿਸੇ ਨੂੰ ਵੀ। ਕੈਨੇਡਾ ਸਰਕਾਰ, ਇੰਡੀਅਨ ਸਰਕਾਰ ਬਹੁਤ ਹੀ ਸਮਝਦਾਰ ਹੈ। ਖਤਰਾ ਉਹਨੂੰ ਕਿੱਥੋਂ ਹੋਣਾ ਹੈ? ਉਹਨੂੰ ਤੇ 에ਅਰਪੋਰਟ ਤੋਂ ਹੀ ਫੜ ਲੈਣਾ ਪੁਲਿਸ ਨੇ, ਗੱਡੀ 'ਚ ਬਿਠਾ ਲੈਣਾ, ਸਿਕਿਉਰਿਟੀ ਦੇ ਅੰਡਰ ਉਹਨੂੰ ਲੈ ਕੇ ਆਉਣਾ ਬਰਨਾਲੇ ਮੁੜ ਕੇ ਉਸ ਤੋਂ ਬਾਅਦ ਉਹਨੂੰ ਲੇਡੀਜ਼ ਵਾਲੇ ਹਵਾਲਾ 'ਚ ਪਾ ਦੇਣਾ ਤੇ 14 ਦਿਨਾਂ ਬਾਅਦ ਉਹਨੂੰ ਜੇਲੇ ਭੇਜ ਦੇਣਾ। ਤੇ ਖਤਰਾ ਕਿੱਥੋਂ ਹੈ? ਜਦੋਂ ਬਹੁਤ ਖਤਰਾ ਹੋਏਗਾ ਤੇ ਉਹ ਜ਼ਮਾਨਤ ਹੀ ਨਾ ਲਵੇ ਆਪਣੀ, ਕਿਉਂਕਿ ਬਾਹਰ ਨਿਕਲਦੇ ਲੋਕੀ ਉਹਨੂੰ ਮਾਰਨਗੇ। ਤੇ ਬੈਟਰ ਹੈ ਜੇਲ੍ਹ 'ਚ ਬਹਿ ਜੇ, ਬਾਕੀ ਸਮਾਂ ਆਪਣੀ ਲੜਾਈ ਜੇਲ੍ਹ 'ਚ ਬਹਿ ਕੇ ਲੜ ਲਵੇ। ਤੇ ਜੇ ਬਰੀ ਹੋ ਜਾਏਗੀ ਤਾਂ ਠੀਕ ਹੈ, ਜੇ ਸਜ਼ਾ ਹੋ ਜਾਏਗੀ ਤੇ ਅੱਗੋਂ 20 ਸਾਲ ਸ਼ਿਕਾਇਤ ਕੱਟ ਕੇ ਬਾਹਰ ਆ ਜਾਏਗੀ, ਉਦੋਂ ਤੱਕ ਲੋਕੀ ਭੁੱਲ ਜਾਣਗੇ। ਉਹਨੂੰ ਬਹੁਤ ਖਤਰਾ ਤੇ ਕੈਨੇਡਾ 'ਚ ਕਿਉਂ ਰਹਿਣਾ? ਬਿਲਕੁਲ। ਤੇ ਸਰ ਹੁਣ ਆਪਣਾ ਜੀ ਸਮਾਂ ਹੁਣ ਆਪਣਾ ਇਜਾਜ਼ਤ ਲੈਣ ਦਾ ਹੋ ਰਿਹਾ। ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਵੋ ਕਿਹੜੇ ਨੰਬਰ ਤੇ ਕਾਲ ਕਰ ਸਕਦੇ ਨੇ, ਕਿਹੜੇ ਸਮੇਂ ਤੇ ਕਾਲ ਕਰ ਸਕਦੇ ਨੇ ਤੁਹਾਨੂੰ ਕਾਲ? ਬਸ ਮੇਰੀ ਇੱਕੋ ਬੇਨਤੀ ਹੈ ਕਿ ਸ਼ਾਮ ਨੂੰ ਇੰਡੀਆ ਦੇ ਟਾਈਮ ਦੇ ਮੁਤਾਬਕ ਮੰਡੇ ਟੂ ਫਰਾਈਡੇ ਸ਼ਾਮ ਦੇ 4 ਤੋਂ ਰਾਤੀ 9 ਵਜੇ ਤੱਕ ਮੈਨੂੰ ਕਾਲ ਕਰ ਸਕਦੇ ਨੇ। ਔਰ ਉਸ ਤੋਂ ਪਹਿਲਾਂ ਜੇ ਮੈਨੂੰ ਮੈਸੇਜ ਪਾ ਦੇਣ ਤੇ ਬੈਟਰ ਹੋਏਗਾ। ਔਰ ਵੀਡੀਓ ਕਾਲ ਮੈਂ ਜਨਰਲੀ ਪ੍ਰੈਫਰ ਕਰਦਾ ਆਪਣੇ NRI ਭੈਣ ਭਰਾਵਾਂ ਨਾਲ, ਤਾਂ ਕਿ ਮੈਨੂੰ ਵੀ ਕਨਫਰਮੇਸ਼ਨ ਹੋਵੇ ਕਿ ਬੰਦਾ ਸਾਹਮਣੇ ਵਾਲਾ ਜੈਨੂਨ ਹੈ, ਪ੍ਰੋਪਰ ਗੱਲ ਕਰ ਰਿਹਾ। ਕਿਸੇ ਵੇਲੇ ਫੇਕ ਕਾਲਸ ਵੀ ਆਉਂਦੀਆਂ ਨੇ, ਸੋ ਔਰ ਆਪਣੀ ਆਇਡੈਂਟੀਟੀ ਪ੍ਰੋਪਰ ਦੱਸੋ। ਆਪਣਾ ਮੁੱਦਾ ਪਹਿਲਾਂ ਆਪਣੇ ਕੋਲ ਕਾਗਜ਼ ਤੇ ਲਿਖ ਕੇ ਰੱਖ ਲਓ ਕਿ ਤੁਸੀਂ ਮੇਰੇ ਨਾਲ ਗੱਲ ਕੀ ਕਰਨੀ ਹੈ, ਕਿਉਂਕਿ ਉਸ ਵੇਲੇ ਟਾਈਮ ਮੈਂ ਜ਼ਿਆਦਾ ਨਹੀਂ ਦੇ ਪਾਉਂਦਾ ਹੁੰਦਾ। 5-10 ਮਿੰਟ 15 ਮਿੰਟ ਦਾ ਟਾਈਮ ਹੁੰਦਾ ਹੈ। ਲੰਬੀ ਡਿਸਕਸ਼ਨ ਲਈ ਫਿਰ ਉਹ ਪ੍ਰੋਪਰ ਤੁਸੀਂ ਆਪਣਾ ਕੇਸ ਹੈਂਡਲ ਕਰੋ ਸਾਡੇ ਕੋਲੋਂ, ਤੇ ਉਦੋਂ ਕਰਦੇ ਆ ਜਨਰਲ ਡਿਸਕਸ਼ਨ ਮੈਂ ਕਰ ਲੈਂਦਾ। ਔਰ ਤੁਹਾਨੂੰ ਜਨਰਲ ਰਾਏ ਜਿਹੜੀ ਚਾਹੀਦੀ ਹੈ ਉਹ ਰਾਏ ਵੀ ਮਿਲ ਜੇਗੀ। ਔਰ ਜੇ ਤੁਹਾਨੂੰ ਜ਼ਿਆਦਾ ਲੰਬੀ ਰਾਏ ਚਾਹੀਦੀ ਹੈ ਉਹਦੇ ਲਈ ਫਿਰ ਪੇਡ ਸਰਵਿਸਿਜ਼ ਅਵੇਲੇਬਲ ਨੇ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਜਨਰਲ ਡਿਸਕਸ਼ਨ ਤੁਸੀਂ ਕਰ ਸਕਦੇ ਹੋ, ਜੋ ਨੌਲੇਜ ਲੈਣੀ ਹੈ ਲੈ ਸਕਦੇ ਹੋ। ਸਾਡਾ ਇਸ TV ਸ਼ੋਅ ਤੇ ਪ੍ਰੋਗਰਾਮ ਚਲਾਉਣ ਦਾ ਪਰਪਸ ਇੱਕੋ ਹੀ ਹੈ ਕਿ ਤੁਸੀਂ ਗਲਤ ਏਜੰਟਾਂ ਕੋਲੋਂ, ਗਲਤ ਫੈਸਲਿਆਂ ਤੋਂ ਬਚ ਸਕੋ ਔਰ ਤੁਸੀਂ ਆਪਣਾ ਪ੍ਰੋਪਰਲੀ ਕੰਮ ਚਲਾ ਸਕੋ ਔਰ ਤੁਹਾਨੂੰ ਲੀਗਲ ਨੌਲੇਜ ਪ੍ਰੋਪਰ ਹੋਵੇ ਔਰ ਆਪਣੇ ਪ੍ਰੋਸੈਸ ਨੂੰ ਕੰਪਲੀਟ ਕਰਕੇ ਤੁਸੀਂ ਫ੍ਰੀ ਹੋ ਕੇ ਅੱਗੇ ਵੱਧ ਸਕੋ। ਸੋ ਬੇਈਮਾਨ ਬੰਦੇ ਦਾ ਇਲਾਜ ਮੇਰੇ ਕੋਲ ਨਹੀਂ ਹੈ, ਪਰ ਬੇਈਮਾਨ ਬੰਦੇ ਤੋਂ ਬਚਿਆ ਕਿੱਦਾਂ ਜਾ ਸਕਦਾ ਹੈ? ਫਿਰ ਜੇ ਉਹਨੇ ਸਾਡੇ ਨਾਲ ਬੇਈਮਾਨੀ ਕਰ ਲਈ ਹੈ ਤਾਂ ਉਹ ਚੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ? ਉਹਦੇ ਲਈ ਜੋ ਦੌੜ ਲੱਗਣੀ ਹੈ, ਜੋ ਮਿਹਨਤ ਲੱਗਣੀ ਹੈ, ਉਹ ਰਲ ਮਿਲ ਕੇ ਲਾਉਣੀ ਹੈ। ਰਿਜ਼ਲਟ ਆਉਂਦੇ ਟਾਈਮ ਲੱਗਦਾ ਹੈ, ਜਲਦੀ ਟਾਈਮ ਨਹੀਂ ਆਉਂਦੇ। ਸੋ ਪੈਰਵਾਈ ਹੈ, ਜਿੱਦਾਂ ਦੀ ਕਰਾਂਗੇ ਉਦਾਂ ਦੇ ਰਿਜ਼ਲਟ ਆਉਣਗੇ। ਜਿਹੜੇ ਵੀ ਮੇਰੇ ਭੈਣ ਭਰਾ NRI ਜਿਨ੍ਹਾਂ ਦੇ FIR ਦਰਜ ਹੈ, ਉਹ ਵਿਦੇਸ਼ਾਂ 'ਚ ਲੁੱਕ ਕੇ ਬੈਠੇ ਨੇ, ਇੰਡੀਆ 'ਚ ਸੰਪਰਕ ਨਹੀਂ ਕਰ ਪਾ ਰਹੇ, ਆਪਣੀਆਂ ਆਤਮਾ ਨੂੰ ਸਤਾ ਰਹੇ ਨੇ, ਉਹਨਾਂ ਦੀ ਵੀ ਪੈਰਵਾਈ ਕਰਕੇ ਉਹਨਾਂ ਨੂੰ ਉੱਥੋਂ ਕੇਸਾਂ 'ਚੋਂ ਕਢਾਇਆ ਜਾ ਸਕਦਾ ਹੈ। ਘੱਟੋ ਘੱਟ ਉਹਨਾਂ ਦੇ ਰੈੱਡ ਕਾਰਨਰ ਨੋਟਿਸ ਔਰ ਉਹਨਾਂ ਚੀਜ਼ਾਂ ਤੇ ਸਟੇ ਲਵਾਈ ਜਾ ਸਕਦੀ ਹੈ। ਔਰ ਪਰ ਉਹਨਾਂ ਨੂੰ ਇੰਡੀਆ 'ਚ ਆ ਕੇ ਆਪਣੀ ਪੈਰਵਾਈ ਕਰਕੇ ਆਪਣੇ ਕੇਸਾਂ 'ਚੋਂ ਨਿਕਲਣਾ ਬੈਟਰ ਹੋਏਗਾ, ਬਜਾਏ ਇਹਦੇ ਕਿ ਤੁਸੀਂ ਉੱਥੇ ਰਹੋ
ਬਾਕੀ ਜਿਹੜੀ ਤੁਹਾਡੀ ਜ਼ਮੀਨ ਇੰਡੀਆ 'ਚ ਹੈ ਉਹਦੀ ਕੋਈ ਮਾਰਕੇਸ਼ਨ ਡੀਮਾਰਕੇਸ਼ਨ ਕਰੋ, ਉਹਦੇ ਤੇ ਕੋਈ ਆਪਣਾ ਕਾਰਨਰ ਤੇ ਕਮਰਾ ਪਾ ਕੇ ਉਹਦੇ ਤੇ ਪ੍ਰੋਪਰ ਨਾਂ ਪਤਾ ਲਿਖੋ, ਔਰ ਆਪਣੇ ਲੋਕਲ ਕੁਝ ਬੰਦਿਆਂ ਨਾਲ ਟਾਈ ਅਪ ਰੱਖੋ, ਕੋਈ ਲੀਗਲ ਟੀਮ ਰੱਖੋ ਜਿਹਨੂੰ ਪੈਰਵਾਈ ਕਰਨ ਦੀ, ਉੱਥੇ ਜਾ ਕੇ ਮੌਕੇ ਤੇ ਫੋਟੋ ਖਿੱਚ ਕੇ ਮੰਗਾਉਣ ਦੀ, ਸਟੇਟਸ ਚੈੱਕ ਕਰਨ ਦੀ ਕਾਰਵਾਈ ਧਿਆਨ 'ਚ ਰੱਖੋ। ਪਰ ਅੱਜ ਕੱਲ ਕੈਮਰੇ ਬੜੇ ਸਸਤੇ ਆ ਗਏ ਨੇ, ਇੰਟਰਨੈਟ ਲਾ ਕੇ ਉਹਦੇ ਨਾਲ ਕੈਮਰੇ ਨਾਲ ਤੁਸੀਂ ਆਪਣੀ ਮੋਨੀਟਰਿੰਗ ਕਰ ਸਕਦੇ ਹੋ ਹਰ ਚੀਜ਼ ਦੀ। ਦੇਰ ਆਰ ਮੈਨੀ ਵੇਜ਼, ਆਉਣ ਵਾਲੇ ਪ੍ਰੋਗਰਾਮਾਂ 'ਚ ਉਹਨਾਂ ਬਾਰੇ ਡਿਸਕਸ ਕਰਾਂਗੇ। ਔਰ ਇਹ ਵੀ ਸਲਾਹ ਦਿੰਦੇ ਹਾਂ ਕਿ ਜੇ ਕਿਸੇ ਭੈਣ ਭਰਾ ਨੂੰ ਕੋਈ ਵੀ ਮੁੱਦਾ ਹੈ ਸਾਨੂੰ ਮੈਸੇਜ ਕਰ ਸਕਦਾ। ਸਾਡੇ ਸੋਸ਼ਲ ਮੀਡੀਆ ਚੈਨਲ ਨੇ 2 ਮੈਮ ਦੱਸ ਦਿੰਦੇ ਨੇ, ਤੇ ਅਸੀਂ ਉਹ ਮੈਸੇਜ ਪੜਾਂਗੇ ਤੇ ਜੇ ਜਵਾਬ ਦੇਣ ਲਾਇਕ ਹੋਏਗਾ ਜਵਾਬ ਦੇਵਾਂਗੇ। ਪਰਸਨਲ ਫੋਨ ਲਈ ਮੈਨੂੰ ਪਰਸਨਲ ਮੈਸੇਜ ਲਈ ਪਰਸਨਲ ਕਾਲ ਕਰ ਸਕਦੇ ਨੇ। ਬਿਲਕੁਲ ਜੀ, ਆਪਣੇ ਦਰਸ਼ਕਾਂ ਨੂੰ ਦੱਸ ਦਈਏ ਸੁਨੀਲ ਮਲਨ ਜੀ ਦਾ ਜਿਹੜਾ ਨੰਬਰ ਹੈ ਉਹਨਾਂ ਦੇ ਨਾਮ ਦੇ ਨੀਚੇ ਲਿਖਿਆ ਹੈ +91 8699812345। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਭਾਰਤੀ ਸਮੇਂ ਦੇ ਮੁਤਾਬਿਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਭਾਰਤੀ ਸਮੇਂ ਦੇ ਮੁਤਾਬਿਕ ਸ਼ਾਮ ਨੂੰ 4 ਤੋਂ ਲੈ ਕੇ ਤੁਸੀਂ 9 ਵਜੇ ਤੱਕ ਸੁਨੀਲ ਮਲਨ ਜੀ ਨਾਲ ਗੱਲਬਾਤ ਕਰ ਸਕਦੇ ਹੋ। ਸਮੇਂ ਦੀ ਪਲੀਜ਼ ਜ਼ਰੂਰ ਉਹਨਾਂ ਦੀ ਵੈਲਿਊ ਜ਼ਰੂਰ ਦੇਖਿਓ, ਕਦਰ ਕਰਿਓ, ਤੇ ਉਸ ਸਮੇਂ ਦੇ ਦੌਰਾਨ ਹੀ ਜਿਹੜੀ ਕਾਲ ਕੀਤੀ ਜਾਵੇ, ਰਾਤ ਨੂੰ ਕਾਲ ਕਰਕੇ ਜਾਂ ਸੰਡੇ ਵਾਲੇ ਦਿਨ ਕਾਲ ਕਰਕੇ ਡਿਸਟਰਬ ਨਾ ਕੀਤਾ ਜਾਵੇ। ਸੋ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕੋਈ ਵੀ ਸਵਾਲ ਆ ਤੁਸੀਂ ਨੈਕਸਟ ਅਸੀਂ ਵੀਕ ਫਿਰ ਹਾਜ਼ਰ ਹੋਵਾਂਗੇ ਲੈ ਕੇ ਕੁਝ ਅਜਿਹੇ ਹੀ ਦਿਲਚਸਪ ਮੁੱਦੇ ਜਿਹਦੇ ਉੱਤੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ। ਤੁਹਾਡਾ ਕੋਈ ਵੀ ਸਵਾਲ ਆ ਸਾਨੂੰ ਨੈਕਸਟ ਲਾਈਵ ਪ੍ਰੋਗਰਾਮ 'ਚ ਕਰ ਸਕਦੇ ਹੋ, ਜਾਂ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ, ਕਿਸ ਦੇ ਬਾਰੇ ਵਿੱਚ ਚਾਹੁੰਦੇ ਹੋ ਕਿ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ, ਉਹ ਵੀ ਤੁਸੀਂ ਸਾਨੂੰ ਕਮੈਂਟ ਦੇ ਜ਼ਰੀਏ ਜਾਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦੇ ਜਿਹੜੇ ਆ ਲਾਈਵ ਟੂ ਲਾਈਵ ਤੁਹਾਨੂੰ ਨਾਲ ਦੀ ਨਾਲ ਆਨਸਰ ਦਿੱਤੇ ਜਾਣ। ਫਿਲਹਾਲ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਸੁਨੀਲ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ। ਥੈਂਕ ਯੂ ਮੈਮ, ਥੈਂਕ ਯੂ ਤੁਹਾਡਾ ਵੀ ਤੇ ਦਰਸ਼ਕਾਂ ਦਾ ਵੀ। ਸੋ ਦੋਸਤੋ ਇਹ ਸੀ ਸਾਡਾ ਪ੍ਰੋਗਰਾਮ ਤੁਹਾਡੇ ਮੁੱਦੇ ਤੇ ਇਸ ਦੇ ਨਾਲ ਫਿਲਹਾਲ ਸਾਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।